संत शरण जो जन परै, सो जन उदर नहार। संत की निंदा नानका, बहर बहर अवतार। जे सौ चंदा उगवे, सूरज चढ़े हजार। एते चानण हुंदियां, गुर बिन कोर अंधार। गुर बिन कोर अंधार। परम सत्कारयोग शिव स्वरूप गुरुदेव स्वामी दूधाधारी महाराज जी नमोल वालियां दी किरपा द्वारा स्वर्गीय श्रीमान पंडित केवल चंद जी दे मार्ग ते चलदे होए इस जगत विच कवीशरी कला नाल सेवा कर रहा कवीशरी जथा दास पंडित ओंकार जी, अमरजीत जी कक्कड़वाल, गुरसेवक सिंह जी महमदपुर, सुरेश कुमार जी सिंगला जी बरनाले तो, अवतार चंद जी माझी वाला कवीशरी जथा अज एक कवीशरी प्रसंग संत प्रसाद लैके हाजिर होया है। कवीशरी जथे नूं प्रवानगी बख्शिश करते हुए उचारण करो जी, नमो नारायण नमो नारायण नमो नारायण। हरि ओम गजाननं भूतगणादिसेवितं, कफितजम्बू फलचारुभक्षणं, उमासुतं शोकविनाशकारकं, नमामि विघ्नेश्वरपादपङ्कजं। श्री सर्वमंगलमांगले शिवे सर्वार्थ साधके, शरणे त्र्यंबके गौरी नारायणी नमस्तते। नमो शारदा मात विद्या प्रदेणी, करो मेद मेदहा जथा कंतरवेणी। करो विघ्न नष्ट मुझे शांति आदि दीजै, हरोपकारी हृदय धाम की जय। गुरु रे ब्रह्मा गुरु रे विष्णु गुरु रे देवो महेश्वराय, गुरु साक्षात् परब्रह्म तस्मै श्री गुरुवे नमः। श्री गुरुदेवाय नमः, श्री गुरुदेवाय नमः। ओम सरस्वती माताय नमः, ओम सरस्वती माता आये नमः। विघ्न हरो मंगल करो तबोध प्रकाश, लइए नाम गणेश का सगले कारज रास। शारद माता सरस्वती तरूं तुम्हारा ध्यान, चार चीज मुझ बख्श दे, कंठ ताल सुर ज्ञान। महावीर बलवीर है, मस्तक चढ़ी संदूर। बख्शोदान कवीशरी, विघ्न करो सब दूर। गुर चरणन का आसरा, गुर चरणन की ओट। गुर चरणन को नमो नमः, औण काफिए लोट। कबीर सेवा को दोए पले, एक संत एक राम। राम जो दाता मुक्त को, संत जपावे नाम।
ਪਹਿਲੇ ਪਰਮਾਤਮਾ ਸਿਮਰ ਕੇ ਕਲਮ ਫੜੀ ਦੋਏ ਕਾਰ ਜੋੜ ਕੇ ਤੇ ਆਮ ਫੇਰ ਈਸ਼ਰੀ ਰੁੰਡਣ ਕੀ ਮਾਲਾ ਮਿਰਗਸ਼ਾਲ ਹੈ ਜਿਨ੍ਹਾਂ ਦੇ ਹੇਠ ਚਾਰਨਾਂ ਦੇ ਉੱਪਰ ਟਿਕਾਏ ਦੇ ਮਸੀਸਰੀ 24 ਅਵਤਾਰ ਔਰ ਦੇਵਤਾ ਕਰੋੜ 33 ਬੰਦਨਾ ਗੁਜ਼ਾਰ ਕੇ ਬਣਾ ਮਤੋਕ ਤੀਸਰੀ ਗਾਲ ਵਿੱਚ ਪੱਲੂ ਮੁਖ ਕਾਸ ਪਾਏ ਕੇ ਤਿਆਰ ਜੇ ਗੁਜ਼ਾਰਾ ਮੈਨੂੰ ਬਖਸ਼ੋ ਕਵੀਸ਼ਰੀ ਸੁਧ ਮਤ ਕਾਰਨੀ ਚਤਾਰ ਲਈ ਯਾਦ ਵਿੱਚ ਹੋਈ ਕੇ ਦਿਆਲ ਮੇਰੇ ਕਾਜ ਕੋ ਸਵਾਰੀਏ ਰਾਮ ਰੂਪੀ ਕਥਾ ਦੇ ਸਮੁੰਦਰਾਂ ਚ ਠੱਲ ਪਿਆ ਦਇਆ ਰੂਪੀ ਤੁਲੇ ਤੇ ਬਹਾ ਕੇ ਪਾਰ ਤਾਰੀਏ ਹੋਈ ਕੇ ਮਿਹਰਬਾਨ ਬੈਠ ਮੇਰੀ ਰਾਸਨਾ ਤੇ ਆਸਰੇ ਤੁਮਾਰੇ ਸ਼ਾਂਦੇ ਓਮ ਦਾ ਉਚਾਰੀਏ ਕਵੀ ਪਰਸ਼ੋਤਮ ਨੂੰ ਰੱਖਣਾ ਸ਼ਰਨ ਵਿੱਚ ਦਾਸ ਕੇਵਲ ਚੰਦ ਤਾਈ ਮਨੋ ਨਾਮ ਸਾਰੀਏ ਅਸਰ ਦਾਲ ਖੰਜਨੀ ਮਹੇਸ਼ ਚਾਪ ਪੰਜਨੀ ਭਗਤ ਮਨ ਰੰਜਨੀ ਸਹਾਇਤਾ ਕਰੋ ਇੰਦਕੇ ਜਜ ਸੁਤ ਧਾਰਨੀ ਭਗਤ ਜਨ ਤਾਰਨੀ ਦੋਸ਼ਟਾਂ ਕੁਮਾਰਨੀ ਬਚੋਲਣ ਗੋਬਿੰਦ ਕੇ ਹਰੇਕ ਜਾਤ ਮਨ ਦੀ ਤਿਆਰੀ ਕਰੇ ਰੰਨ ਦੀ ਖਲਾਂ ਦੇ ਸਾਰ ਭੰਨ ਦੀ ਸਵਾਰ ਮਾਰ ਗਿੰਦ ਕੇ ਪੂਰੇ ਦਾਸ ਕੋ ਬਰਨ ਪੜਾ ਤੇਰੀ ਓ ਸ਼ਰਨ ਕਟੋ ਜੰਮਣ ਮਾਰਨ ਮਈਆ ਤਾਰ ਪਾਰ ਸਿੰਧ ਕੇ ਸੀਨ ਸੱਚ ਦੇ ਨਾਮ ਤੋਂ ਜਾਣ ਸਦਕੇ ਜੀ ਦਾ ਨਾਮ ਸੱਚਾ ਤੇ ਦਰਬਾਰ ਸੱਚਾ ਸੱਚਾ ਸੱਚ ਦੀ ਤੱਕੜੀ ਤੋਲਦਾ ਹੈ ਉਹ ਸੱਚੇ ਸਾਹਿਬ ਦਾ ਕਰ ਵਿਹਾਰ ਸੱਚਾ ਸਿਫਤਾਂ ਸੱਚੀਆਂ ਨੇ ਸੱਚੇ ਰੱਬ ਦੀਆਂ ਮੈਂ ਕੰਬਖਤ ਝੂਠਾ ਤੇ ਬਖਸ਼ਣਹਾਰ ਸੱਚਾ ਮਿਲਖੀ ਰਾਮ ਭਵ ਸਾਗਰੋਂ ਪਾਰ ਹੋਵਾਂ ਇੱਕ ਵਾਰ ਜੇ ਦੇਵੇ ਦੀਦਾਰ ਸੱਚਾ ਇੱਕ ਵਾਰ ਜੇ ਦੇਵੇ ਦੀਦਾਰ ਸੱਚਾ ਮਿਲਖੀ ਰਾਮ ਭਵ ਸਾਗਰੋਂ ਪਾਰ ਹੋਵਾਂ ਇੱਕ ਵਾਰ ਜੇ ਦੇਵੋ ਦੀਦਾਰ ਸੱਚਾ। ਆਓ ਕਵੀਸ਼ਰੀ ਜਨ ਦੇ ਰਸੀਓ ਆਪ ਜੀ ਦੇ ਪਾਵਨ ਚਰਨਾਂ ਵਿੱਚ ਉਸ ਸਮੇਂ ਦਾ ਪ੍ਰਸੰਗ ਬੋਲਣ ਲੱਗਿਆਂ ਜਿਵੇਂ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਵਿੱਚ ਸੰਤਾਂ ਦੀ ਮਹਿਮਾ ਕੀਤੀ ਹੈ। 4 ਵੇਦ 6 ਸ਼ਾਸਤਰ 18 ਪ੍ਰਾਣ 18 ਉਪ ਪ੍ਰਾਣ 27 ਸਿਮਰਤੀਆਂ ਬਾਈਬਲ ਕੁਰਾਨ ਸਾਰੇ ਸੰਤਾਂ ਦੀ ਮਹਿਮਾ ਗਾਉਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਵਿੱਚ ਸ਼ਬਦ ਆਉਂਦਾ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਨੀ ਚਿੱਤ ਲਾਏ। ਸ਼ਾਸਤਰ ਕਹਿੰਦੇ ਕਲਯੁਗ ਕਾਲੀ ਕੰਬਲੀ ਝੜ ਝੜ ਪੈਣ ਅੰਗਿਆਰ ਸੰਤ ਨਾ ਹੋਤੇ ਜਗਤ ਮੇ ਜਲ ਮਰਤਾ ਸੰਸਾਰ। ਜੈਮਨੀ ਰਿਸ਼ੀ ਜੀ ਆਪਣੇ ਸ਼ਿਸ਼ਾਂ ਸਮੇਤ ਨੈਮਿਸ਼ਾਰਣ ਤੀਰਥ ਤੇ ਬੈਠੇ ਨੇ ਔਰ ਆਨੰਦ ਵਿਭੂਸ਼ਿਤ ਉਸ ਪਰਿਪੂਰਨ ਭਗਵਾਨ ਸਤ ਚਿੱਤ ਦਾ ਸਿਮਰਨ ਕਰ ਰਹੇ ਨੇ। ਸ਼ਿਸ਼ਾਂ ਨੇ ਬੇਨਤੀ ਕੀਤੀ ਮਹਾਰਾਜ ਇਹ ਜਿਹੜਾ ਸੰਸਾਰ ਬਣਾਇਆ ਉਸ ਪਰਿਪੂਰਨ ਭਗਵਾਨ ਨੇ 4 ਯੁੱਗਾਂ ਤੋਂ ਲੈ ਕਰਕੇ ਸੰਤਾਂ ਦੀ ਮਹਿਮਾ ਅਪਰੰਪਾਰ ਹੈ। ਇਹੋ ਜੀ ਕਿਹੜੀ ਪਾਵਰ ਹੈ ਸੰਤਾਂ ਕੋਲ ਜਿਹਦੇ ਨਾਲ ਇਹ ਸੰਸਾਰ ਦੇ ਲੋਕ ਸ਼ਾਸਤਰ ਵੇਦ ਪੁਰਾਣ ਰਿਸ਼ੀ ਮੁਨੀ ਪੀਰ ਪੈਗੰਬਰ ਦੇਵਤੇ ਸੰਤਾਂ ਨੂੰ ਨਮਸਕਾਰਾਂ ਕਰ ਰਹੇ ਨੇ ਸੰਤਾਂ ਨੂੰ ਪੂਜ ਰਹੇ ਨੇ। ਸ਼ੀਸ਼ਾਂ ਦਾ ਪ੍ਰਸ਼ਨ ਸੁਣ ਕੇ ਜੈਮਨੀ ਰਿਸ਼ੀ ਜੀ ਬਹੁਤ ਪ੍ਰਸੰਨ ਹੋਏ। ਉਹ ਕਹਿਣ ਲੱਗੇ ਬੱਚਿਓ ਤੁਸੀਂ ਅੱਜ ਜਗਤ ਦੇ ਭਲੇ ਵਾਸਤੇ ਬਹੁਤ ਉੱਤਮ ਬਾਤ ਪੁੱਛੀ ਹੈ। ਸੰਤ ਸ਼ਬਦ ਜਿਹੜਾ ਰਚਿਆ ਗਿਆ ਵੇਦਾਂ 'ਚ ਇਹ ਬਹੁਤ ਪਾਵਨ ਤੇ ਪਵਿੱਤਰ ਹੈ। ਆਓ ਮੈਂ ਤੁਹਾਨੂੰ ਅੱਜ ਸ਼੍ਰੋਮਣੀ ਸੰਤਾਂ ਦੀ ਇੱਕ ਅੰਮ੍ਰਿਤ ਰੂਪੀ ਕਥਾ ਦਾ ਰਸਪਾਨ ਕਰਾਉਂਦਾ ਹਾਂ। ਬੜੇ ਧਿਆਨ ਨਾਲ ਪਿਆਰ ਨਾਲ ਸਰਵਣ ਕਰਿਓ ਕਿਉਂਕਿ ਸੰਤਾਂ ਦੇ ਦਰਸ਼ਨ ਸੰਤਾਂ ਦੀ ਬਾਣੀ ਭਵਸਾਗਰ 'ਚੋਂ ਪਾਰ ਕਰਦੀ ਹੈ। ਜੈਮਨੀ ਰਿਸ਼ੀ ਜੀ ਕਥਾ ਪ੍ਰਾਰੰਭ ਕਰਨ ਲੱਗੇ। ਬੱਚਿਓ ਮਗਧਪੁਰੀ ਵਿੱਚ ਇੱਕ ਰਾਜਾ ਬ੍ਰਿਧ ਰਥ ਹੋਇਆ ਹੈ। ਉਹਦੇ 2 ਰਾਣੀਆਂ ਸੀ। ਬੜਾ ਧਰਮਾਤਮਾ ਰਾਜਾ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਪਰਜਾ ਨੂੰ ਪੁੱਤਰਾਂ ਵਾਂਗ ਪਾਲਣ ਵਾਲਾ ਸੀ।
ਪੁੰਨ ਦਾਨ ਭਜਨ ਇਸ਼ਨਾਨ ਹਰ ਵੇਲੇ ਭਗਵਾਨ ਦੇ ਚਰਨਾਂ ਵਿੱਚ ਜਿਹਦਾ ਧਿਆਨ ਰਹਿੰਦਾ ਸੀ। ਕਾਫੀ ਸਮਾਂ ਬੀਤ ਗਿਆ, ਰਾਜੇ ਦੇ ਘਰੇ ਕੋਈ ਪੁੱਤਰ ਨਾ ਪੈਦਾ ਹੋਇਆ। ਰਾਜਾ ਹਰ ਵੇਲੇ ਵਿਆਹ ਕੋਲ ਉਦਾਸ ਰਿਹਾ ਕਰੇ। ਇੱਕ ਦਿਨ ਤਖਤ ਤੇ ਬੈਠਾ, ਵਜ਼ੀਰ ਦੀ ਨਿਗਾਹ ਆਪਣੇ ਰਾਜੇ ਉੱਤੇ ਪਈ। ਵਜ਼ੀਰ ਉੱਠ ਕੇ ਰਾਜਨ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰਨ ਲੱਗਿਆ, ਮਹਾਰਾਜ ਤੁਹਾਡਾ ਚਿਹਰਾ ਜਿਹੜਾ ਕਿ ਦਿਨੋਂ ਦਿਨ ਉਦਾਸ ਹੁੰਦਾ ਜਾ ਰਿਹਾ ਹੈ, ਰੰਗ ਪੀਲਾ ਪੈਂਦਾ ਜਾ ਰਿਹਾ ਹੈ, ਇਹਦਾ ਕਾਰਨ ਕੀ ਹੈ? ਰਾਜਾ ਬ੍ਰਿਹਦਰਥ ਕਹਿਣ ਲੱਗਿਆ, ਵਜ਼ੀਰ ਜੀ ਇਹਦਾ ਕਾਰਨ ਇੱਕੋ ਹੈ, ਆ ਮੇਰਾ ਰਾਜ ਪਾਠ ਬਰਬਾਦ ਜਾ ਰਿਹਾ ਹੈ, ਮੈਂ ਦੁਨੀਆ ਉੱਤੇ ਔਤ ਕਹਾ ਰਿਹਾ, ਆ ਮੇਰੇ ਰਾਜ ਗੱਦੀ ਦਾ ਕੋਈ ਉੱਤਰਾਧਿਕਾਰੀ ਨਹੀਂ ਪੈਦਾ ਹੋਇਆ ਹੈ, ਇਸ ਕਰਕੇ ਮੇਰਾ ਮਨ ਹਰ ਵੇਲੇ ਚਿੰਤਤ ਰਹਿੰਦਾ ਹੈ। ਵਜ਼ੀਰ ਕਹਿਣ ਲੱਗਿਆ, ਮਹਾਰਾਜ ਇਹ ਤੁਹਾਡੀ ਚਿੰਤਾ ਦਾ ਇੱਕੋ ਇੱਕ ਹੱਲ ਸਮਾਧਾਨ ਕਰਨ ਵਾਲੇ ਵਿਪਰਗਣ ਨੇ, ਬ੍ਰਾਹਮਣ ਦੇਵਤਾ ਨੇ। ਮਹਾਰਾਜ ਉਹਨਾਂ ਨੂੰ ਆਪਣੇ ਰਾਜ ਮਹਿਲਾਂ ਵਿੱਚ ਬੁਲਾਓ, ਜਥਾਯੋਗ ਉਹਨਾਂ ਦੀ ਪੂਜਾ ਕਰੋ, ਔਰ ਉਹਨਾਂ ਕੋਲੇ ਇੱਕ ਭਿਰਗੂ ਰਿਸ਼ੀ ਦੀ ਤਾਕਤ ਹੈ, ਜੋਤਿਸ਼ ਲਾ ਕੇ ਦੱਸਣਗੇ ਵੀ ਤੁਹਾਡੇ ਕਰਮਾਂ ਵਿੱਚ ਭਗਵਾਨ ਨੇ ਪੁੱਤਰ ਲਿਖਿਆ ਜਾਂ ਨਹੀਂ ਲਿਖਿਆ। ਵਜ਼ੀਰ ਦਾ ਵਿਚਾਰ ਸੁਣ ਕੇ ਰਾਜਾ ਪ੍ਰਸੰਨ ਹੋ ਗਿਆ। ਜਿੰਨੇ ਵੀ ਮਗਧਪੁਰੀ ਵਿੱਚ ਪੂਜਨੀਕ ਬ੍ਰਾਹਮਣ ਦੇਵਤਾ ਸੀ, ਸਭਨਾਂ ਨੂੰ ਨਿਮੰਤਰਣ ਭੇਜ ਦਿੱਤਾ। ਬ੍ਰਾਹਮਣ ਦੇਵਤਾ ਜੀ ਪਹੁੰਚ ਗਏ। ਰਾਜੇ ਨੇ ਪਹਿਲਾਂ ਸਾਰੇ ਬ੍ਰਾਹਮਣਾਂ ਦੇ ਚਰਨ ਧੋਤੇ, ਚਰਨ ਧੋ ਕੇ ਜਥਾਯੋਗ ਆਸਣ ਦਿੱਤੇ, ਉਹਨਾਂ ਨੂੰ ਭੋਜਨ ਵਰਤਾਇਆ, ਜਥਾਯੋਗ ਮਾਇਆ ਦਾ ਦਾਨ ਕੀਤਾ। ਬ੍ਰਾਹਮਣ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਵਿਪਰ ਰਾਜਨ ਅਸੀਂ ਤੇਰੇ ਤੇ ਬਹੁਤ ਪ੍ਰਸੰਨ ਹਾਂ, ਮੰਗ ਸਾਤੋਂ ਕੀ ਮੰਗਦਾ ਹੈ? ਰਾਜਨ ਕਹਿਣ ਲੱਗਿਆ, ਮਹਾਰਾਜ ਮੇਰੀ ਇੱਕ ਜਗਿਆਸਾ ਹੈ, ਮੇਰੀ ਇੱਕ ਪ੍ਰਾਰਥਨਾ ਹੈ, ਮੇਰੀ ਇੱਕ ਬੇਨਤੀ ਹੈ। ਆ ਜਿਹੜਾ ਰਾਜ ਪਾਠ ਮੇਰਾ ਬਰਬਾਦ ਜਾ ਰਿਹਾ ਹੈ, ਤੁਹਾਡੇ ਕੋਲੇ ਜੋਤਿਸ਼ ਦੀ ਇੱਕ ਤਾਕਤ ਹੈ, ਜੋਤਿਸ਼ ਲਾ ਕੇ ਮਹਾਰਾਜ ਇਹ ਦੱਸੋ ਵੀ ਨਾਰਾਇਣ ਭਗਵਾਨ ਨੇ ਮੇਰੇ ਕਰਮਾਂ ਵਿੱਚ ਪੁੱਤਰ ਲਿਖਿਆ ਜਾਂ ਨਹੀਂ, ਮੇਰੇ ਕਰਮਾਂ ਵਿੱਚ ਪੁੱਤਰ ਦਾ ਮੁਖ ਦੇਖਣ ਨੂੰ ਲਿਖਿਆ ਜਾਂ ਨਹੀਂ ਲਿਖਿਆ ਹੈ। ਬ੍ਰਾਹਮਣਾਂ ਨੇ ਜੋਤਿਸ਼ ਲਾਉਣੀ ਸ਼ੁਰੂ ਕਰ ਦਿੱਤੀ। ਨਵੇਂ ਗ੍ਰਹਿਆਂ ਦੀ ਚਾਲ ਮਿਲਾ ਕੇ, ਭਿਰਗੂ ਜੀ ਤਾਕਤ ਮਿਲਾ ਕੇ ਬ੍ਰਾਹਮਣ ਦੇਵਤਾ ਕਹਿਣ ਲੱਗੇ, ਮਹਾਰਾਜ ਉਸ ਪਰਿਪੂਰਨ ਪਰਮਾਤਮਾ ਨੇ ਤੇਰੇ ਕਰਮਾਂ ਵਿੱਚ ਪੁੱਤਰ ਲਿਖਿਆ ਨਹੀਂ ਹੈ। ਬ੍ਰਾਹਮਣਾਂ ਦੇ ਵਚਨ ਸੁਣ ਕੇ ਰਾਜਾ ਉਦਾਸ ਹੋ ਗਿਆ, ਹੋਰ ਵੀ ਚਿੰਤਤ ਹੋ ਗਿਆ। ਰਾਜੇ ਉਦਾਸ ਨੂੰ ਦੇਖ ਕੇ ਵਿਪਰਗਣ ਕਹਿਣ ਲੱਗੇ, ਮਹਾਰਾਜ ਪਰ ਘਬਰਾਓ ਨਾ, ਤੁਸੀਂ ਬ੍ਰਾਹਮਣਾਂ ਦਾ ਸਤਿਕਾਰ ਕੀਤਾ ਹੈ, ਤੁਸੀਂ ਭਗਵਾਨ ਦੇ ਪਿਆਰੇ ਹੋ, ਤੁਹਾਡੀ ਸਮੱਸਿਆ ਦਾ ਇੱਕ ਸਮਾਧਾਨ ਦੱਸਦੇ ਹਾਂ। ਰਾਜਾ ਕਹਿੰਦਾ, ਮਹਾਰਾਜ ਇਸ ਸਮੱਸਿਆ ਦਾ ਕੋਈ ਸਮਾਧਾਨ ਹੈ ਕੋਈ ਤਰੀਕਾ, ਕੋਈ ਢੰਗ? ਉਹ ਕਹਿੰਦੇ, ਇੱਕ ਢੰਗ ਹੈ, ਇੱਕ ਤਰੀਕਾ ਹੈ। ਕੋਈ ਪੂਜਨੀਕ ਪੂਰਨ ਮਹਾਤਮਾ ਤੇਰੀ ਰਾਜਧਾਨੀ ਵਿੱਚ ਆਪਣੇ ਮੁਬਾਰਕ ਚਰਨ ਪਾ ਦੇਵੇ, ਔਰ ਤੂੰ ਜਾ ਕੇ ਉਹ ਸੰਤਾਂ ਦੀ ਸੇਵਾ ਵਿੱਚ ਜੁੜ ਜਾਵੇਂ, ਸੰਤ ਹੋ ਜਾਣ ਪ੍ਰਸੰਨ। ਜਿੱਦਣ ਸੰਤ ਤੇਰੇ ਤੇ ਪ੍ਰਸੰਨ ਹੋ ਗਏ, ਉਹਨਾਂ ਕੋਲੋਂ ਪੁੱਤਰ ਦੀ ਦਾਤ ਮੰਗ ਲਈ। ਕੇਵਲ ਤੇ ਕੇਵਲ ਸੰਸਾਰ ਵਿੱਚ ਸੰਤ ਜਨ ਨੇ ਜਿਹੜੇ ਪਰਮਾਤਮਾ ਦੀ ਲਿਖੀ ਹੋਈ ਨੂੰ ਮੋੜ ਦਿੰਦੇ ਨੇ, ਔਰ ਇਹਨਾਂ ਸੰਤਾਂ ਦੀ ਲਿਖੀ ਹੋਈ ਨੂੰ ਪਰਮਾਤਮਾ ਮੋੜਦਾ ਨਹੀਂ ਹੈ। ਰਾਜਾ ਬੜਾ ਪ੍ਰਸੰਨ ਹੋਇਆ। ਵਿਪਰਾਂ ਨੂੰ ਵਿਦਾ ਕਰਕੇ ਤਖਤ ਉੱਤੇ ਬੈਠ ਕੇ ਉਸ ਪਰਿਪੂਰਨ ਭਗਵਾਨ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਆਓ ਮਹਾਰਾਜ ਉਹ ਪੂਰਨ ਸੰਤ ਮਹਾਤਮਾ ਜਿਨ੍ਹਾਂ ਬਾਰੇ ਬ੍ਰਾਹਮਣ ਦੇਵਤਾ ਜ਼ਿਕਰ ਕਰਕੇ ਗਏ ਨੇ, ਮਹਾਰਾਜ ਭੇਜੋ, ਕਰੋ ਕਿਰਪਾ। ਰਾਜੇ ਦੀ ਜਿਹੜੀ ਬੇਨਤੀ ਸੀ ਭਗਵਾਨ ਨੇ ਸਵੀਕਾਰ ਕਰ ਲਈ। ਇੱਕ ਪੂਰਨ ਮਹਾਤਮਾ ਐਸ ਜਗਤ ਨੂੰ ਤਾਰਦੇ ਅੱਜ ਮਗਧਪੁਰੀ ਵਿਖੇ ਪਹੁੰਚ ਚੁੱਕੇ। ਜਦੋਂ ਆਏ ਉਹਨਾਂ ਨੇ ਬਾਗ ਵਿੱਚ ਆਸਣ ਲਾ ਲਏ। ਦੁਨੀਆ ਦੇ ਲੋਕ ਉਹਨਾਂ ਦੇ ਚਰਨ ਕਮਲਾਂ ਵਿੱਚ ਜਾ ਕੇ ਸੇਵਾ ਕਰਨ ਲੱਗੇ। ਰਾਜੇ ਨੂੰ ਪਤਾ ਲੱਗ ਗਿਆ ਵੀ ਮੇਰੀ ਰਾਜਧਾਨੀ ਵਿੱਚ ਇੱਕ ਪੂਰਨ ਮਹਾਤਮਾ ਦਾ ਆਉਣਾ ਹੋ ਗਿਆ ਹੈ। ਰਾਜਾ ਬੜਾ ਪ੍ਰਸੰਨ ਹੋਇਆ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣਾ ਤਾਜ ਸੀਸ ਉੱਤੋਂ ਉਤਾਰ ਕੇ, ਸਾਦੇ ਵਸਤਰ ਪਾ ਕੇ, ਗਲ ਵਿੱਚ ਪੱਲਾ ਪਾ ਕੇ, ਨੰਗੇ ਚਰਨਾਂ ਦੇ ਨਾਲ ਉਸ ਬਾਗ ਵੱਲ ਚੱਲ ਪਿਆ ਜਿੱਥੇ ਸੰਤ ਜਨ ਬੈਠੇ ਸੀ। ਆਪਣੀ ਮੰਜ਼ਲ ਨੂੰ ਤੈਅ ਕਰਕੇ ਜਦੋਂ ਸੰਤਾਂ ਦੇ ਚਰਨ ਕਮਲਾਂ ਵਿੱਚ ਜਾ ਕੇ ਪਹੁੰਚਿਆ ਔਰ ਡੰਡੌਤ ਪ੍ਰਣਾਮ ਕਰ ਰਿਹਾ ਹੈ, ਰਿਸ਼ੀਆਂ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਨਮਸਕਾਰ ਕਰ ਰਿਹਾ ਹੈ, ਸੰਤਾਂ ਦੀ ਨਦਰ ਪਈ। ਜਦੋਂ ਨਦਰ ਪਈ, ਸੰਤ ਜਨ ਪੁੱਛਦੇ ਨੇ, ਆਓ ਰਾਜਨ ਕਿਵੇਂ ਆਉਣਾ ਹੋਇਆ?
ਕਿਵੇਂ ਦਰਸ਼ਨ ਦਿੱਤੇ ਨੇ। ਆਓ ਜਿਵੇਂ ਹੁਣ ਸੰਤ ਜਨ ਪੁੱਛਦੇ ਨੇ, ਹੁਣ ਰਾਜਾ ਭੁੱਬਾ ਮਾਰ ਕੇ ਸੰਤਾਂ ਦੇ ਚਰਨਾਂ ਉੱਤੇ ਜਿਵੇਂ ਢਹਿ ਢੇਰੀ ਹੁੰਦਾ ਹੈ, ਆਂਦਾ ਮਹਾਰਾਜ ਆ ਰਾਜਧਾਨੀ ਦਾ ਮਾਲਕ ਮੈਂ ਆ, ਮੇਰੇ ਘਰੇ 2 ਰਾਣੀਆਂ ਨੇ, ਮੈਂ ਬ੍ਰਾਹਮਣ ਬੁਲਾਏ, ਮੇਰੇ ਘਰੇ ਕੋਈ ਬੱਚਾ ਨਹੀਂ ਪੈਦਾ ਹੁੰਦਾ। ਬ੍ਰਾਹਮਣਾਂ ਨੇ ਹੁਕਮ ਦਿੱਤਾ ਹੈ ਕੋਈ ਪੂਜਨੀਕ ਮਹਾਤਮਾ ਤੇਰੇ ਤੇ ਕਿਰਪਾ ਕਰ ਸਕਦਾ ਹੈ। ਮਹਾਰਾਜ ਉਹ ਕਿਰਪਾ ਕਰਨ ਵਾਲੇ ਤੁਸੀਂ ਹੋ, ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ ਦਿਓ। ਤੁਸੀਂ ਤਾਂ ਆਉਣੀ ਹੋ ਜਗਤ ਜਲੰਦੇ ਨੂੰ ਤਾਰਨ ਵਾਸਤੇ, ਮੈਂ ਤੁਹਾਡਾ ਅਹਿਸਾਨ ਇਸ ਜਨਮ ਕੀ ਭਾਵੇਂ ਕਿੰਨੇ ਜਨਮ ਲੈ ਲਾਂ ਮੈਂ ਭੁਲਾ ਨਹੀਂ ਸਕਦਾ ਹਾਂ। ਆਓ ਵੀ ਹੁਣ ਸੰਤਾਂ ਦੇ ਚਰਨਾਂ ਵਿੱਚ ਢਹਿ ਢੇਰੀ ਹੋ ਕੇ ਰਾਜਾ ਬਿਰਧ ਰਥ ਇੱਕ ਪੁੱਤਰ ਦੀ ਦਾਤ ਉਹਨਾਂ ਸੰਤਾਂ ਦੇ ਚਰਨ ਕਮਲਾਂ ਵਿੱਚੋਂ ਜਿਵੇਂ ਮੰਗਦਾ ਹੈ, ਆਓ ਉਸ ਵੇਲੇ ਦੀ ਕਾਬਨੂਕ ਵੀ ਸ਼੍ਰੀ ਅਥਾਹੇ ਇਉਂ ਕਹਿ ਰਿਹਾ ਜੀ। ਰਾਮ ਬਧਾਵੇ ਸੋ ਬਦੇ, ਬਲ ਕਰ ਬਦੇ ਨ ਕੋਏ। ਬਲ ਕਰ ਰਾਵਣ ਬਦ ਗਿਆ, ਸਿਨ ਮੈਂ ਦੀਆ ਖੋਏ। ਆ ਸੰਤਾਂ ਦੇ ਚਰਨੀ ਰਾਜਾ ਸੀਸ ਝੁਕਾਉਂਦਾ ਹੈ, ਮਿੱਠੇ ਮਿੱਠੇ ਬੋਲ ਵਾਸਤੇ ਦਿਲ ਤੋਂ ਪਾਉਂਦਾ ਹੈ, ਮਿੱਠੇ ਮਿੱਠੇ ਬੋਲ ਵਾਸਤੇ ਦਿਲ ਤੋਂ ਪਾਉਂਦਾ ਹੈ। ਦਰਸ਼ਨ ਹੋ ਗਏ ਥੋੜੇ ਧਨ ਨੇ ਭਾਗ ਹਮਾਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜ਼ਾਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜ਼ਾਰੇ ਜੀ। ਮਗਧਪੁਰੀ ਦਾ ਰਾਜਾ ਥੋੜੀ ਕਿਰਪਾ ਭਾਰੀ ਹੈ, ਨਾ ਮਾਇਆ ਦਾ ਘਾਟਾ ਉੱਚੀ ਸ਼ਾਨ ਹਮਾਰੀ ਹੈ, ਨਾ ਮਾਇਆ ਦਾ ਘਾਟਾ ਉੱਚੀ ਸ਼ਾਨ ਹਮਾਰੀ ਹੈ। ਕੋਹਾਂ ਦੇ ਵਿੱਚ ਭੂਮੀ ਪੱਕੇ ਮਹਿਲ ਮਨਾਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜ਼ਾਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜ਼ਾਰੇ ਜੀ। 2 ਰਾਣੀਆਂ ਘਰ ਮੇਂ ਕੋਈ ਹੋਇਆ ਪੁੱਤਰ ਨਾ, 2 ਰਾਣੀਆਂ ਘਰ ਮੇਂ ਕੋਈ ਹੋਇਆ ਪੁੱਤਰ ਨਾ। ਔਤ ਕਹਾਂ ਮਾਂ ਜਗ ਤੇ ਇਹ ਸ਼ਬਦਾਂ ਦਾ ਉੱਤਰ ਨਾ, ਔਤ ਕਹਾਂ ਮਾਂ ਜਗ ਤੇ ਇਹ ਸ਼ਬਦਾਂ ਦਾ ਉੱਤਰ ਨਾ। ਦਾਨ ਦਕਸ਼ਣਾ ਦੇ ਕੇ ਕੀਤੇ ਕਈ ਭੰਡਾਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜ਼ਾਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜ਼ਾਰੇ ਜੀ। ਰਾਜ ਪਾਟ ਬਰਬਾਦ ਜਾਊਗਾ ਰਹਿਣਾ ਬੰਸ ਨਹੀਂ, ਜੋ ਤਿਸੇ ਬਤਲਾਵੇ ਤੇਰੇ ਕਰਮੀ ਅੰਸ ਨਹੀਂ, ਜੋ ਤਿਸੇ ਬਤਲਾਵੇ ਤੇਰੇ ਕਰਮੀ ਅੰਸ ਨਹੀਂ। ਬਿਨ ਭਾਗਾਂ ਤੋਂ ਪੁੱਤਰ ਮਿਲਦੇ ਨਹੀਂ ਪਿਆਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜ਼ਾਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜ਼ਾਰੇ ਜੀ। ਕਰ ਦੋ ਕਿਰਪਾ ਸੁਆਮੀ ਮੇਰੀ ਵਿਪਤਾ ਹਰ ਦੇਵੋ, ਭਾਗਹੀਣ ਦੇ ਕਰਮ ਦੇ ਵਿੱਚ ਪੁੱਤਰ ਭਰ ਦੇਵੋ, ਭਾਗਹੀਣ ਦੇ ਕਰਮ ਦੇ ਵਿੱਚ ਪੁੱਤਰ ਭਰ ਦੇਵੋ। ਨਾ ਮੈਂ ਸਾਨ ਪਲਾਵਾਂ ਆਵਾਂ ਨਿਤ ਦਵਾਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜ਼ਾਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜ਼ਾਰੇ ਜੀ। ਕਰਮ ਦੇ ਵਿੱਚ ਪੁੱਤਰ ਮੇਰੇ ਲਿਖੋ ਲਿਖਾਰੀ ਜੀ,
ਕਰਮਾਂ ਦੇ ਵਿੱਚ ਪੁੱਤਰ ਮੇਰੇ ਲਿਖੋ ਲਿਖਾਰੀ ਜੀ, ਲਿਖੀ ਮੋੜਦਾ ਸੰਤਾਂ ਦੀਨਾ ਕ੍ਰਿਸ਼ਨ ਮੁਰਾਰੀ ਜੀ, ਲਿਖੀ ਮੋੜਦਾ ਸੰਤਾਂ ਦੀਨਾ ਕ੍ਰਿਸ਼ਨ ਮੁਰਾਰੀ ਜੀ। ਲਿਖੀ ਹਰੀ ਦੀ ਮੋੜੋਂ ਜਾਮ ਮੈਂ ਬਲਿਹਾਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜਾਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜਾਰੇ ਜੀ। ਵੇਦ ਗ੍ਰੰਥ ਪੁਰਾਣ ਤਾਹੀ ਮਹਿਮਾ ਗਾਉਂਦੇ ਨੇ, ਰੂਪ ਰੱਬ ਦਾ ਸਾਧੂ ਜਿਹੜੇ ਨਾਮ ਤੇ ਆਉਂਦੇ ਨੇ, ਰੂਪ ਰੱਬ ਦਾ ਸਾਧੂ ਜਿਹੜੇ ਨਾਮ ਤੇ ਆਉਂਦੇ ਨੇ। ਨਜ਼ਰਾਂ ਪਾ ਕੇ ਤੁਸੀਂ ਤਾਰ ਤੇ ਕਈ ਹਜ਼ਾਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜਾਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜਾਰੇ ਜੀ। ਓੰਕਾਰ ਨੂੰ ਸਾਰ ਨਾ ਕੋਈ ਲਿਖਣੇ ਗਾਉਣੇ ਦੀ, ਇਹ ਵੀ ਕਿਰਪਾ ਥੋੜੀ ਹੱਥ ਵਿੱਚ ਕਲਮ ਫੜਾਉਣੇ ਦੀ, ਇਹ ਵੀ ਕਿਰਪਾ ਥੋੜੀ ਹੱਥ ਵਿੱਚ ਕਲਮ ਫੜਾਉਣੇ ਦੀ। ਸ਼ਿਵ ਧਾਮ ਗੁਰੂਦੇਵ ਜਿਨ੍ਹਾਂ ਦੇ ਖੇਲ ਨਿਆਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜਾਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜਾਰੇ ਜੀ। ਸੰਤਾਂ ਦੇ ਚਰਨ ਕਮਲਾਂ ਵਿੱਚ ਬੈਠ ਕੇ ਰਾਜੇ ਨੇ ਪੁੱਤਰ ਦੀ ਦਾਤ ਮੰਗੀ। ਅਰਜ਼ ਕਰਦਾ ਮਹਾਰਾਜ, ਮੈਂ ਤਾਂ ਇਹ ਸੁਣਿਆ ਸੰਤ ਰੱਬ ਦੇ ਪਿਆਰੇ ਜੰਗਲਾਂ ਵਿੱਚ ਮੰਗਲ ਲਾ ਦਿੰਦੇ ਨੇ, ਜਿੱਥੇ ਆਪ ਚਰਨ ਟਿਕਾਉਂਦੇ ਹੋ ਮਹਾਰਾਜ ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ ਹੈ। ਮਹਾਰਾਜ ਅਨੰਤਾਂ ਹੀ ਖੇਲਾਂ ਨੇ ਸੰਤਾਂ ਦੀਆਂ ਜਗਤ ਉੱਤੇ, ਆਪ ਉਹ ਪੂਰਨ ਮਹਾਤਮਾ ਹੋ ਔਰ ਮਹਾਰਾਜ ਮੇਰੇ ਉੱਤੇ ਆਪ ਕਿਰਪਾ ਕਰਕੇ ਮੈਨੂੰ ਪੁੱਤਰ ਵਾਲਾ ਕਰ ਦੇਵੋ। ਮੈਂ ਮਗਧਪੁਰੀ ਦਾ ਭਾਵੇਂ ਰਾਜਾ, ਪਰ ਇਸ ਵੇਲੇ ਮਹਾਰਾਜ ਮੇਤੋਂ ਗਰੀਬ ਮੇਤੋਂ ਨੀਮਾ ਝਾਣਾ ਸੰਸਾਰ ਵਿੱਚ ਕੋਈ ਨਹੀਂ ਹੈ, ਕਿਉਂਕਿ ਸਿਆਣੇ ਲੋਕ ਕਹਿੰਦੇ ਨੇ ਜਿਹਦੇ ਘਰੇ ਬਾਲ ਨਹੀਂ ਹੈ, ਜਿਹਦੇ ਘਰੇ ਲਾਲ ਨਹੀਂ ਹੈ, ਉਹ ਸੰਸਾਰ ਵਿੱਚੋਂ ਸਭ ਤੋਂ ਹੀਣਾ ਪੁਰਸ਼ ਹੈ। ਪਰ ਮਹਾਰਾਜ ਮੈਨੇ ਇਹ ਵੀ ਸੁਣਿਆ ਵੀ ਜਿਹੜੇ ਸੰਤ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਨੇ, ਜੇ ਉਹਨਾਂ ਦੇ ਚਰਨਾਂ ਵਿੱਚ ਨਿਮਾਣਾ ਬਣ ਕੇ ਪੁਰਸ਼ ਆ ਜਾਵੇ, ਨੀਮਾ ਹੋ ਕੇ ਆ ਜਾਵੇ, ਲਾਲ ਕੀ ਪਦਾਰਥ ਕੀ ਸੰਤਾਂ ਕੋਲੇ ਮੁਕਤ ਪਦਾਰਥ ਬਖਸ਼ ਦਿੰਦੇ ਨੇ ਸੰਤ ਜਨ। ਮਹਾਰਾਜ ਪਰ ਮੇਰੇ ਤੇ ਕਿਰਪਾ ਕਰੋ। ਦੋ ਰਾਣੀਆਂ ਘਰ ਮੇ ਕੋਈ ਹੋਇਆ ਪੁੱਤਰ ਨਾ, ਔਤ ਕਹਾਵਾਂ ਜਗ ਤੇ ਇਹ ਸ਼ਬਦਾਂ ਦਾ ਉਤਰਨਾ। ਦਾਨ ਦਕਸ਼ਣਾ ਦੇ ਕੇ ਕੀਤੇ ਕਈ ਭੰਡਾਰੇ ਜੀ, ਦਾਤ ਪੁੱਤਰ ਦੀ ਦੇ ਦੋ ਰਾਜਾ ਅਰਜ ਗੁਜਾਰੇ ਜੀ। ਸਵਾਮੀ ਜੀ ਮੈਂ ਬਹੁਤ ਦਾਨ ਦਕਸ਼ਣਾ ਦੇ ਕੇ ਭੰਡਾਰੇ ਕੀਤੇ, ਪਰ ਮੇਰਾ ਸਾਰਾ ਦਾਨ ਦਕਸ਼ਣਾ ਸਾਰਾ ਨੇ ਫਲ ਗਿਆ, ਮੈਨੂੰ ਪੁੱਤਰ ਦੀ ਪ੍ਰਾਪਤੀ ਨਾ ਹੋਈ। ਰਾਜਨ ਦੇ ਬਚਨ ਸੁਣ ਕੇ ਸੰਤ ਕਹਿਣ ਲੱਗੇ, ਰਾਜਨ ਪੁੱਤਰ ਚਾਹੀਦਾ ਹੈ? ਹਾਂ ਮਹਾਰਾਜ। ਕਹਿੰਦੇ ਪੁੱਤਰ ਤਾਂ ਮਿਲ ਜੂਗਾ। ਸੰਤਾਂ ਦੇ ਦਰਬਾਰ ਤੇ ਜੋ ਸਵਾਲੀ ਬਣ ਕੇ ਆ ਗਿਆ ਉਹ ਕਦੇ ਖਾਲੀ ਨਹੀਂ ਗਿਆ ਹੈ, ਪਰ ਤੈਂ ਮੰਗ ਲਈ ਸਭ ਤੋਂ ਅਨਮੋਲਕ ਵਸਤੂ। ਇਹ ਜਿਹੜੀ ਅਮੋਲਕ ਚੀਜ਼ ਤੈਂ ਮੰਗੀ ਹੈ ਰਾਜਨ, ਪਦਾਰਥ ਮਿਲ ਜੂ, ਪਰ ਇਹਦੀ ਭੇਟਾ ਦੇਣੀ ਪਊਗੀ। ਰਾਜਾ ਕਹਿੰਦਾ ਮਹਾਰਾਜ ਤੁਹਾਡੀ ਬਹੁਤ ਕਿਰਪਾ ਹੈ, ਰਾਜ ਪਾਠ ਮਾਇਆ ਨਾਲ ਭੰਡਾਰੇ ਭਰਪੂਰ ਹੋਏ ਪਏ ਨੇ, ਜਿੰਨੀ ਮਾਇਆ ਕਹੋ ਮਹਾਰਾਜ ਮੈਂ ਤੁਹਾਡੇ ਚਰਨਾਂ ਵਿੱਚ ਢਹਿ ਢੇਰੀ ਕਰ ਦੇਵਾਂ, ਜਿੰਨੀ ਮਾਇਆ ਕਹੋ ਮਹਾਰਾਜ ਜਿੱਥੇ ਕਹੋ ਮੈਂ ਦਾਨ ਵਿੱਚ ਲਾ ਦੇਵਾਂ। ਸੰਤ ਕਹਿੰਦੇ ਰਾਜਨ ਮਾਇਆ ਨਾਲ ਪੁੱਤਰ ਨਹੀਂ ਮਿਲਦੇ, ਮਾਇਆ ਨਾਲ ਪਦਾਰਥ ਨਹੀਂ ਮਿਲਦੇ, ਮਾਇਆ ਨਾਲ ਸਤ ਸੰਗ ਨਹੀਂ ਮਿਲਦਾ, ਮਾਇਆ ਨਾਲ ਸੰਤ ਨਹੀਂ ਮਿਲਦੇ, ਮਾਇਆ ਨਾਲ ਸਿਮਰ ਨਹੀਂ ਮਿਲਦਾ। ਉਹ ਭੋਲੇ ਉਹ ਤਾਂ ਕੁਛ ਹੋਰ ਵਸਤੂ ਹੈ। ਰਾਜਾ ਕਹਿੰਦਾ ਮਹਾਰਾਜ ਆ ਜਿਹੜਾ ਮੇਰਾ 5 ਤੱਤਾਂ ਦਾ ਭੌਤਿਕ ਸਰੀਰ ਹੈ, ਫਿਰ ਮੈਂ ਤੁਹਾਡੇ ਚਰਨਾਂ ਵਿੱਚ ਸਦਾ ਵਾਸਤੇ ਇਹਨੂੰ ਸੇਵਾ ਵਿੱਚ ਲਾ ਦਿੰਨਾ ਹੈ। ਸੰਤਾਂ ਦੇ ਨਹੀਂ, ਇਹ ਤਾਂ ਮਿੱਟੀ ਦਾ ਭਾਂਡਾ ਹੈ, ਅਸੀਂ ਇਹਦੀ ਰਾਖੀ ਕਰਾਂਗੇ ਜਾਂ ਸਿਮਰਨ ਕਰਾਂਗੇ, ਇਹ ਵੀ ਸੌਦਾ ਮਨਜ਼ੂਰ ਨਹੀਂ। ਰਾਜਾ ਕਹਿੰਦਾ ਮਹਾਰਾਜ ਮਾਇਆ ਤਾਂ ਤੁਸੀਂ ਨਹੀਂ ਲੈਂਦੇ,
ਸਰੀਰ ਤੋਂ ਇਨਕਾਰ ਕਰ ਦਿੱਤਾ। ਹੋਰ ਤਾਂ ਕੋਈ ਅਨਮੋਲਕ ਵਸਤੂ ਹੈ ਹੀ ਨਹੀਂ, ਸੰਤਾਂ ਦੇ ਹੈ। ਹਰ ਇੱਕ ਨਾਰੀ ਕੋਲੇ, ਹਰ ਇੱਕ ਪੁਰਸ਼ ਕੋਲੇ ਹੈ। ਕੋਈ ਆਪਣੇ ਗੁਰੂ ਨੂੰ, ਸੰਤਾਂ ਨੂੰ ਦੇਵੇ ਚਾਹੇ ਨਾ ਦੇਵੇ। ਰਾਜਨ ਕਹਿੰਦਾ ਮਹਾਰਾਜ ਕਿਰਪਾ ਕਰੋ, ਦੱਸੋ ਉਹ ਕਿਹੜਾ ਅਨਮੋਲਕ ਪਦਾਰਥ ਹੈ, ਮੈਂ ਤੁਹਾਨੂੰ ਭੇਟਾ ਕਰ ਦੇਵਾਂ ਤੇ ਮੈਨੂੰ ਪੁੱਤਰ ਮਿਲ ਜੇ। ਇਸ ਬਾਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ, ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੰਤ ਕਹਿੰਦੇ ਰਾਜਨ ਮਾਇਆ ਪਦਾਰਥ ਨਹੀਂ ਸੰਤ ਮੰਗਦੇ ਦੁਨੀਆ ਕੋਲੋਂ। ਆ ਮਨ ਦੀ ਭੇਟਾ ਕਰੀ ਸੀ ਰਾਜੇ ਜਨਕ ਨੇ ਅਸ਼ਟਾਵਕਰ ਜੀ ਨੂੰ, ਵਿਵੇਕ ਗਿਆਨ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ। ਜੇ ਤੂੰ ਆਪਣਾ ਮਨ ਅੱਜ ਸੰਤਾਂ ਨੂੰ ਭੇਟਾ ਕਰ ਦੇਵੇਂ, ਤੈਨੂੰ ਵੀ ਪੁੱਤਰ ਦੀ ਪ੍ਰਾਪਤੀ ਹੋ ਜਾਵੇਗੀ। ਰਾਜਾ ਕਹਿੰਦਾ ਮਹਾਰਾਜ ਅੱਜ ਤੋਂ ਮੇਰਾ ਮਨ ਥੋੜਾ ਹੋ ਚੁੱਕਿਆ, ਇਹਦੇ ਉੱਤੇ ਥੋੜਾ ਹੁਕਮ ਹੋਵੇਗਾ। ਸੰਤ ਕਹਿੰਦੇ ਬਿਲਕੁਲ ਠੀਕ ਹੈ, ਇਹ ਮਨ ਸਾਡਾ ਹੋ ਗਿਆ, ਜਿੱਧਰ ਜਿੱਧਰ ਇਹਨੂੰ ਅਸੀਂ ਮੋੜਾਂਗੇ ਇਹਦੀ ਬਾਂਗ ਹੁਣ ਸਾਡੇ ਹੱਥ ਵਿੱਚ ਹੈ। ਰਾਜਨ ਕਹਿਣ ਲੱਗਿਆ ਮਹਾਰਾਜ ਮੈਨੂੰ ਹੁਕਮ ਦਿਓ, ਮੈਂ ਹੁਣ ਸੇਵਾ ਕੀ ਕਰਾਂ। ਸੰਤਾਂ ਦੇ ਪੂਰੇ 41 ਦਿਨ ਸੰਗਤ ਦੀ ਸੇਵਾ ਕਰਨੀ ਹੈ, ਸੰਤਾਂ ਦੇ ਦਰ ਦੀ ਸੇਵਾ ਕਰਨੀ ਹੈ। ਮੋਹ ਮਾਇਆ ਛੱਡ ਕੇ 5 ਤੱਤਾਂ ਤੋਂ ਨਿਰਲੇਪ ਹੋ ਕੇ ਸੰਗਤ ਦੀ ਸੇਵਾ ਵਿੱਚ ਜੁੜ ਜਾ। 41 ਦਿਨ ਦਾ ਹੁਕਮ ਦੇ ਦਿੱਤਾ ਸੰਤਾਂ ਨੇ। ਔਰ ਤੁਰਦੇ ਰਾਜਨ ਨੂੰ ਕਹਿਣ ਲੱਗੇ ਸੰਤ ਰਾਜਨ 41 ਦਿਨਾਂ ਬਾਅਦ ਤੇਰੀ ਸੇਵਾ ਭਗਵਾਨ ਦੇ ਦਰ ਉੱਤੇ ਪਹੁੰਚੇਗੀ। ਜਿਹੜਾ ਹੁਕਮ ਹੋਵੇਗਾ ਭਗਵਾਨ ਦਾ ਸਾਨੂੰ, ਉਹ ਫਿਰ ਤੈਨੂੰ ਉਚਾਰਨ ਕਰਾਂਗੇ। ਰਾਜਨ ਕਹਿੰਦਾ ਮਹਾਰਾਜ ਸਤ ਬਚਨ। ਰਾਜਧਾਨੀ ਵਿੱਚ ਚਲਿਆ ਗਿਆ। ਦੂਜੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਸੰਤਾਂ ਦੀ ਸੇਵਾ ਵਿੱਚ ਪਹਿਲੇ ਦਿਨ ਆ ਕੇ ਸੇਵਾ ਵਿੱਚ ਜੁੜ ਗਿਆ। ਸੇਵਾ ਜਿਉਂ ਰਾਜਨ ਕਰਦਾ ਉਹਦਾ ਮਨ ਭਿੱਜਦਾ ਜਾ ਰਿਹਾ ਹੈ। ਦੂਜੇ ਦਿਨ ਆ ਕੇ ਫਿਰ ਸੇਵਾ ਵਿੱਚ ਹਾਜ਼ਰ ਹੋਇਆ। ਗਿਣਤੀ ਨਾਲ 40 ਦਿਨ ਰਾਜਨ ਨੇ ਸੰਤਾਂ ਦੀ ਸੰਗਤ ਦੀ ਸੇਵਾ ਕੀਤੀ। 40ਵੇਂ ਦਿਨ ਜਾ ਕੇ ਭਗਵਾਨ ਦੇ ਦਰ ਉੱਤੇ ਰਾਜਨ ਦੀ ਸੇਵਾ ਮਨਜ਼ੂਰ ਹੋ ਗਈ। ਸੰਤਾਂ ਨੂੰ ਆਵਾਜ਼ ਆਈ, ਹੇ ਸੰਤ ਜੀ ਆ ਜਿਹੜਾ ਰਾਜਾ ਤੁਹਾਡੇ ਦਰ ਉੱਤੇ ਸੇਵਾ ਕਰ ਰਿਹਾ ਹੈ, ਇਸ ਰਾਜੇ ਦੀ ਸੇਵਾ ਮਨਜ਼ੂਰ ਹੈ। ਜੋ ਇਸ ਰਾਜੇ ਨੂੰ ਚਾਹੀਦਾ ਉਹ ਪਦਾਰਥ ਇਹਨੂੰ ਬਖਸ਼ੋ। ਸੰਤ ਭਗਵਾਨ ਦੀ ਬਾਣੀ ਸੁਣ ਕੇ ਪ੍ਰਸੰਨ ਹੋ ਗਏ। 41ਵੇਂ ਦਿਨ ਆ ਕੇ ਰਾਜਾ ਫਿਰ ਸੇਵਾ ਵਿੱਚ ਜੁੜ ਗਿਆ। ਜਦੋਂ ਆਗਿਆ ਲੈਣ ਲੱਗਿਆ ਰਾਜਾ, ਸੰਤ ਕਹਿੰਦੇ ਰਾਜਨ ਜੇ ਤੈਨੂੰ ਅਸੀਂ ਅੱਜ ਹੁਕਮ ਦਈਏ ਵੀ ਤੈਂ ਰਾਜਧਾਨੀ 'ਚ ਜਾਣਾ ਨਹੀਂ ਹੈ, ਤੇਰਾ ਕੀ ਵਿਚਾਰ ਹੈ। ਰਾਜਾ ਕਹਿੰਦਾ ਮਹਾਰਾਜ ਮਨ ਤਾਂ ਤੁਹਾਡੇ ਚਰਨ ਕਮਲਾਂ 'ਚ ਢਹਿ ਢੇਰੀ ਕਰ ਦਿੱਤਾ। ਜਿੱਥੇ ਮਹਾਰਾਜ ਹੁਕਮ ਕਰੋਗੇ ਮੈਂ ਉੱਥੇ ਆਸਣ ਲਾ ਲਵਾਂਗਾ। ਰਾਜਨ ਕਹਿੰਦਾ ਮਹਾਰਾਜ ਜੇ ਸਾਰੀ ਜ਼ਿੰਦਗੀ ਕਹੋ ਮਹਿਲਾਂ ਵੱਲ ਮੁੱਖ ਵੀ ਨਹੀਂ ਕਰਨਾ, ਮਹਾਰਾਜ ਮੈਂ ਫਿਰ ਵੀ ਤੁਹਾਡੇ ਚਰਨ ਕਮਲਾਂ ਵਿੱਚ ਲੱਖਾਂ ਹੀ ਸ਼ੁਕਰਾਨਾ ਕਰਕੇ ਸੇਵਾਦਾਰ ਬਣ ਕੇ ਰਹੂੰਗਾ। ਸੰਤ ਅਤੀ ਪ੍ਰਸੰਨ ਹੋ ਗਏ। ਉਹ ਕਹਿੰਦੇ ਤੇਰੀ ਸੇਵਾ ਭਗਵਾਨ ਦੇ ਦਰ 'ਤੇ ਵੀ ਮਨਜ਼ੂਰ ਹੋ ਗਈ, ਸਾਡੇ ਦਰ 'ਤੇ ਵੀ ਮਨਜ਼ੂਰ ਹੋ ਗਈ। ਲੈ ਅੱਜ ਮੰਗ ਕੀ ਮੰਗਦਾ ਤੂੰ? ਅਸੀਂ ਤੇਰੇ ਦਰਬਾਰ ਰਾਜਧਾਨੀ ਦੇ ਮਾਲਕ ਨਹੀਂ ਬਣਨਾ ਚਾਹੁੰਦੇ। ਜੋ ਤੂੰ ਅੱਜ ਮੰਗੇਗਾ ਉਹ ਤੈਨੂੰ ਦੇ ਕੇ ਤੋਰਾਂਗੇ। ਮੰਗ ਤੇਰੀ ਕੀ ਹੈ? ਰਾਜਾ ਕਹਿੰਦਾ ਮਹਾਰਾਜ ਅੱਜ ਤੋਂ 41ਵੇਂ ਦਿਨ ਪਹਿਲਾਂ ਮੈਂ ਤੁਹਾਡੀ ਸ਼ਰਨ 'ਚ ਆਇਆ ਸੀ ਇੱਕ ਆਸ਼ਾ ਲੈ ਕੇ, ਮੈਨੂੰ ਪੁੱਤਰ ਦਿਓ। ਪਰ ਉਹ ਆਸ਼ਾ ਮਹਾਰਾਜ ਨਿਰਾਸ਼ਾ ਵਿੱਚ ਹੋ ਗਈ। ਉਹਦਾ ਕਾਰਨ ਇਹ ਹੈ 41 ਦਿਨ ਸੇਵਾ ਕਰਕੇ ਮਹਾਰਾਜ ਮੇਰਾ ਮਨ ਭਿੱਜ ਗਿਆ, ਮੈਨੂੰ ਹੁਣ ਜਗਿਆਸਾ ਵੀ ਨਹੀਂ ਰਹੀ। ਸੰਤ ਕਹਿੰਦੇ ਨਹੀਂ, ਦੁਨੀਆ ਦੇ ਲੋਕ ਆਖਣਗੇ ਸੰਤਾਂ ਨੇ 41 ਦਿਨਾਂ ਦੀ ਸੇਵਾ ਵਿੱਚ ਰਾਜਾ ਲਾਇਆ ਸੀ ਔਰ ਪੁੱਤਰ ਦਿੱਤਾ ਨਹੀਂ ਹੈ। ਪੁੱਤਰ ਮੰਗ ਤੈਨੂੰ ਅਸੀਂ ਪੁੱਤਰ ਦੇਵਾਂਗੇ। ਸੰਤ ਕਹਿੰਦੇ ਅੱਜ ਤਾਂ ਤੇਰੇ ਉੱਤੇ ਇੰਨਾ ਪ੍ਰਸੰਨ ਹੋ ਗਏ ਸੰਤ ਜਨ, ਜੇ ਤੂੰ ਇਹ ਕਹੇ ਵੀ ਮਹਾਰਾਜ ਇੰਦਰ ਦਾ ਆਸਣ ਮੈਨੂੰ ਦਿਓ, ਇੰਦਰ ਨੂੰ ਉਠਾ ਦਈਏ ਤੇਰੀ ਖਾਤਰ, ਤੈਨੂੰ ਇੰਦਰ ਆਸਣ ਉੱਤੇ ਬਿਠਾ ਕੇ ਇੰਦਰ ਬਣਾ ਦਈਏ। ਜੇ ਤੂੰ ਕਹੇ ਤੈਨੂੰ ਜਨਮਾਂ ਜਨਮਾਂ ਦਾ ਰਾਜਾ ਬਣਾ ਦਈਏ। ਜੇ ਤੂੰ ਰਾਜਾ ਕਹੇ ਤੈਨੂੰ 3 ਲੋਕ ਦਾ ਰਾਜ ਦੇ ਕੇ ਤਰਲੋਕੀ ਨਾਥ ਬਣਾ ਦਈਏ। ਰਾਜਾ ਕਹਿੰਦਾ ਮਹਾਰਾਜ ਨਾ ਤਾਂ ਮੈਨੇ ਇੰਦਰ ਬਣਨਾ, ਨਾ ਮੈਂ ਜਨਮ ਜਨਮ ਦਾ ਰਾਜਾ ਬਣਨਾ, ਨਾ ਮੈਂ ਤਰਲੋਕੀ ਨਾਥ ਬਣਨਾ। ਬਸ ਮੇਰੀ ਤਾਂ ਇੱਛਾ ਇਹ ਸੀ ਇੱਕ ਲਾਲ ਹੋ ਜੇ, ਆ ਦੁਨੀਆ ਉੱਤੇ ਨਾਮ ਰਹਿ ਜਾਵੇ। ਇਹੋ ਮੇਰੀ ਇੱਕ ਮੰਗ ਹੈ। ਹੁਣ ਲਓ ਹੁਣ ਖੁਸ਼ੀ ਵਿੱਚ ਆ ਕੇ ਸੰਤ ਜਨ ਰੱਬ ਦੇ ਪਿਆਰੇ ਕੀ ਆਂਦੇ ਨੇ, ਰਾਜਨ ਪੁੱਤਰ ਤਾਂ ਦੁਨੀਆ ਦੇ ਲੋਕਾਂ ਦੇ ਹੋਣਗੇ ਹੁੰਦੇ ਨੇ, ਪਰ ਜਿਹੜਾ ਪੁੱਤਰ ਤੇਰੇ ਘਰੇ ਹੋਊਗਾ ਨਾ ਉਹ 3 ਲੋਕਾਂ ਵਿੱਚੋਂ ਮਹਾਬਲੀ ਹੋਊਗਾ।
ਉਹਨੂੰ ਜਿੱਤਣ ਵਾਲਾ ਕੋਈ ਨਹੀਂ ਹੋਊਗਾ, ਬੜਾ ਬਲ ਧਾਰੀ ਹੋਊਗਾ। ਦਾਨ ਦਕਸ਼ਣਾ ਕਰਨਾ ਤੈਨੇ, ਭਜਨ ਪਾਠ ਕਰਨਾ ਹੈ, ਔਰ ਇਸ ਬਾਤ ਦਾ ਰਤਾ ਵੀ ਹੰਕਾਰ ਨਹੀਂ ਕਰਨਾ ਵੀ ਮੇਰੇ ਘਰੇ ਇੱਕ ਮਹਾਬਲੀ ਪੁੱਤਰ ਪੈਦਾ ਹੋਊਗਾ। ਨਹੀਂ, 41 ਦਿਨ ਦੀ ਸੇਵਾ ਤੇਰੀ ਨੇ ਫਲ ਜਾਊਗੀ। ਆਓ ਹੁਣ ਮਹਾਤਮਾ ਜੀ ਖੁਸ਼ੀ ਵਿੱਚ ਆ ਕੇ ਉਸ ਰਾਜੇ ਨੂੰ ਦੇਖਾਂ ਭਲਾ ਪੁੱਤਰ ਦਾ ਵਰਦਾਨ ਹੈ ਇਉਂ ਦੇ ਰਹੇ ਨੇ ਜੀ। ਰਾਜਾ ਖੁਸ਼ ਤੈ ਕਰ ਲਿਆ ਸਾਧੂਆਂ ਨੂੰ ਸਾਧੂ, ਖੁਸ਼ ਤੇ ਖੁਸ਼ ਭਗਵਾਨ ਰਾਜਾ ਸਾਧੂ, ਖੁਸ਼ ਤੇ ਖੁਸ਼ ਭਗਵਾਨ ਰਾਜਾ। ਸਾਧੂ ਮੁਖ ਚੋਂ ਬਾਚਨਿਓ ਚਾਰ ਦੇ ਨੇ, ਸਾਧੂ ਮੁਖ ਚੋਂ ਬਾਚਨਿਓ ਚਾਰ ਦੇ ਨੇ, ਸਾਡੀ ਗੱਲ ਦਾ ਕਰੀ ਤੂੰ ਧਿਆਨ ਰਾਜਾ, ਸਾਡੀ ਗੱਲ ਦਾ ਕਰੀ ਤੂੰ ਧਿਆਨ ਰਾਜਾ। ਰਾਜਾ ਖੁਸ਼ ਤੈ ਕਰ ਲਿਆ ਸਾਧੂਆਂ ਨੂੰ ਸਾਧੂ, ਖੁਸ਼ ਤੇ ਖੁਸ਼ ਭਗਵਾਨ ਰਾਜਾ ਸਾਧੂ, ਖੁਸ਼ ਤੇ ਖੁਸ਼ ਭਗਵਾਨ ਰਾਜਾ। ਸਾਡੀ ਲਿਖੀ ਨੂੰ ਮੋੜਦਾ ਰਾਮ ਹੈ ਨੀ, ਸਾਡੀ ਲਿਖੀ ਨੂੰ ਮੋੜਦਾ ਰਾਮ ਹੈ ਨੀ, ਸੱਚ ਆਖਦੇ ਵੇਦ ਪੁਰਾਣ ਰਾਜਾ, ਸੱਚ ਆਖਦੇ ਵੇਦ ਪੁਰਾਣ ਰਾਜਾ। ਇਸ ਫਲ ਨੂੰ ਜਾਣੀ ਪ੍ਰਸਾਦ ਸਾਡਾ, ਇਸ ਫਲ ਨੂੰ ਜਾਣੀ ਪ੍ਰਸਾਦ ਸਾਡਾ, ਇਹਨੂੰ ਸਮਝਣਾ ਤੂੰ ਵਰਦਾਨ ਰਾਜਾ, ਇਹਨੂੰ ਸਮਝਣਾ ਤੂੰ ਵਰਦਾਨ ਰਾਜਾ। ਇੱਕ ਹੋਊਗਾ ਪੁੱਤ ਜ਼ਰੂਰ ਤੇਰੇ, ਜ਼ਰੂਰ ਤੇਰੇ, ਜ਼ਰੂਰ ਤੇਰੇ, ਇੱਕ ਹੋਊਗਾ ਪੁੱਤ ਜ਼ਰੂਰ ਤੇਰੇ, ਉਹਦੇ ਤੁਲ ਨਾ ਕੋਈ ਬਲਵਾਨ ਰਾਜਾ, ਉਹਦੇ ਤੁਲ ਨਾ ਕੋਈ ਬਲਵਾਨ ਰਾਜਾ। ਮਾਤ ਲੋਕ ਤੇ ਰੋਸ਼ਨੀ ਕਰੂ ਤੇਰੀ, ਮਾਤ ਲੋਕ ਤੇ ਰੋਸ਼ਨੀ ਕਰੂ ਤੇਰੀ, ਇਹੀ ਆਖਦਾ ਵਿਧੀ ਵੇ ਧਾਨ ਰਾਜਾ, ਇਹੀ ਆਖਦਾ ਵਿਧੀ ਵਿਧਾਨ ਰਾਜਾ। ਹਵਨ ਜਗ ਤੂੰ ਜਾਈ ਕੇ ਸ਼ੁਰੂ ਕਰ ਦੇ, ਹਵਨ ਜਗ ਤੂੰ ਜਾਈ ਕੇ ਸ਼ੁਰੂ ਕਰ ਦੇ, ਵੇਦ ਪਾਠ ਵੀ ਕਰਨਾ ਵਿਦਵਾਨ ਰਾਜਾ, ਵੇਦ ਪਾਠ ਵੀ ਕਰਨਾ ਵਿਦਵਾਨ ਰਾਜਾ। ਧਾਰੇ ਆਏ ਸਵਾਲੀ ਨੂੰ ਮੋੜਨਾ ਨਾ, ਦਾਰ ਆਏ ਸਵਾਲੀ ਨੂੰ ਮੋੜਨਾ ਨਾ, ਦਾਨ ਦੇ ਤੂੰ ਬਿਤ ਸਮਾਨ ਰਾਜਾ, ਦਾਨ ਦੇ ਤੂੰ ਬਿਤ ਸਮਾਨ ਰਾਜਾ। ਓਮ ਨਮੋ ਨਾਰਾਇਣ ਦਾ ਜਾਪ ਕਰਨਾ ਤੈਨੂੰ ਪਊਗਾ ਸੁਬਾ ਤੇ ਸ਼ਾਮ ਰਾਜਾ, ਤੈਨੂੰ ਪਊਗਾ ਸੁਬਾ ਤੇ ਸ਼ਾਮ ਰਾਜਾ। ਘਰ ਪੱਲੜਾ ਭਰਦੀ ਏ ਗੋਦ ਤੇਰੀ, ਓ ਚਿੱਤ ਕਰੀ ਨਾ ਜਰਾ ਗੁਮਾਨ ਰਾਜਾ। ਓਏ ਕਰ ਪੱਲੜਾ ਭਰਦੀ ਏ ਗੋਦ ਤੇਰੀ, ਚਿੱਤ ਕਰੀ ਨਾ ਜਰਾ ਗੁਮਾਨ ਰਾਜਾ, ਚਿੱਤ ਕਰੀ ਨਾ ਜਰਾ ਗੁਮਾਨ ਰਾਜਾ। ਓਮ ਕਾਰ ਨੇ ਅਸਾਂ ਦੀ ਕਾਵ ਲਿਖਣੀ, ਕਾਵ ਲਿਖਣੀ, ਕਾਵ ਲਿਖਣੀ, ਓਮ ਕਾਰ ਨੇ ਅਸਾਂ ਦੀ ਕਾਵ ਲਿਖਣੀ, ਅਸੀਂ ਮਿਲਾਂਗੇ ਸੱਚੇ ਸ਼ਿਵ ਧਾਮ ਰਾਜਾ, ਅਸੀਂ ਮਿਲਾਂਗੇ ਸੱਚੇ ਸ਼ਿਵ
ਤਾਮ ਰਾਜਾ। ਸੇਵਕ ਤਾਰੀ ਸੋ ਰੇਸ ਵੀ ਭਜਨ ਗਾਉਂਦੇ, ਸੇਵਕ ਤਾਰੀ ਸੋ ਰੇਸ ਵੀ ਭਜਨ ਗਾਉਂਦੇ, ਅਮਰ ਜੀਤ ਵੀ ਜਾਵੇ ਕੁਰਬਾਨ ਰਾਜਾ, ਅਮਰ ਜੀਤ ਵੀ ਜਾਵੇ ਕੁਰਬਾਨ ਰਾਜਾ। ਕਰ ਲੈ ਭੱਲੜਾ ਭਰਦੀ ਏ ਗੋਦ ਤੇਰੀ, ਚਿੱਤ ਕਰੀ ਨਾ ਰਤਾ ਗੁਮਾਨ ਰਾਜਾ। ਸੰਤ ਕਹਿੰਦੇ ਰਾਜਨ ਤੇਰੀ ਸੇਵਾ ਤੋਂ ਪ੍ਰਸੰਨ ਹੋ ਕੇ ਤੈਨੂੰ ਇੱਕ ਅਨਮੋਲਕ ਪੁੱਤਰ ਦੀ ਦਾਤ ਬਖਸ਼ਿਸ਼ ਕਰਦੇ ਹਾਂ। ਰਾਜਨ ਸੁਣ ਕੇ ਬਹੁਤ ਪ੍ਰਸੰਨ ਹੋ ਗਿਆ, ਖੁਸ਼ ਹੋ ਗਿਆ। ਮਹਾਰਾਜ ਆਪ ਜੀ ਦੀ ਬੜੀ ਕਿਰਪਾ ਹੋ ਗਈ। ਮੈਨੂੰ ਦੁਨੀਆ ਦੇ ਲੋਕ ਔਤ ਕਹਿੰਦੇ ਸੀ। ਮਹਾਰਾਜ ਮੈਂ ਔਤਰਾ ਜਾ ਰਿਹਾ ਸੀ, ਮੇਰੀ ਰਾਜਗੱਦੀ ਦਾ ਕੋਈ ਵਾਰਸ ਨਹੀਂ ਸੀ। ਆਪ ਨੇ ਬੜੀ ਕਿਰਪਾ ਕੀਤੀ ਹੈ। ਮਹਾਰਾਜ ਇੱਕ ਮੇਰੀ ਹੋਰ ਬੇਨਤੀ ਹੈ, ਮੇਰੇ ਘਰੇ 2 ਰਾਣੀਆਂ ਨੇ। ਮਹਾਰਾਜ ਇਹ ਵੀ ਕਿਰਪਾ ਕਰਕੇ ਦੱਸੋ ਵੀ ਕਿਹੜੀ ਰਾਣੀ ਦੀ ਕੁੱਖ ਨੂੰ ਭਾਗ ਲੱਗਣਗੇ। ਰੱਬ ਦੇ ਪਿਆਰੇ ਸੰਤ ਜਨ ਨੇਤਰ ਬੰਦ ਕਰਕੇ 2 ਮਿੰਟ ਆਪਣੀ ਬਾਣੀ ਨੂੰ ਬਰਾਮ ਦੇ ਕੇ 2 ਮਿੰਟਾਂ ਬਾਅਦ ਫਿਰ ਨੇਤਰ ਖੋਲ ਕੇ ਕਹਿਣ ਲੱਗੇ, ਰਾਜਨ ਜਿਹੜੀ ਤੇਰੀ ਵੱਡੀ ਰਾਣੀ ਹੈ ਉਹਦੀ ਕਰਮ ਰੇਖਾ ਬਹੁਤ ਪਰਬਲ ਹੈ, ਉਹਦੇ ਜਿਹੜੇ ਭਾਗ ਨੇ ਬਹੁਤ ਉੱਚੇ ਨੇ, ਵੱਡੀ ਰਾਣੀ ਦੀ ਕੁੱਖ ਨੂੰ ਭਾਗ ਲੱਗਣਗੇ। ਰਾਜਾ ਕਹਿੰਦਾ ਮਹਾਰਾਜ ਆਪ ਜੀ ਦਾ ਬਚਨ ਸੱਤ ਹੈ। ਮਹਾਰਾਜ ਉਹ ਤਰੀਕਾ ਕਿਹੜਾ, ਢੰਗ ਕਿਹੜਾ ਹੁਣ ਬਈ ਜਿਹਦੇ ਨਾਲ ਵੱਡੀ ਰਾਣੀ ਦੀ ਕੁੱਖ ਨੂੰ ਭਾਗ ਲੱਗਣਗੇ? ਇਹ ਤਾਂ ਸੰਤਾਂ ਦੀ ਮੌਜ ਹੈ। ਜੇ ਰੇਤੇ ਦੀ ਮੁੱਠੀ ਚੱਕ ਕੇ ਫੜਾ ਦੇਣ ਭਾਈ ਸੋਨਾ ਹੈ, ਬਿਲਕੁਲ ਸੋਨਾ ਹੈ। ਜੇ ਜਗਿਆਸੂ ਉਹੋ ਜੀ ਆਸਾ ਰੱਖੇ, ਜੇ ਕਹਿ ਦੇਣ ਸੋਨੇ ਨੂੰ ਭਾਈ ਇਹ ਮਿੱਟੀ ਦਾ ਢੇਰ ਹੈ, ਫਿਰ ਬਿਲਕੁਲ ਮਿੱਟੀ ਦਾ ਢੇਰ ਹੋ ਸਕਦਾ। ਸੰਤਾਂ ਦੀ ਬਾਣੀ ਸੱਤ ਹੈ। ਸੰਤਾਂ ਨੇ ਆਪਣੇ ਕਰ ਕਮਲਾਂ ਵਿੱਚ ਇੱਕ ਸੇਬ ਦਾ ਫਲ ਲਿਆ ਔਰ ਕਹਿਣ ਲੱਗੇ ਰਾਜਨ ਆਹ ਸਾਡੇ ਹੱਥਾਂ ਵਿੱਚ ਕੀ ਹੈ? ਰਾਜਾ ਕਹਿੰਦਾ ਮਹਾਰਾਜ ਇਹ ਸੇਬ ਆ, ਫਲ ਹੈ ਮਹਾਰਾਜ। ਸੰਤ ਕਹਿੰਦੇ ਨਹੀਂ, ਦੁਬਾਰੇ ਸੋਚ ਕੇ ਦੱਸ। ਰਾਜਨ ਨੇ ਫਿਰ ਉੱਤਰ ਦਿੱਤਾ ਮਹਾਰਾਜ ਇਹ ਸੇਬ ਹੈ, ਫਲ ਹੈ। ਸੰਤ ਕਹਿੰਦੇ ਨਹੀਂ, ਬਸ ਇੱਕ ਵਾਰ ਹੋਰ ਪੁੱਛਾਂਗੇ, ਵਿਚਾਰ ਕਰਕੇ ਸਮਾਰ ਕੇ ਦੱਸ ਵੀ ਕੀ ਹੈ ਇਹ। ਰਾਜਾ ਕਹਿੰਦਾ ਮਹਾਰਾਜ ਇਹ ਤਾਂ ਜਿਸ ਮਰਜ਼ੀ ਨੂੰ ਪੁੱਛ ਲਓ, ਹਰ ਇੱਕ ਇਹਨੂੰ ਸੇਬ ਹੀ ਕਹੂਗਾ। ਸੰਤਾਂ ਦੇ ਨਹੀਂ, ਸੇਬ ਇਹ ਉਦੋਂ ਸੀ ਜਦੋਂ ਬਿਰਸ਼ ਦੇ ਨਾਲ ਲੱਗਿਆ ਹੋਇਆ ਸੀ। ਇਹ ਸੇਬ ਦਾ ਫਲ ਉਦੋਂ ਸੀ ਜਦੋਂ ਵੇਚਣ ਵਾਸਤੇ ਬਾਜ਼ਾਰ ਵਿੱਚ ਪਿਆ ਸੀ, ਪਰ ਇਸ ਵੇਲੇ ਇਹ ਹੁਣ ਸੰਤਾਂ ਦੀ ਸ਼ਰਨ ਵਿੱਚ ਆ ਗਿਆ। ਸੰਤ ਕਹਿੰਦੇ ਭਾਵੇਂ ਕਿੰਨਾ ਮਰਜ਼ੀ ਨਿੰਦਕ ਹੋਵੇ, ਪਾਪੀ ਹੋਵੇ, ਜੇ ਸੰਤਾਂ ਦੀ ਸ਼ਰਨ ਵਿੱਚ ਆ ਜੇ ਉਹ ਪਾਪੀ ਨਹੀਂ ਰਹਿੰਦਾ। ਪਾਪੀਆਂ ਨੂੰ ਵੀ ਸੰਤਾਂ ਦਾ ਸੰਗ ਤਾਰ ਦਿੰਦਾ ਹੈ। ਰਾਜਨ ਇਹ ਫਲ ਨਹੀਂ ਹੈ, ਇਹ ਸੰਤਾਂ ਦਾ ਪ੍ਰਸ਼ਾਦ ਹੈ, ਪ੍ਰਸ਼ਾਦ। ਇਸੇ ਪ੍ਰਸ਼ਾਦ ਨਾਲ ਤੇਰੇ ਘਰੇ ਪੁੱਤਰ ਦੀ ਕਿਰਪਾ ਹੋਣੀ ਹੈ। ਇਸ ਫਲ ਨੂੰ ਜਾਣ ਪ੍ਰਸ਼ਾਦ ਸਾਡਾ, ਸਤ ਮੰਨਣਾ ਇਹ ਵਰਦਾਨ ਰਾਜਾ। ਇੱਕ ਹੋਊਗਾ ਪੁੱਤ ਜ਼ਰੂਰ ਤੇਰੇ, ਉਹਦੇ ਤੁੱਲ ਨਾ ਕੋਈ ਬਲਵਾਨ ਰਾਜਾ। ਸੰਤ ਕਹਿੰਦੇ ਇਸ ਪ੍ਰਸ਼ਾਦ ਨਾਲ ਵੱਡੀ ਰਾਣੀ ਦੀ ਕੁੱਖ ਨੂੰ ਭਾਗ ਲੱਗਣਗੇ। ਇਹ ਪ੍ਰਸ਼ਾਦ ਜਾ ਕੇ ਵੱਡੀ ਰਾਣੀ ਨੂੰ ਅੰਮ੍ਰਿਤ ਵੇਲੇ ਚੜ੍ਹਦੇ ਵੱਲ ਮੁੱਖ ਕਰਕੇ ਗਊ ਦੇ ਦੁੱਧ ਨਾਲ ਵਰਤਾ ਦੀ। ਨਾਰਾਇਣ ਭਗਵਾਨ ਦੀ ਕਿਰਪਾ ਨਾਲ ਤੇਰੇ ਘਰੇ ਪੁੱਤਰ ਪੈਦਾ ਹੋਵੇਗਾ। ਰਾਜਾ ਕਹਿੰਦਾ ਮਹਾਰਾਜ ਬੜੀ ਕਿਰਪਾ, ਮੈਂ ਤਾਂ ਸੁਣਿਆ ਸੀ ਸੰਤਾਂ ਦੀ ਮਹਿਮਾ ਬੇਅੰਤ ਹੈ, ਸੰਤਾਂ ਦੀ ਮਹਿਮਾ ਅਗਾਧ ਹੈ, ਪਰ ਅੱਜ ਮੈਂ ਸਾਖਸ਼ਾਤ ਉਹ ਸੰਤਾਂ ਦੇ ਦਰਸ਼ਨ ਕਰ ਰਿਹਾ ਜਿਨ੍ਹਾਂ ਦੀ ਅਮਰ ਬਾਣੀ ਹੈ। ਖਾਲੀ ਪਲੜਾ ਰਾਜੇ ਨੇ ਸੰਤਾਂ ਅੱਗੇ ਕਰਿਆ। ਮਹਾਰਾਜ ਲਓ ਕਰੋ ਕਿਰਪਾ, ਜਿੱਥੇ ਆਪ ਮੈਨੂੰ ਪੁੱਤਰ ਦਾ ਵਰਦਾਨ ਦਾ ਵਰ ਦੇ ਰਹੇ ਹੋ, ਆਹ ਪ੍ਰਸ਼ਾਦ ਮੇਰੀ ਝੋਲੀ ਵਿੱਚ ਪਾਓ। ਲਓ ਖੁਸ਼ੀ ਵਿੱਚ ਆ ਕੇ ਸੰਤ ਜਨ ਰੱਬ ਦੇ ਪਿਆਰੇ ਕੀ ਨਹੀਂ ਕਰ ਦਿੰਦੇ, ਯੁੱਗ ਬਦਲਾ ਦਿੰਦੇ ਨੇ, ਪੈ ਜੇ ਲੋੜ ਜੀ। ਸੰਤਾਂ ਦੇ ਚਰਨੀ ਆ ਕੇ ਰਹਿੰਦੀ ਨਾ ਥੋੜ ਜੀ, ਜਨਮਾਂ ਜਨਮਾਂ ਦੇ ਦੁੱਖੜੇ ਜਾਂਦੇ ਨੇ ਭਾਜ ਜੀ। ਸੰਤਾਂ ਨੇ ਕਰਤੀ ਕਿਰਪਾ ਦੇ ਕੇ ਪ੍ਰਸ਼ਾਦ ਜੀ, ਇੱਕ ਰਾਜੇ ਨੂੰ ਪ੍ਰਸ਼ਾਦ ਦੇ ਕੇ ਦੇਖਾਂ ਭਲਾ ਸੰਤ ਪਿਆਰੇ ਇਉਂ ਕਿਰਪਾ ਕਰ ਰਹੇ ਨੇ ਜੀ। ਸੰਤ ਸਰਨ ਜੋ ਜਨ ਪਰੇ, ਸੋ ਜਨ ਉਦਰ ਨਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਰਾਜੇ ਨੇ ਚੋਲੀ ਕਰ ਲਈ ਨੀਵਾ ਸਿਰ ਕਰਕੇ ਤੇ,
ਸੰਤਾਂ ਨੇ ਪਾਈਆਂ ਨਜ਼ਰਾਂ ਸਿਰ ਤੇ ਹੱਥ ਧਰ ਕੇ ਤੇ ਫਕਰਾਂ ਤੋਂ ਬਰ ਨੂੰ ਪਾ ਕੇ ਕੀਤਾ ਧੰਨਵਾਦ ਜੀ। ਸੰਤਾਂ ਨੇ ਕਰਤੀ ਕਿਰਪਾ ਦੇ ਕੇ ਪ੍ਰਸ਼ਾਦ ਜੀ। ਸੰਤਾਂ ਨੇ ਕਰਤੀ ਕਿਰਪਾ ਹੁੰਦੇ ਕਿਰਪਾਲੂ ਸਾਧੂ ਕਿਰਪਾ ਜਦ ਕਰਦੇ ਨੇ ਨਜ਼ਰਾਂ ਦੇ ਨਾਲ ਜੀਵ ਦੇ ਦੁਖੜੇ ਸਭ ਹਰਦੇ ਨੇ ਕਰਦੇ ਨੇ ਖਤਮ ਬੰਦੇ ਦੇ ਝਗੜੇ ਬੇਬਾਦ ਜੀ। ਸੰਤਾਂ ਨੇ ਕਰਤੀ ਕਿਰਪਾ ਦੇ ਕੇ ਪ੍ਰਸਾਦ ਜੀ। ਸੰਤਾਂ ਨੇ ਕਰਤੀ ਕਿਰਪਾ ਆਉਂਦੇ ਜੋ ਸ਼ਰਨਾਗਤ ਜੋ ਦੀਨ ਇਮਾਨ ਤੋਂ ਮੁਕਤੀ ਦਾ ਫਲ ਉਹ ਪਾਉਂਦੇ ਸੰਤ ਮਹਾਨ ਤੋਂ। ਤਾਂ ਹੀ ਤਾਂ ਦੁਨੀਆ ਕਰਦੀ ਤਾਂ ਹੀ ਤਾਂ ਦੁਨੀਆ ਕਰਦੀ ਸੰਤਾਂ ਨੂੰ ਯਾਦ ਜੀ। ਸੰਤਾਂ ਨੇ ਕਰਤੀ ਕਿਰਪਾ ਦੇ ਕੇ ਪ੍ਰਸ਼ਾਦ ਜੀ। ਸੰਤਾਂ ਨੇ ਕਰਤੀ ਕਿਰਪਾ ਲੇਖ ਬਦਲਾ ਦਿੰਦੇ ਨੇ ਕਰਮਾਂ ਦੀ ਚਾਲ ਦਾ। ਸਾਧੂ ਨੇ ਜਗਤ ਸੁਆਮੀ ਰੂਪ ਗੋਪਾਲ ਦਾ ਹੋ ਕੇ ਤੇ ਦਿਆਲ ਸਵਾਰਨ ਹੋ ਕੇ ਤੇ ਦਿਆਲ ਸਵਾਰਨ ਬੰਦੇ ਦੇ ਕਾਜ ਜੀ। ਸੰਤਾਂ ਨੇ ਕਰਤੀ ਕਿਰਪਾ ਦੇ ਕੇ ਪ੍ਰਸਾਦ ਜੀ। ਸੰਤਾਂ ਨੇ ਕਰਤੀ ਕਿਰਪਾ ਦੇਣ ਪ੍ਰਸ਼ਾਦ ਵਿੱਚ ਕੀ ਸੰਤ ਹੀ ਜਾਣਦੇ ਰਹਿੰਦੇ ਜੋ ਸੰਤ ਸ਼ਰਨ ਮੇ ਮੌਜਾਂ ਨੇ ਮਾਣਦੇ। ਚਾਰ ਪਦਾਰਥ ਦੇ ਕੇ ਚਾਰ ਪਦਾਰਥ ਦੇ ਕੇ ਰੱਖਦੇ ਨੇ ਲਾਜ ਜੀ। ਸੰਤਾਂ ਨੇ ਕਰਤੀ ਕਿਰਪਾ ਦੇ ਕੇ ਪ੍ਰਸ਼ਾਦ ਜੀ। ਸੰਤਾਂ ਨੇ ਕਰਤੀ ਕਿਰਪਾ ਹੈ ਯੁਗ ਬਦਲਾ ਦਿੰਦੇ ਨੇ ਓਏ ਪੈਜੇ ਜੇ ਲੋੜ ਜੀ। ਸੰਤਾਂ ਦਾ ਸੰਗ ਕਮਾ ਕੇ ਰਹਿੰਦੀ ਨਾ ਥੋੜ ਜੀ। ਸੰਤਾਂ ਦੇ ਦਰਸ਼ਨ ਦੁਖੜੇ ਜਾਂਦੇ ਨੇ ਭਾਗ ਜੀ। ਸੰਤਾਂ ਨੇ ਕਰਤੀ ਕਿਰਪਾ ਦੇ ਕੇ ਪ੍ਰਸਾਦ ਜੀ। ਸੰਤਾਂ ਨੇ ਕਰਤੀ ਕਿਰਪਾ ਰਾਜੇ ਨੇ ਸੀਸ ਨਵਾ ਕੇ ਕਰਤੀ ਪ੍ਰਣਾਮ ਜੀ। ਚੱਲ ਪਿਆ ਆਗਿਆ ਲੈ ਕੇ ਹੋ ਗਿਆ ਰਵਾਨ ਜੀ। ਰਾਜੇ ਨੇ ਸੀਸ ਨਵਾ ਕੇ ਕਰਤੀ ਪ੍ਰਣਾਮ ਜੀ। ਚੱਲ ਪਿਆ ਆਗਿਆ ਲੈ ਕੇ ਹੋ ਗਿਆ ਰਵਾਨ ਜੀ। ਲਿਖਦਾ ਓਂਕਾਰ ਲਿਖਾਰੀ ਸੱਚੀ ਆਵਾਜ਼ ਜੀ। ਸੰਤਾਂ ਨੇ ਕਰਤੀ ਕਿਰਪਾ ਦੇ ਕੇ ਪ੍ਰਸਾਦ ਜੀ। ਸੰਤਾਂ ਨੇ ਕਰਤੀ ਕਿਰਪਾ ਯੁੱਗ ਪਲਟਾ ਦਿੰਦੇ ਨੇ ਪੈ ਜੇ ਲੋੜ ਜੀ। ਸੰਤਾਂ ਦਾ ਸੰਗ ਕਮਾ ਕੇ ਰਹਿੰਦੀ ਨਾ ਥੋੜ ਜੀ। ਸੰਤਾਂ ਦੇ ਦਰਸ਼ਨ ਦੁਖੜੇ ਜਾਂਦੇ ਨੇ ਭਾਜ ਜੀ। ਸੰਤਾਂ ਨੇ ਕਰਤੀ ਕਿਰਪਾ ਦੇ ਕੇ ਪ੍ਰਸ਼ਾਦ ਜੀ। ਰਾਜੇ ਦੀ ਖਾਲੀ ਝੋਲੀ ਸੰਤਾਂ ਨੇ ਪ੍ਰਸ਼ਾਦ ਨਾਲ ਭਰ ਦਿੱਤੀ ਔਰ ਵਿਧੀ ਤਰੀਕਾ ਦੱਸ ਦਿੱਤਾ ਇਸ ਤਰ੍ਹਾਂ ਰਾਜਨੇ ਨੂੰ ਵਰਤਣਾ ਹੈ। ਰਾਜਾ ਪ੍ਰਸ਼ਾਦ ਨੂੰ ਲੈ ਕੇ ਬਹੁਤ ਪ੍ਰਸੰਨ ਹੋ ਗਿਆ। ਖੁਸ਼ੀ ਮਨ ਵਿੱਚ ਬਹੁਤ ਜ਼ਿਆਦੇ। ਸੰਤਾਂ ਦੇ ਚਰਨ ਕਮਲਾਂ ਵਿੱਚ ਸੀਸ ਨਵਾ ਕੇ ਰਾਜਾ ਆਗਿਆ ਮੰਗਦਾ ਹੈ, ਮਹਾਰਿਸ਼ੀਓ ਜੇ ਤੁਹਾਡੀ ਆਗਿਆ ਹੋਵੇ ਮੈਂ ਮਹਿਲਾਂ ਨੂੰ ਜਾ ਸਕਦਾ। ਸੰਤ ਕਹਿੰਦੇ ਹਾਂ ਰਾਜਨ, ਪਰ ਇੱਕ ਗੱਲ ਦਾ ਧਿਆਨ ਰੱਖੀ, ਸੰਤਾਂ ਦਾ ਉਪਦੇਸ਼ ਗੁਰੂ ਦਾ ਬਚਨ ਕਦੇ ਭੁਲਾਉਣਾ ਨਹੀਂ ਚਾਹੀਦਾ। ਸਾਡੇ ਬਚਨ ਨੂੰ ਸੱਤ ਕਰਕੇ ਮੰਨੀ, ਇਸ ਪ੍ਰਸਾਦ ਦੀ ਅਵੱਗਿਆ ਨਹੀਂ ਕਰਨੀ ਹੈ। ਰਾਜਾ ਕਹਿੰਦਾ ਨਹੀਂ ਮਹਾਰਾਜ, ਮੈਂ ਸਦਾ ਤੁਹਾਡੀ ਆਗਿਆ ਵਿੱਚ ਰਹੂੰਗਾ। ਰਾਜੇ ਨੇ ਸੀਸ ਨਵਾ ਕੇ ਕਰਤੀ ਪ੍ਰਣਾਮ ਹੈ। ਚੱਲ ਪਿਆ ਆਗਿਆ ਲੈ ਕੇ ਹੋਇਆ ਰਵਾਨ ਹੈ। ਸੰਤਾਂ ਤੋਂ ਆਗਿਆ ਲੈ ਕੇ ਆਪਣੇ ਮਹਿਲਾਂ ਬੰਨੀ ਰਾਜਾ ਤੁਰ ਪਿਆ। ਤੁਰਦਾ ਤੁਰਦਾ ਮਨ ਦੇ ਵਿੱਚ ਇੱਕ ਖਿਆਲ ਪੈਦਾ ਕਰਦਾ ਹੈ। ਕੀ ਕਹਿੰਦਾ ਰਾਜਾ? ਕਹਿੰਦਾ ਦੁਨੀਆ ਦੇ ਲੋਕ ਮੈਨੂੰ ਔਤ ਕਹਿੰਦੇ ਸੀ, ਪਰ ਮੈਨੂੰ ਮਹਾਬਲੀ ਯੋਧਾ ਪੁੱਤਰ ਸੰਤਾਂ ਨੇ ਬਖਸ਼ ਦਿੱਤਾ। ਮੈਂ ਸੰਤਾਂ ਦਾ ਦੇਣ ਕਦ ਦੇ ਸਕਦਾ? ਸੱਚਮੁੱਚ ਦੁਨੀਆ ਦੇ ਲੋਕ ਸੰਤਾਂ ਦੀ ਮਹਿਮਾ ਤਾਂ ਹੀ ਗਾਉਂਦੇ ਸੀ। ਅੱਜ ਮੈਨੂੰ ਪੂਰਾ ਯਕੀਨ ਹੋ ਗਿਆ। ਇਉਂ ਕਰਦਾ ਕਰਦਾ ਰਾਜਾ ਆਪਣੀ ਰਾਜਧਾਨੀ 'ਚ ਆ ਗਿਆ। ਜਦੋਂ ਤਖ਼ਤ 'ਤੇ ਬੈਠਿਆ, ਮੁਕਟ ਸਿਰ ਉੱਤੇ ਰੱਖਿਆ, ਰਾਜਾ ਮਨ ਵਿੱਚ ਇੱਕ ਵਿਚਾਰ ਹੋਰ ਕਰਨ ਲੱਗ ਪਿਆ। ਰਾਜਾ ਕਹਿੰਦਾ ਮਨਾ, ਤੇਰੇ ਦੋ ਰਾਣੀਆਂ ਨੇ। ਸੰਤਾਂ ਨੇ ਜਿਹੜਾ ਵਰਦਾਨ ਦਿੱਤਾ, ਪ੍ਰਸ਼ਾਦ ਦਿੱਤਾ, ਵੱਡੀ ਰਾਣੀ ਨੂੰ ਦਿੱਤਾ।
ਇਹਦਾ ਕਾਰਨ ਇਹ ਸੀ, ਰਾਜੇ ਦਾ ਜਿਹੜਾ ਹਿੱਤ ਸੀ ਜ਼ਿਆਦਾ ਛੋਟੀ ਰਾਣੀ ਤੇ ਸੀ। ਉੱਥੇ ਸੰਤਾਂ ਨੂੰ ਤਾਂ ਨਾ ਕਹਿ ਸਕਿਆ। ਹੁਣ ਰਾਜਾ ਮਨ ਦੇ ਨਾਲ ਸੋਚਦਾ, ਮਨਾ ਇਉਂ ਕਰ, ਕਿਹੜਾ ਸੰਤ ਦੇਖਦੇ ਨੇ ਇੱਥੇ, ਆ ਜਿਹੜਾ ਸੰਤਾਂ ਨੇ ਪ੍ਰਸ਼ਾਦ ਦਿੱਤਾ ਹੈ ਇਹਦੇ 2 ਭਾਗ ਬਣਾ ਲੈਂਦੇ ਆ। ਰਾਜਾ ਇਹ ਵੀ ਭੁੱਲ ਗਿਆ ਵੀ ਮਨ ਤਾਂ ਤੂੰ ਸੰਤਾਂ ਨੂੰ ਪਹਿਲਾਂ ਅਰਪਣ ਕਰ ਚੁੱਕਿਆ, ਹੁਣ ਮਨ ਉੱਤੇ ਫੇਰ ਆਪਣਾ ਰਾਜ ਕਰ ਰਿਹਾ ਹੈ। ਇੱਥੇ ਸਿਆਣੇ ਸਤਪੁਰਸ਼ ਦੱਸਦੇ ਨੇ, ਮਨ ਕੇ ਮਤੇ ਨਾ ਚਾਲੀਏ, ਮਨ ਕੇ ਮਤੇ ਅਨੇਕ, ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ। ਰਾਜਾ ਹੁਣ ਆਪਣੇ ਮਨ ਦੇ ਪਿੱਛੇ ਲੱਗ ਪਿਆ। ਜਿਹੜੇ ਤਾਂ ਗੁਰੂ ਦਾ ਬਚਨ ਮੰਨਦੇ ਨੇ, ਗੁਰੂ ਦੇ ਪਿੱਛੇ ਸੰਤਾਂ ਦੇ ਪਿੱਛੇ ਚੱਲਦੇ ਨੇ, ਉਹ ਤਾਂ ਬ੍ਰਹਮ ਗਿਆਨੀ ਗੁਰਮੁਖ ਨੇ। ਜਿਹੜੇ ਮਨ ਦੇ ਪਿੱਛੇ ਚੱਲਦੇ ਨੇ ਉਹ ਨੇ ਮਨਮੁਖ। ਰਾਜਾ ਹੁਣ ਮਨ ਦੇ ਪਿੱਛੇ ਚੱਲ ਕੇ ਇੱਕ ਫੈਸਲਾ ਕਰਨ ਲੱਗ ਪਿਆ। ਉਹਨੇ ਸੋਚਿਆ ਇਸ ਪ੍ਰਸ਼ਾਦ ਦੇ 2 ਭਾਗ ਕਰ ਲੈਣੇ ਆ, ਇੱਕ ਭਾਗ ਵੱਡੀ ਰਾਣੀ ਨੂੰ, ਦੂਜਾ ਭਾਗ ਛੋਟੀ ਰਾਣੀ ਨੂੰ ਛਕਾ ਦੇਵਾਂਗੇ। ਸੰਤ ਕਹਿੰਦੇ ਸੀ ਇੱਕ ਪੁੱਤਰ ਪੈਦਾ ਹੋਊਗਾ, ਮੇਰੇ ਘਰੇ 2 ਮਹਾਬਲੀ ਪੁੱਤਰ ਪੈਦਾ ਹੋ ਜਾਣਗੇ। ਰਾਜੇ ਨੇ ਕੀਤਾ ਵੀ ਇਸ ਤਰ੍ਹਾਂ, ਉਸ ਪ੍ਰਸ਼ਾਦ ਦੇ 2 ਭਾਗ ਕਰ ਲਏ। ਐਨੇ ਦੋਵੇਂ ਰਾਣੀਆਂ ਵੀ ਸਾਹਮਣੇ ਆ ਗਈਆਂ। ਰਾਜਾ ਬਹੁਤ ਪ੍ਰਸੰਨ। ਰਾਣੀਆਂ ਕਹਿਣ ਲੱਗੀਆਂ, ਮਹਾਰਾਜ ਅੱਜ ਬਹੁਤ ਖੁਸ਼ ਹੋ, ਬੜੇ ਪ੍ਰਸੰਨ ਹੋ, ਕੀ ਗੱਲ ਹੈ? ਰਾਜਾ ਕਹਿੰਦਾ, ਰਾਣੀਓ ਅੱਜ ਭਾਗਾਂ ਵਾਲਾ ਦਿਨ ਹੈ, ਇਹੋ ਜਿਹਾ ਦਿਨ ਸਭ ਉੱਤੇ ਆਵੇ। ਮਹਾਰਾਜ ਨਾਲੇ ਆ ਤੁਹਾਡੇ ਕਰ ਕਮਲਾਂ 'ਚ ਕੀ ਹੈ? ਰਾਜਾ ਕਹਿੰਦਾ, ਮੈਂ ਇੱਕ ਸੰਤਾਂ ਦੀ ਸੇਵਾ ਕੀਤੀ 41 ਦਿਨ। ਸੰਤਾਂ ਨੇ ਖੁਸ਼ ਹੋ ਕੇ ਆ ਪ੍ਰਸ਼ਾਦ ਦਿੱਤਾ ਵੀ ਦੋਵੇਂ ਰਾਣੀਆਂ ਨੂੰ ਵਰਤਾ ਦੇ, ਤੇਰੇ ਘਰੇ 2 ਪੁੱਤਰ ਪੈਦਾ ਹੋਣਗੇ। ਇੱਕ ਤਾਂ ਮਨ ਦੇ ਪਿੱਛੇ ਲੱਗ ਕੇ ਉਲਟ ਕੰਮ ਕੀਤਾ ਸੰਤਾਂ ਦੇ ਬਚਨਾਂ ਤੋਂ, ਦੂਜਾ ਝੂਠ ਦਾ ਆਸਰਾ ਲੈਣ ਲੱਗ ਪਿਆ। ਰਾਜਾ ਕਹਿੰਦਾ, ਰਾਣੀਓ ਤੁਹਾਡੀਆਂ ਕੁੱਖਾਂ ਨੂੰ ਭਾਗ ਲੱਗਣਗੇ, 2 ਪੁੱਤਰ ਪੈਦਾ ਹੋਣਗੇ ਆਪਣੇ। ਰਾਣੀਆਂ ਕਹਿੰਦੀਆਂ, ਮਹਾਰਾਜ ਪ੍ਰਸ਼ਾਦ ਤਾਂ ਅਸੀਂ ਬਾਅਦ 'ਚ ਵਰਤਾਂਗੀਆਂ, ਪਹਿਲਾਂ ਉਹਨਾਂ ਮਹਾਰਿਸ਼ੀਆਂ ਦੇ ਦਰਸ਼ਨ ਕਰਵਾਓ। ਰਾਜਾ ਸੋਚਦਾ, ਮਨਾ ਜੇ ਇਹਨਾਂ ਰਾਣੀਆਂ ਨੂੰ ਮੈਂ ਉਹਨਾਂ ਸੰਤਾਂ ਕੋਲ ਲੈ ਗਿਆ, ਸੰਤ ਤਾਂ ਸਤਵਾਦੀ ਨੇ, ਸੱਤ ਬੋਲਣਗੇ, ਉਹ ਕਹਿਣਗੇ ਇੱਕ ਰਾਣੀ ਨੂੰ ਪ੍ਰਸ਼ਾਦ ਦਿੱਤਾ ਸੀ, 2 ਕਿਵੇਂ ਹੋ ਗਏ? ਰਾਜਾ ਕਹਿੰਦਾ, ਇੱਥੇ ਹੁਣ ਆਪਣੀ ਵਿਉਂਤਬੰਦੀ ਕੁਝ ਹੋਰ ਖੋਲ। ਜੇ ਅਸੀਂ ਇੱਕ ਝੂਠ ਬੋਲਾਂਗੇ, ਉਹਨੂੰ ਛੁਪਾਉਣ ਵਾਸਤੇ 100 ਝੂਠ ਹੋਰ ਬੋਲਣਾ ਪਊਗਾ। ਰਾਜਾ ਕਹਿੰਦਾ, ਰਾਣੀਓ ਸੰਤਾਂ ਨੇ ਵੀ ਆਖਿਆ ਸੀ ਵੀ ਜਿੰਨਾ ਚਿਰ ਤੁਹਾਡੇ ਘਰੇ 2ਵੇਂ ਬਾਲ ਪੈਦਾ ਨਹੀਂ ਹੁੰਦੇ, ਉਨਾ ਚਿਰ ਘਰੇ ਬੈਠ ਕੇ ਹਰੀ ਨਾਮ ਦਾ ਸਿਮਰਨ ਕਰਨਾ ਹੈ। ਰਾਣੀਆਂ ਕਹਿੰਦੀਆਂ, ਮਹਾਰਾਜ ਫਿਰ ਆਪਾਂ ਨੇ ਤਾਂ ਸੰਤਾਂ ਦੇ ਬਚਨ ਨੂੰ ਸੱਤ ਮੰਨਣਾ ਹੈ, ਜੋ ਸਾਧੂਆਂ ਨੂੰ ਕਿਹਾ ਹੈ ਉਹ ਬਿਲਕੁਲ ਸੱਤ ਹੈ। ਮਹਾਰਾਜ ਅੱਗੇ ਕੀ ਉਪਦੇਸ਼ ਕੀਤਾ ਸੰਤਾਂ ਨੇ? ਰਾਜਾ ਕਹਿੰਦਾ, ਰਾਣੀਓ ਅੰਮ੍ਰਿਤ ਵੇਲਾ ਹੋਵੇ, ਗਊ ਦਾ ਦੁੱਧ ਹੋਵੇ, ਚੜ੍ਹਦੇ ਵੱਲ ਮੁਖ ਹੋਵੇ, ਇਹ ਪ੍ਰਸ਼ਾਦ ਤੁਸੀਂ ਦੋਵੇਂ ਵਰਤ ਲਓ। ਰਾਣੀਆਂ ਬਹੁਤ ਖੁਸ਼ ਹੋਈਆਂ, ਪ੍ਰਸ਼ਾਦ ਲੈ ਕੇ ਆਪੋ ਆਪਣੇ ਕક્ષਾਂ ਵਿੱਚ ਚਲੀਆਂ ਗਈਆਂ। ਰਾਤ ਬਤੀਤ ਹੋਈ, ਅੰਮ੍ਰਿਤ ਵੇਲਾ ਹੋਇਆ, ਰਾਣੀ ਨੇ ਇਸ਼ਨਾਨ ਕੀਤਾ, ਸੰਤਾਂ ਦੀ ਬਾਣੀ ਅਨੁਸਾਰ ਉਸੇ ਤਰ੍ਹਾਂ ਗਊਆਂ ਦਾ ਦੁੱਧ ਲੈ ਕੇ ਚੜ੍ਹਦੇ ਵੱਲ ਮੁਖ ਕਰਕੇ ਦੋਵੇਂ ਰਾਣੀਆਂ ਨੇ ਪ੍ਰਸ਼ਾਦ ਵਰਤ ਲਿਆ ਔਰ ਸੰਤਾਂ ਦੇ ਬਚਨ ਨੂੰ ਸੱਤ ਕਰਕੇ ਮੰਨ ਲਿਆ। ਉਹਨਾਂ ਨੂੰ ਨਹੀਂ ਪਤਾ ਸੀ ਵੀ ਉਹਨਾਂ ਨਾਲ ਬਹੁਤ ਵੱਡਾ ਇੱਕ ਧੋਖਾ ਹੋ ਗਿਆ, ਇੱਕ ਜਾਲ ਬੁਣਿਆ ਗਿਆ ਉਹਨਾਂ ਵਾਸਤੇ। ਹੁਣ ਹਰੀ ਰਾਮ ਰਾਮ ਦੇ ਸਿਮਰਨ ਵਿੱਚ ਰਾਣੀਆਂ ਲੀਨ ਰਹਿਣ ਲੱਗ ਪਈਆਂ, ਸਿਮਰਨ ਕਰ ਰਹੀਆਂ ਨੇ। ਇੱਧਰ ਸੰਤ ਬੈਠੇ ਧੂਣੇ ਤੇ ਦੇਖਦੇ ਨੇ, ਆਂਦੇ ਰਾਜੇ ਨੇ 41 ਦਿਨ ਸੇਵਾ ਕੀਤੀ, ਉਹਦਾ ਫਲ ਮਿਲ ਗਿਆ। ਆਹ ਮੂਰਖਤਾ ਦੇਖ ਕਿੱਡੀ ਵੱਡੀ ਕਰੀ ਵੀ ਸੰਤ ਕਿਹੜਾ ਦੇਖਦੇ ਨੇ, ਇੱਥੇ ਪਰਮੇਸ਼ਰ ਕਿਹੜਾ ਦੇਖਦੇ ਨੇ। ਨਾਲੇ ਵੇਦ ਪੁਰਾਣ ਕੂਕ ਰਹੇ ਨੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਭੁੱਲ ਜਾਂਦੇ ਅਸੀਂ ਵੀ। ਰਾਜਾ ਖੁਸ਼ ਵੀ ਮੇਰੇ ਘਰੇ 2 ਪੁੱਤਰ ਪੈਦਾ ਹੋਣਗੇ। ਕਹਿੰਦੇ ਸਮਾਂ ਬਤੀਤ ਹੋਇਆ, ਲੰਘਦਾ ਗਿਆ ਸਮਾਂ, ਰਾਜੇ ਦੀ ਦੋਵੇਂ ਰਾਣੀਆਂ ਦੀਆਂ ਕੁੱਖਾਂ ਨੂੰ ਭਾਗ ਲੱਗ ਗਏ। ਰਾਜਾ ਹੰਕਾਰ ਵਿੱਚ ਆ ਗਿਆ। ਅੱਜ ਰਾਜਾ ਕਹਿੰਦਾ ਜੇ ਮੈਂ ਅੱਜ ਸੰਤਾਂ ਕੋਲ ਜਾਵਾਂ, ਪੁੱਛਾਂ ਉਹਨਾਂ ਸੰਤਾਂ ਨੂੰ ਵੀ ਤੁਸੀਂ ਤਾਂ ਕਹਿੰਦੇ ਸੀ ਇੱਕ ਪੁੱਤਰ ਪੈਦਾ ਹੋਊ, ਅੱਜ ਦੋਵੇਂ ਰਾਣੀਆਂ ਦੀਆਂ ਕੁੱਖਾਂ ਨੂੰ ਭਾਗ ਕਿਵੇਂ ਲੱਗ ਪਏ? ਰਾਜਾ ਕਹਿੰਦਾ ਅੱਜ ਨਹੀਂ ਜਾਂਦੇ, ਜਦੋਂ ਪੁੱਤਰ ਪੈਦਾ ਹੋਣਗੇ ਉਦੋਂ ਜਾ ਕੇ ਪੁੱਛੂੰ ਸੰਤਾਂ ਨੂੰ ਮੈਂ। 9 ਮਹੀਨੇ ਬਤੀਤ ਹੋ ਗਏ, ਰਾਜ ਮਹਿਲਾਂ ਦੀਆਂ ਸਜਾਵਟਾਂ ਕੀਤੀਆਂ, ਰਾਜੇ ਦੀ ਖੁਸ਼ੀ ਦੀ ਹੱਦ ਨਾ ਰਹੀ। ਧਰਤੀ ਤੇ ਪੈਰ ਨਹੀਂ ਲੱਗਦਾ ਹੈ। ਜਿਹੜਾ ਦੁਨੀਆ ਤੇ ਔਤ ਕਹਾਉਂਦਾ ਸੀ ਉਹਦੇ ਘਰੇ ਅੱਜ ਮਹਾਬਲੀ ਪੁੱਤਰ ਪੈਦਾ ਹੋਣਗੇ। ਰਾਜਾ ਹਰ ਇੱਕ ਨੂੰ ਕਹੇ ਮੇਰੇ ਘਰੇ 2 ਪੁੱਤਰ ਪੈਦਾ ਹੋਣਗੇ। ਸਿਆਣੀਆਂ ਦਾਈਆਂ ਨੂੰ ਬੁਲਾਇਆ। ਰਾਜਾ ਕਹਿੰਦਾ ਮਾਤਾਓ
ਮੇਰੇ ਘਰੇ ਜਿਹੜੇ ਪੁੱਤਰ ਪੈਦਾ ਹੋਣਗੇ ਨਾ ਮਹਾਬਲੀ, ਉਹਨਾਂ ਦਾ ਜਨਮ ਥੋਨੇ ਕਰਾਉਣਾ ਹੈ, ਔਰ ਜਿੰਨਾ ਇਨਾਮ ਚਾਹੀਦਾ ਉਨੇ ਇਨਾਮ ਮਿਲੂਗਾ। ਦਾਈ ਮਾਤਾ ਕਹਿਣ ਲੱਗੀਆਂ ਠੀਕ ਹੈ ਮਹਾਰਾਜ ਤੁਹਾਡਾ ਹੁਕਮ। 5 ਬਾਂਦੀਆਂ ਰਾਜੇ ਨੇ ਆਪਣੇ ਕੋਲ ਬੁਲਾ ਲੀਆਂ। ਬਾਂਦੀਓ, ਜਦੋਂ ਪਤਾ ਲੱਗ ਜੇ ਵੀ ਮੇਰੇ ਘਰੇ ਪੁੱਤਰ ਪੈਦਾ ਹੋ ਗਏ, ਇਹ ਖੁਸ਼ੀ ਦੀ ਖਬਰ ਰਾਜ ਮਹਿਲਾਂ ਵਿੱਚ ਲੈ ਕੇ ਆਉਣ ਦੀ ਡਿਊਟੀ ਤੁਹਾਡੀ ਹੈ, ਔਰ ਤੁਹਾਨੂੰ ਜਿਹੜੇ ਇਨਾਮ ਮੈਂ ਦੇਣੇ ਨੇ ਖੁਸ਼ ਹੋ ਕੇ ਉਹ ਮੈਂ ਜਾਣਦਾ। 5 ਬਾਂਦੀਆਂ ਖੁਸ਼ ਹੋ ਗਈਆਂ, ਜਾ ਖੜੀਆਂ ਮਹਿਲਾਂ ਦੇ ਅੱਗੇ। ਹੁਣ ਦਾਈਆਂ ਬੱਚਿਆਂ ਨੂੰ ਜਨਮ ਦਿਵਾਉਂਦੀਆਂ ਨੇ। ਜਦੋਂ ਬੱਚਿਆਂ ਨੂੰ ਜਨਮ ਦਿਵਾਇਆ, ਬਾਹਰ ਆਈਆਂ ਦਾਈਆਂ, ਚਿਹਰੇ ਉਦਾਸ। ਬਾਂਦੀਆਂ ਪੁੱਛਦੀਆਂ ਨੇ ਮਾਤਾ ਜੀ ਦੱਸੋ ਬੱਚਿਆਂ ਦੀ ਖਬਰ ਕਿਹੋ ਜਿਹੇ ਨੇ ਬੱਚੇ, ਰੰਗ ਦੇ ਕਾਲੇ ਨੇ ਜਾਂ ਗੋਰੇ ਨੇ, ਰੋਂਦੇ ਨੇ ਜਾਂ ਹੱਸਦੇ ਨੇ? ਉਹ ਦਾਈਆਂ ਕਹਿਣ ਲੱਗੀਆਂ ਬਾਂਦੀਓ, ਪਤਾ ਨਹੀਂ ਕਿੰਨਿਆਂ ਕੁ ਬੱਚਿਆਂ ਨੂੰ ਜਨਮ ਦਿਵਾ ਦਿੱਤਾ, ਪਰ ਇਹੋ ਜਿਹਾ ਜਨਮ ਨਹੀਂ ਦੇਖਿਆ ਅਜੇ ਤੱਕ। ਬਾਂਦੀਆਂ ਹੈਰਾਨ ਹੋ ਗਈਆਂ, ਮਾਤਾ ਜੀ ਇਹੋ ਜਿਹਾ ਕਿਹੋ ਜਿਹਾ ਵਾਤਾਵਰਨ ਹੋਇਆ ਬੱਚਿਆਂ ਦਾ? ਕਹਿੰਦੇ ਹੁਣ ਉਹ ਦਾਈਆਂ ਕਹਿੰਦੀਆਂ ਬੀਬੀਓ ਜਾ ਕੇ ਕਹਿ ਦਿਓ ਰਾਜੇ ਨੂੰ ਬਈ ਇੱਕ ਰਾਣੀ ਨੇ ਅੱਧੇ ਬੱਚੇ ਨੂੰ ਜਨਮ ਦੇਤਾ, ਇੱਕ ਰਾਣੀ ਨੇ ਅੱਧੇ ਬੱਚੇ ਨੂੰ ਜਨਮ ਦੇਤਾ। ਹੁਣ ਦਾਈਆਂ ਤੋਂ ਲੈ ਕੇ ਖਬਰ ਬਾਂਦੀਆਂ ਜਾ ਪਹੁੰਚੀਆਂ ਰਾਜ ਦਰਬਾਰ 'ਚ। ਤਖ਼ਤ ਤੇ ਬੈਠਾ ਰਾਜਾ ਉਡੀਕ ਕਰ ਰਿਹਾ ਕਦੋਂ ਆ ਕੇ ਬਾਂਦੀਆਂ ਕਹਿਣ ਤੁਹਾਡੇ ਘਰੇ 2 ਪੁੱਤਰ ਪੈਦਾ ਹੋ ਗਏ। ਬਾਂਦੀਆਂ ਚਲੀਆਂ ਗਈਆਂ, ਚਿਹਰੇ ਉਦਾਸ ਦੇਖ ਕੇ ਰਾਜਾ ਪੁੱਛਦਾ ਬਾਂਦੀਓ ਤੁਹਾਡੇ ਚਿਹਰੇ ਉਦਾਸ ਕਿਉਂ ਨੇ? ਅੱਜ ਤਾਂ ਖੁਸ਼ ਹੋਣਾ ਹੈ, ਸਾਰੀ ਆਲਮ ਧਰਤੀ ਨੇ, ਤੁਸੀਂ ਉਦਾਸ ਹੋ? ਉਹ ਆਂਦੀਆਂ ਮਹਾਰਾਜ ਜਦੋਂ ਤੁਹਾਨੂੰ ਦੱਸਾਂਗੇ ਅਸੀਂ ਹੋ ਸਕਦਾ ਤੁਸੀਂ ਪ੍ਰਾਣ ਹੀ ਛੱਡ ਜਾਵੋ। ਮਹਾਰਾਜ ਦੁੱਖਾਂ ਵਾਲੀ ਗੱਲ ਹੈ। ਰਾਜਾ ਆਂਦਾ ਦੁੱਖਾਂ ਦੀ ਗੱਲ ਤਾਂ ਫੇਰ ਦੱਸਿਓ, ਪਹਿਲਾਂ ਐਂ ਦੱਸੋ ਵੀ ਮੇਰੇ ਘਰੇ ਜਿਹੜੇ 2 ਪੁੱਤਰ ਪੈਦਾ ਹੋਏ ਨੇ ਕਿਹੋ ਜਿਹੇ ਨੇ? ਬਾਂਦੀਆਂ ਦੀਆਂ ਮਹਾਰਾਜ ਤੂੰ ਤਾਂ ਕਹਿੰਦਾ ਸੀ ਮੇਰੇ ਘਰੇ 2 ਬਲੀ ਪੁੱਤਰ ਪੈਦਾ ਹੋਣਗੇ, ਪਰ 2 ਨਹੀਂ ਮਹਾਰਾਜ। ਲਓ ਬੱਚਿਆਂ ਦਾ ਜਨਮ ਸੁਣੋ। ਬਈ ਇੱਕ ਰਾਣੀ ਨੇ ਅੱਧੇ ਬੱਚੇ ਨੂੰ ਜਨਮ ਦੇਤਾ, ਇੱਕ ਰਾਣੀ ਨੇ ਅੱਧੇ ਬੱਚੇ ਨੂੰ ਜਨਮ ਦੇਤਾ। ਜਦੋਂ ਰਾਜੇ ਨੇ ਖਬਰ ਸੁਣੀ, ਹੁਣ ਇੱਕ ਧਾਹਾਂ ਮਾਰ ਕੇ ਤਾਕਤ ਉੱਤੇ ਭੁੱਬਾ ਮਾਰਦਾ। ਕੀ ਆਂਦਾ ਬਈ ਮੈਂ ਤਾਂ ਭੁੱਲ ਗਿਆ ਹਰੀ ਦੀ ਕੈਸੀ ਮਾਇਆ, ਸਾਧੂਆਂ ਦੇ ਬਾਕ ਨਾ ਟਲੇ, ਪੁੱਤ ਜਨਮਿਆ ਜਿਵੇਂ ਸੀ ਫਲ ਖਾਇਆ। ਇੱਕ ਧਾਹਾਂ ਮਾਰ ਕੇ ਰਾਜਾ ਰਾਜ ਗੱਦੀ ਉੱਤੇ ਦੇਖਾਂ ਭਲਾ ਹੇ ਇਉਂ ਰੋ ਰਿਹਾ ਜੀ। ਰਾਜਾ ਫਿਕਰਾਂ ਵਿੱਚ ਪੈ ਕੇ ਸੋਚਦਾ ਮੈਲੀ ਬਹਿ ਕੇ, ਰਾਜਾ ਫਿਕਰਾਂ ਵਿੱਚ ਪੈ ਕੇ ਸੋਚਦਾ ਮੈਲੀ ਬਹਿ ਕੇ, ਫਲ ਦੇ 2 ਭਾਗ ਬਣਾਏ ਰਾਣੀਆਂ ਨੂੰ ਵਰਤਾਏ। ਰਾਜਾ ਭੁੱਲ ਗਿਆ ਹਰੀ ਦੀ ਕੈਸੀ ਮਾਇਆ, ਸਾਧੂਆਂ ਦੇ ਬਾਕ ਨਾ ਟਲੇ, ਪੁੱਤ ਜੰਮਿਆ ਜਿਵੇਂ ਸੀ ਫਲ ਖਾਇਆ, ਸਾਧੂਆਂ ਦੇ ਬਾਕ ਨਾ ਟਲੇ। ਕੁੱਖਾਂ ਨੂੰ ਭਾਗ ਲਗਾਏ ਬਸਦਿਆਂ ਦੇ ਵਿੱਚ ਬਸਾਏ, ਕੁੱਖਾਂ ਨੂੰ ਭਾਗ ਲਗਾਏ ਬਸਦਿਆਂ ਦੇ ਵਿੱਚ ਬਸਾਏ। ਜਿਹੜੇ ਸੀ ਔਤ ਕਹਾਉਂਦੇ ਖੁਸ਼ੀਆਂ ਓਏ ਅੱਜ ਮਨਾਉਂਦੇ, ਧੰਨ ਧੰਨ ਇਹਨਾਂ ਸਾਧੂਆਂ ਦੀ ਮਾਇਆ, ਸਾਧੂਆਂ ਦਾ ਬਾਕ ਨਾ ਟਲੇ, ਪੁੱਤ ਜਨਮਿਆ ਜਿਵੇਂ ਸੀ ਫਲ ਖਾਇਆ, ਸਾਧੂਆਂ ਦਾ ਬਾਕ ਨਾ ਟਲੇ। ਬੀਤੇ ਜਦ 9 ਮਾਸ ਜੀ ਪੁੱਤਰ ਦੀ ਹੋਈ ਆਸ ਜੀ, ਅੱਧਾ ਹੀ ਫਲ ਸੀ ਖਾਇਆ, ਅੱਧਾ ਹੀ ਪੁੱਤਰ ਪਾਇਆ, ਅੱਧਾ ਹੀ ਫਲ ਸੀ ਖਾਇਆ, ਅੱਧਾ ਹੀ ਪੁੱਤਰ ਪਾਇਆ। 2 ਭਾਗਾਂ ਵਿੱਚ ਬੱਚਾ ਦੇਖ ਲਾਇਆ, ਸਾਧੂਆਂ ਦੇ ਬਾਕ ਨਾ ਟਲੇ, ਪੁੱਤ ਜੰਮਿਆ ਜਿਵੇਂ ਸੀ ਫਲ ਖਾਇਆ, ਸਾਧੂਆਂ ਦੇ ਬਾਕ ਨਾ ਟਲੇ। ਰਾਜਾ ਸੁਣ ਹੋਇਆ ਹੈਰਾਨੇ, ਹੋਇਆ ਕੀ ਇਹ ਵਖਾਨੇ, ਰੱਬਾ ਕੀ ਲਾਜ ਬਣਾਵਾ ਇਹਨਾਂ ਨੂੰ ਕਹਾਂ ਛਪਾਵਾਂ, ਰੱਬਾ ਕੀ ਲਾਜ ਬਣਾਵਾ ਇਹਨਾਂ ਨੂੰ ਕਹਾਂ ਛਪਾਵਾਂ। ਹੋ ਪੁੱਤਰ ਮਿਲਿਆ ਨਾ ਚੈਨ ਮੈਨੂੰ ਆਇਆ, ਸਾਧੂਆਂ ਦਾ ਬਾਕ ਨਾ ਟਲੇ, ਪੁੱਤ ਜਨਮਿਆ ਜਿਵੇਂ ਸੀ ਫਲ ਖਾਇਆ, ਸਾਧੂਆਂ ਦਾ ਬਾਕ ਨਾ ਟਲੇ। ਮੇਤੋਂ ਹੀ ਹੋਈ ਗਲਤੀ ਸੰਤਾਂ ਨੇ ਦਿੱਤਾ ਫਲ ਸੀ, ਮੇਤੋਂ ਹੀ ਹੋਈ ਗਲਤੀ
ਸੰਤਾਂ ਨੇ ਦਿੱਤਾ ਫਲਤੀ ਫਲ ਦੇ ਦੋ ਭਾਗ ਬਣਾਏ ਵੈਸੀ ਹੀ ਪੁੱਤਰ ਪਾਏ ਫਲ ਦੇ ਦੋ ਭਾਗ ਬਣਾਏ ਵੈਸੇ ਹੀ ਪੁੱਤਰ ਪਾਏ ਇੱਕ ਰਾਣੀ ਨੂੰ ਨਾ ਫਲ ਵਰਤਾਇਆ ਸਾਧੂਆਂ ਦੇ ਬਾਕ ਨਾ ਟਲੇ ਪੁੱਤ ਜਨਮਿਆ ਜਿਵੇਂ ਸੀ ਫਲ ਖਾਇਆ ਸਾਧੂਆਂ ਦੇ ਬਾਕ ਨਾ ਟਲੇ ਰਾਜੇ ਨੇ ਦੋਏ ਚਕਾ ਕੇ ਜੰਗਲ ਦੇ ਵਿੱਚ ਸਟਾ ਕੇ ਸੋਚਾਂ ਵਿੱਚ ਰਾਜਾ ਪੈ ਕੇ ਸੋਚਦਾ ਮੈਲੀ ਬਹਿ ਕੇ ਸੋਚਾਂ ਵਿੱਚ ਰਾਜਾ ਪੈ ਕੇ ਸੋਚਦਾ ਮੈਲੀ ਬਹਿ ਕੇ ਹੋ ਕਿਉਂ ਨਾ ਸਾਧੂਆਂ ਦਾ ਬਚਨ ਪਗਾਇਆ ਸਾਧੂਆਂ ਦਾ ਬਾਕ ਨਾ ਟਲੇ ਪੁੱਤ ਜਨਮਿਆ ਜਿਵੇਂ ਸੀ ਫਲ ਖਾਇਆ ਸਾਧੂਆਂ ਦਾ ਬਾਕ ਨਾ ਟਲੇ ਕਰਦਾ ਹੈ ਹਰ ਹੀ ਹੀਲਾ ਵਰਤੂਗੀ ਕੋਈ ਲੀਲਾ ਸੰਤਾਂ ਦੀ ਮਹਿਮਾ ਨਿਆਰੀ ਭਾਜਨ ਓਂਕਾਰ ਉਚਾਰੀ ਸੰਤਾਂ ਦੀ ਮਹਿਮਾ ਨਿਆਰੀ ਭਾਜਨ ਓਂਕਾਰ ਉਚਾਰੀ ਮਾਝੀ ਵਾਲੇ ਨੇ ਗੁਰਾਂ ਦਾ ਜਸ ਗਾਇਆ ਸਾਧੂਆਂ ਦਾ ਬਾਕ ਨਾ ਟਲੇ ਪੁੱਤ ਜਨਮਿਆ ਜਿਵੇਂ ਸੀ ਫਲ ਖਾਇਆ ਸਾਧੂਆਂ ਦਾ ਬਾਕ ਨਾ ਟਲੇ ਜੀ ਸਾਧੂਆਂ ਦਾ ਬਾਕ ਨਾ ਟਲੇ ਜਿਸ ਵੇਲੇ ਰਾਜੇ ਨੇ ਬੱਚਿਆਂ ਦੇ ਜਨਮ ਦੀ ਖਬਰ ਸੁਣੀ ਰਾਜਾ ਹੈਰਾਨ ਹੋ ਗਿਆ ਰਾਜਾ ਸੁਣ ਹੋਏ ਹੈਰਾਨੇ ਹੋਇਆ ਕੀ ਇਹ ਵਖਾਨੇ ਰੱਬਾ ਕੀ ਲਾਜ ਬਣਾਵਾਂ ਇਹਨਾਂ ਨੂੰ ਕਹਾਂ ਛੁਪਾਵਾਂ ਪੁੱਤ ਮਿਲਿਆ ਨਾ ਚੈਨ ਮੈਨੂੰ ਆਇਆ ਸਾਧੂਆਂ ਦੇ ਬਾਕ ਨਾ ਟਲੇ ਪੁੱਤ ਜੰਮਿਆ ਜਿਵੇਂ ਸੀ ਫਲ ਖਾਇਆ ਰਾਜਾ ਹੈਰਾਨ ਹੋ ਗਿਆ ਭੁੱਬਾਂ ਮਾਰਦਾ ਧਾਹਾਂ ਮਾਰ ਰਿਹਾ ਬਾਂਦੀਆਂ ਕਹਿੰਦੀਆਂ ਸੀ ਮਹਾਰਾਜ ਤੁਸੀਂ ਕਹਿੰਦੇ ਸੀ ਸਾਡੇ ਘਰੇ 2 ਬਲੀ ਪੁੱਤਰ ਪੈਦਾ ਹੋਣਗੇ ਪਰ ਇੱਕ ਰਾਣੀ ਨੇ ਅੱਧੇ ਬੱਚੇ ਨੂੰ ਜਨਮ ਦੇਤਾ ਦੂਜੀ ਰਾਣੀ ਨੇ ਅੱਧੇ ਬੱਚੇ ਨੂੰ ਜਨਮ ਦੇਤਾ ਇਹ ਜਨਮ ਕਿਹੋ ਜਿਹਾ ਹੋਇਆ ਰਾਜਾ ਕਹਿੰਦਾ ਮੇਤੋਂ ਹੀ ਹੋਈ ਗਲਤੀ ਸੰਤਾਂ ਨੇ ਦਿੱਤਾ ਫਲਤੀ ਫਲ ਦੇ 2 ਭਾਗ ਬਣਾਏ ਵੈਸੇ ਹੀ ਪੁੱਤਰ ਪਾਏ ਇੱਕ ਰਾਣੀ ਨੂੰ ਨਾ ਫਲ ਵਰਤਾਇਆ ਸਾਧੂਆਂ ਦੇ ਬਾਕ ਨਾ ਟਲੇ ਪੁੱਤ ਜੰਮਿਆ ਜਿਵੇਂ ਸੀ ਫਲ ਖਾਇਆ ਹੈਰਾਨ ਹੋ ਕੇ ਰਾਜਾ ਭੁੱਬਾ ਮਾਰ ਕੇ ਕਹਿੰਦਾ ਮਨਾ ਹੁਣ ਜਾਵਾਂ ਮੈਂ ਕਿਵੇਂ ਲਾਜ ਕੀ ਬਣਾਵਾਂ ਜੇ ਸੰਤਾਂ ਦੇ ਚਰਨਾਂ ਵਿੱਚ ਜਾਨਾ ਮੱਥੇ ਲੱਗਣ ਜੋਗਾ ਨਹੀਂ ਹਾਂ ਮੈਂ ਰਾਜਾ ਕਹਿੰਦਾ ਬੰਦੀਓ ਕਰੋ ਰਾਣੀਆਂ ਨੂੰ ਇਹ ਖਬਰ ਦੇ ਦਿਓ ਬਈ ਜਿਹੜੇ ਬੱਚਿਆਂ ਨੂੰ ਥੋਨੇ ਜਨਮ ਦਿੱਤਾ ਉਹ ਮ੍ਰਿਤੂ ਬੱਚੇ ਸੀ 2 ਨੌਕਰ ਬੁਲਾਏ ਨੌਕਰਾਂ ਨੂੰ ਰਾਜਾ ਕਹਿਣ ਲੱਗਿਆ ਇਉਂ ਕਰੋ ਸਾਰੇ ਸ਼ਹਿਰ ਵਿੱਚ ਢੰਡੋਰਾ ਫਿਰਵਾ ਦਿਓ ਬਈ ਰਾਜੇ ਦੇ ਮ੍ਰਿਤੂ ਪੁੱਤਰ ਪੈਦਾ ਹੋਏ ਨੇ 2 ਨੌਕਰਾਂ ਨੂੰ ਉਪਦੇਸ਼ ਦਿੱਤਾ ਰਾਜੇ ਨੇ ਉਹ ਜਿਹੜੇ ਮਾਸ ਦੇ ਟੁਕੜੇ ਨੇ ਸਾਡੇ ਕੰਮ ਨਹੀਂ ਕਿਸੇ ਉਹਨਾਂ ਨੂੰ ਚੱਕ ਕੇ ਦੂਰ ਬਾਣਖੰਡ ਜੰਗਲ ਵਿੱਚ ਸਿੱਟ ਆਓ ਜਾ ਕੇ ਰਾਜੇ ਨੇ ਦੋਏ ਚਕਾ ਕੇ ਜੰਗਲ ਦੇ ਵਿੱਚ ਸਟਾ ਕੇ ਸੋਚਾਂ ਵਿੱਚ ਰਾਜਾ ਪੈ ਕੇ ਸੋਚਦਾ ਮੈਲੀ ਬਹਿ ਕੇ ਕਿਉਂ ਨਾ ਸਾਧੂਆਂ ਦਾ ਬਚਨ ਪਗਾਇਆ ਸਾਧੂਆਂ ਦੇ ਬਾਕ ਨਾ ਟਲੇ ਪੁੱਤ ਜੰਮਿਆ ਜਿਵੇਂ ਸੀ ਫਲ ਖਾਇਆ ਨੌਕਰਾਂ ਨੇ 2ਵੇਂ ਮਾਸ ਦੇ ਟੁਕੜੇ ਚੱਕ ਕੇ ਜੰਗਲ ਵਿੱਚ ਸਟਵਾ ਦਿੱਤੇ ਦੂਜੇ ਪਾਸੇ ਨੌਕਰਾਂ ਨੇ ਢੰਡੋਰਾ ਫਿਰਵਾਤਾ ਸਾਰੀ ਪੁਰੀ 'ਚ ਸਾਰੇ ਸ਼ਹਿਰ 'ਚ ਸੋਗ ਪੈਦਾ ਹੋ ਗਿਆ ਰਾਜਾ ਹੁਣ ਸੋਚ ਰਿਹਾ ਮੈਂ ਸੇਵਾ ਕੀਤੀ ਨੇਹ ਫਲ ਗਈ ਇੱਥੇ ਸੋਚਣ ਵਾਲੀ ਵਿਚਾਰ ਇਹ ਹੈ ਵੀ ਜਿਹੜਾ ਬਚਨ ਸੰਤਾਂ ਨੇ ਕਰ ਦਿੱਤਾ ਉਹ ਅਵਸ਼ ਪੂਰਨ ਹੁੰਦਾ ਹੈ ਭਾਵੇਂ ਸਹਿ ਸੁਭਾਅ ਕਹਿ ਦੇਣ ਸੰਤ ਪਰ ਉਹ ਤਾਂ ਸੰਤਾਂ ਨੇ ਕਿਹਾ ਸੀ ਤੇਰੇ ਘਰੇ ਬਲੀ ਪੁੱਤਰ ਪੈਦਾ ਹੋ ਸਾਡਾ ਵਰਦਾਨ ਹੈ ਬਚਨ ਹੈ ਸਾਡਾ ਕਿਵੇਂ ਟਲ ਸਕਦਾ ਕਰਦਾ ਹੈ ਹਰ ਹੀ ਹੀਲਾ ਵਰਤੂਗੀ ਕੋਈ ਲੀਲਾ ਸੰਤਾਂ ਦੀ ਮਹਿਮਾ ਨਿਆਰੀ ਭਾਜਨ ਓਂਕਾਰ ਉਚਾਰੀ ਮਾਝੀ ਵਾਲੇ ਨੇ ਗੁਰਾਂ ਦਾ ਜਸ ਗਾਇਆ ਸਾਧੂਆਂ ਦੇ ਬਾਕ ਨਾ ਟਲੇ ਪੁੱਤ ਜੰਮਿਆ ਜਿਵੇਂ ਸੀ ਫਲ ਖਾਇਆ ਇੱਧਰ ਹੁਣ ਸੰਤ ਧੂਣੇ ਤੇ ਬੈਠੇ ਸੋਚਦੇ ਨੇ ਰਾਜੇ ਨੇ ਕੀਤੀ ਗਲਤੀ ਮਾਸ ਦੇ ਟੁਕੜੇ ਸਮਝ ਕੇ ਜੰਗਲ ਵਿੱਚ ਸਟਾਤੇ ਹੁਣ ਸੰਤ ਮਹਾਰਾਜ ਰੱਬ ਦੇ ਪਿਆਰੇ ਉਹ ਪ੍ਰਮਾਤਮਾ ਦੇ ਚਰਨ ਕਮਲਾਂ 'ਚ ਲਿਵ ਜੋੜ ਕੇ
ਕੀ ਕਹਿੰਦੇ ਨੇ ਮਹਾਰਾਜ, ਅਸੀਂ ਤੇਰੇ ਨਾਂ ਤੇ ਘਰ-ਬਾਰ ਛੱਡਿਆ, 5 ਤੱਤ ਨਿਰਲੇਪ ਰਹਿ ਕੇ ਅਸੀਂ ਤੇਰੇ ਨਾਮ ਦੀ ਬੰਦਗੀ ਕਰਦੇ ਹਾਂ, ਤੇਰੇ ਨਾਮ ਦੀ ਮਾਲਾ ਫੇਰਦੇ ਹਾਂ। ਅਸੀਂ ਵਰਦਾਨ ਦਿੱਤਾ ਰਾਜੇ ਨੂੰ ਵੀ ਤੇਰੇ ਘਰੇ ਇੱਕ ਪੁੱਤਰ ਪੈਦਾ ਹੋਵੇਗਾ, ਪਰ ਆ ਜਿਹੜੇ ਮਾਸ ਦੇ ਟੁਕੜੇ ਰਾਜੇ ਨੇ ਸਟਿਆਤੇ ਜੰਗਲ 'ਚ, ਉੱਥੇ ਮਾਸਾਹਾਰੀ ਜੀਵ ਨੇ। ਹੇ ਪ੍ਰਮਾਤਮਾ, ਕਿਤੇ ਮਾਸਾਹਾਰੀ ਜੀਵ ਉਹਨਾਂ ਮਾਸ ਦੇ ਟੁਕੜਿਆਂ ਨੂੰ ਖਾ ਲੈਣ ਮਾਸ ਸਮਝ ਕੇ, ਉਹ ਤਾਂ ਹੈ ਸਾਡਾ ਪ੍ਰਸਾਦ। ਸੰਤ ਕਹਿੰਦੇ ਭਗਵਾਨ ਤੂੰ ਸਾਡੀ ਕਦੇ ਮੋੜੀ ਤਾਂ ਨਹੀਂ ਹੈ, ਜੇ ਅੱਜ ਮੋੜਤੀ, ਜੇ ਦਾਗ ਲੱਗੂਗਾ ਤਾਂ ਤੇਰੇ ਨਾਂ ਨੂੰ ਲੱਗੂਗਾ। ਇੱਕ ਫਕੀਰ ਧੂਣੇ ਉੱਤੇ ਬੈਠ ਕੇ ਦੇਖਾਂ ਭਲਾ ਉਸ ਪਰਿਪੂਰਨ ਪਰਮਾਤਮਾ ਦੇ ਚਰਨ ਕਮਲਾਂ ਵਿੱਚ ਬੇਨਤੀ ਕਰਦੇ ਨੇ। ਕੀ ਕਹਿੰਦੇ ਨੇ? ਸਾਧੂ ਬਹਿ ਕੇ ਲਾ ਕੇ ਸੁਰਤੀ, ਸ਼ਹਿਰ 10ਵੇਂ ਦੁਆਰ ਵਾਲੀ ਕਰਦੇ, ਅਸੀਂ ਤੇਰਾ ਨਾਮ ਜਪੀਏ, ਤੂੰ ਹੀ ਰੱਖੇ ਸਾਧੂਆਂ ਦੇ ਪਰਦੇ, ਦੁੱਖ ਸੁੱਖ ਦੇਵੇਂ ਮਾਲਕਾ, ਤੇਰਾ ਮਿੱਠਾ ਮਿੱਠਾ ਮੰਨ ਲਈਏ ਭਾਣਾ, ਦਾਗ ਲੱਗੂ ਤੇਰੇ ਨਾਮ ਨੂੰ, ਸਾਡਾ ਕੁਝ ਨਹੀਂ ਫਕੀਰਾਂ ਦਾ ਜਾਣਾ। ਇੱਕ ਸੰਤ ਜਨ ਉਸ ਪਰਿਪੂਰਨ ਪ੍ਰਮਾਤਮਾ ਨੂੰ ਆਪਣੀ ਬੇਨਤੀ ਅਰਜ ਭਲਾ ਹੈ ਇਉਂ ਕਰਦੇ ਸੀ। ਹੋ ਸਾਧੂ ਬਹਿ ਗਏ ਲਾ ਕੇ ਸੁਰਤੀ, ਸ਼ਹਿਰ 10ਵੇਂ ਦੁਆਰ ਵਾਲੀ ਕਰ ਦੇ, ਅਸੀਂ ਤੇਰਾ ਨਾਮ ਜਪੀਏ, ਤੂੰ ਹੀ ਰੱਖੇ ਸਾਧੂਆਂ ਦੇ ਪਰਦੇ, ਦੁੱਖ ਸੁੱਖ ਦੇਵੇ ਮਾਲਕਾ, ਤੇਰਾ ਮਿੱਠਾ ਮਿੱਠਾ ਮੰਨ ਲਈਏ ਪਾਣਾ, ਦਾਗ ਲੱਗੂ ਤੇਰੇ ਨਾਮ ਨੂੰ, ਸਾਡਾ ਕੁਝ ਨਹੀਂ ਫਕੀਰਾਂ ਦਾ ਜਾਣਾ, ਦਾਗ ਲੱਗੂ ਤੇਰੇ ਨਾਮ ਨੂੰ, ਸਾਡਾ ਕੁਝ ਨਹੀਂ ਫਕੀਰਾਂ ਦਾ ਜਾਣਾ। ਵੇਦ ਤੇ ਪੁਰਾਣ ਆਖਦੇ, ਆਪੇ ਸਾਧੂਆਂ ਦੇ ਕਾਜ ਰਚਾਵੇ, ਜਿਹੜੇ ਸਾਧੂ ਨਾਮ ਜਪਦੇ, ਉਹਨਾਂ ਰਸ਼ਨਾ ਤੇ ਬਾਸ ਬਣਾਵੇ, ਜੱਗ ਨਾਲੋਂ ਜਿਹੜੇ ਤੋੜ ਕੇ, ਜੱਗ ਨਾਲੋਂ ਜਿਹੜੇ ਤੋੜ ਕੇ, ਤੇਰੇ ਦਰ ਉੱਤੇ ਕਰ ਨਾ ਟਿਕਾਣਾ, ਦਾਗ ਲੱਗੂ ਤੇਰੇ ਨਾਮ ਨੂੰ, ਸਾਡਾ ਕੁਝ ਨਹੀਂ ਫਕੀਰਾਂ ਦਾ ਜਾਣਾ, ਦਾਗ ਲੱਗੂ ਤੇਰੇ ਨਾਮ ਨੂੰ, ਸਾਡਾ ਕੁਝ ਨਹੀਂ ਫਕੀਰਾਂ ਦਾ ਜਾਣਾ। 5 ਤੱਤ ਕਾਬੂ ਕਰਕੇ, ਪੋ ਮਾਗ ਚ ਕਰਨ ਜਲ ਤਾਰੇ, ਜੇਠ ਹਾੜ ਤਾਪੇ ਤੂਣੀਆਂ, ਤੇਰਾ ਸਾਧੂ ਤੇਰੇ ਨਾਮ ਦੇ ਸਹਾਰੇ, ਬੁਰਾ ਭਲਾ ਕਈ ਆਖਦੇ ਬੋਲ, ਉਹਨਾਂ ਦਾ ਨਾ ਦਿਲ ਤੇ ਲਗਾਣਾ, ਦਾਗ ਲੱਗੂ ਤੇਰੇ ਨਾਮ ਨੂੰ, ਸਾਡਾ ਕੁਝ ਨਹੀਂ ਫਕੀਰਾਂ ਦਾ ਜਾਣਾ, ਦਾਗ ਲੱਗੂ ਤੇਰੇ ਨਾਮ ਨੂੰ, ਸਾਡਾ ਕੁਝ ਨਹੀਂ ਫਕੀਰਾਂ ਦਾ ਜਾਣਾ। ਮੰਗਦੇ ਨੇ ਭਲਾ ਸਭ ਦਾ, ਹੁੰਦੇ 4 ਪਦਾਰਥ ਕੋਲੇ, ਇਹੋ ਜਿਹੇ ਫਕਰਾਂ ਨੂੰ ਸਾਰਾ ਜਗਤ ਜਲੰਦਾ ਟੋਲੇ, ਲਿਖੀ ਤੇਰੀ ਮੋੜ ਦਿੰਦੇ ਨੇ ਹੁਣ, ਹੋਰ ਕੀ ਪਊਗਾ ਸਮਝਾਣਾ, ਦਾਗ ਲੱਗੂ ਤੇਰੇ ਨਾਮ ਨੂੰ, ਸਾਡਾ ਕੁਝ ਨਹੀਂ ਫਕੀਰਾਂ ਦਾ ਜਾਣਾ, ਦਾਗ ਲੱਗੂ ਤੇਰੇ ਨਾਮ ਨੂੰ, ਸਾਡਾ ਕੁਝ ਨਹੀਂ ਫਕੀਰਾਂ ਦਾ ਜਾਣਾ। ਜੇ ਨਾ ਬਾਕ ਪੂਰਨ ਕਰੇ, ਸਾਡੀ ਭਗਤੀ ਨੂੰ ਲੱਖ ਤਰਕਾਰਾਂ, ਰਾਜੇ ਨੇ ਤਾਂ ਕਰੀ ਗਲਤੀ, ਸਾਡੇ ਬਚਨਾਂ ਦਾ ਤੂੰ ਹੀ ਰਖਵਾਰਾ, ਤੂੰ ਤਾਂ ਹੈ ਰਚਨਹਾਰ ਜੀ, ਤੂੰ ਤਾਂ ਹੈ ਰਚਨਹਾਰ ਜੀ, ਤੇਰਾ ਘਾਟ ਘਾਟ ਵਿੱਚ ਹੈ ਟਿਕਾਣਾ, ਦਾਗ ਲੱਗੂ ਤੇਰੇ ਨਾਮ ਨੂੰ, ਸਾਡਾ
ਕੁਝ ਨਹੀਂ ਫਕੀਰਾਂ ਦਾ ਜਾਣਾ। ਦਾਗ ਲੱਗੂ ਤੇਰੇ ਨਾਮ ਨੂੰ ਸਾਡਾ, ਕੁਝ ਨਹੀਂ ਫਕੀਰਾਂ ਦਾ ਜਾਣਾ। ਕੁਦਰਤ ਬਾਲਾ ਸੰਗ ਤੇ ਕਿਵੇਂ ਸਾਧੂਆਂ ਨੂੰ ਮੋੜ ਦੇਵੇ ਖਾਲੀ। ਸੇਵਕ ਅਮਰਜੀਤ ਜੀ ਇੱਕੋ ਫਕਰਾਂ ਦੇ ਦਰ ਦੇ ਸਵਾਲੀ। ਸਿੰਗਲਾ ਜੀ ਤੁਹਾਡੇ ਪਿਆਰ ਦਾ, ਸਿੰਗਲਾ ਜੀ ਤੁਹਾਡੇ ਪਿਆਰ ਦਾ ਲਿਖੇ ਓਂਕਾਰ ਨਾਗਮਾ ਸੁਹਾਣਾ। ਦਾਗ ਲੱਗੂ ਤੇਰੇ ਨਾਮ ਨੂੰ ਸਾਡਾ, ਕੁਝ ਨਹੀਂ ਫਕੀਰਾਂ ਦਾ ਜਾਣਾ। ਦਾਗ ਲੱਗੂ ਤੇਰੇ ਨਾਮ ਨੂੰ ਸਾਡਾ, ਕੁਝ ਨਹੀਂ ਫਕੀਰਾਂ ਦਾ ਜਾਣਾ। ਦਾਗ ਲੱਗੂ ਤੇਰੇ ਨਾਮ ਨੂੰ ਸਾਡਾ, ਕੁਝ ਨਹੀਂ ਫਕੀਰਾਂ ਦਾ ਜਾਣਾ। ਸੰਤਾਂ ਨੇ ਇਹ ਆਵਾਜ਼ ਜਦੋਂ ਭਗਵਾਨ ਨੂੰ ਦਿੱਤੀ, ਕਹਿੰਦੇ ਭਗਵਾਨ ਗ੍ਰੰਥਾਂ 'ਚ ਵੇਦਾਂ 'ਚ ਰਚਿਤ ਕਰਦੇ ਨੇ, ਮੇਰੀ ਬਾਂਦੀ ਭਗਤ ਛੁਡਾਵੇ, ਬਾਂਦੀ ਭਗਤ ਨਾ ਛੁੱਟੇ ਮੋਹੇ। ਹੁਣ ਇੱਥੇ ਪਰਮਾਤਮਾ ਨੇ ਇੱਕ ਵਿਧਨਾ ਰਚ ਦਿੱਤੀ। ਉਸ ਬਣ ਵਿੱਚ ਇੱਕ ਜਰਾ ਨਾਮ ਦੀ ਰਾਖਸ਼ਣੀ ਰਹਿੰਦੀ ਸੀ। ਉਹਨੂੰ ਭੁੱਖ ਲੱਗੀ, ਉਹਨੇ ਪਰੀਆਂ ਵਾਲਾ ਰੂਪ ਬਣਾਇਆ, ਉਹ ਸ਼ਹਿਰ ਵਿੱਚ ਦਾਖਲ ਹੋ ਗਈ। ਔਰ ਜਿਹੜੇ ਵੀ ਦਰ ਉੱਤੇ ਜਾਵੇ ਲੋਕ ਰੋ ਰਹੇ ਨੇ, ਕੁਰਲਾ ਰਹੇ ਨੇ। ਉਹਨੇ 5-7 ਦਰ ਦੇਖੇ। ਅੱਗੇ ਜਾ ਕੇ ਪੁੱਛਦੀ ਆ, ਭਾਈ ਇਹ ਸ਼ਹਿਰ ਦੇ ਲੋਕ ਉਦਾਸ ਕਿਉਂ ਨੇ? ਉਹ ਆਂਦੇ, ਬੀਬੀ ਇੱਥੋਂ ਦਾ ਜਿਹੜਾ ਰਾਜਾ ਸੀ ਉਹਦੇ ਮਰੇ ਹੋਏ 2 ਪੁੱਤਰ ਪੈਦਾ ਹੋਏ, ਇਸ ਕਾਰਨ ਸਾਰਾ ਸ਼ਹਿਰ ਦੁਖੀ ਹੈ। ਉਹ ਆਂਦੀ, ਮਨਾ ਤੈਨੂੰ ਇੱਥੋਂ ਕੀ ਮਿਲੂ? ਉਹਨੇ ਫਿਰ ਇੱਲ ਦਾ ਰੂਪ ਬਣਾਇਆ। ਇੱਲ ਦਾ ਰੂਪ ਬਣਾ ਕੇ ਕਹਿੰਦੇ ਫਿਰ ਆਕਾਸ਼ ਮਾਰਗ ਨੂੰ ਚਲੀ ਗਈ, ਘੁੰਮ ਰਹੀ ਹੈ। ਔਰ ਉਹਦੀ ਜਿਹੜੀ ਆਸ ਹੈ ਉਹ ਹੈ ਮਾਸ ਪ੍ਰਾਪਤ ਕਰਨ ਦੀ। ਇੱਧਰ ਮਾਸ ਦੇ ਟੁਕੜੇ ਰਾਜੇ ਨੇ ਬਣ ਵਿੱਚ ਸਟਾਤੇ। ਦੇਖੋ ਲੀਲਾਹਾਰੀ ਭਗਵਾਨ ਕਿੰਨਾ ਹੈ, ਇੱਕ ਪਲ ਵਿੱਚ ਵਿਧਨਾ ਰਚ ਦਿੰਦਾ ਹੈ। ਇੱਕ ਪਾਸੇ ਤਾਂ ਮਾਸ ਦੇ ਟੁਕੜੇ ਪਏ ਔਰ ਉੱਥੇ ਮਾਸਾਹਾਰੀ ਜੀਵ ਰਹਿ ਰਹੇ ਨੇ। ਕੁਦਰਤ ਵਾਲੇ ਨੇ ਐਸੀ ਕਿਰਪਾ ਕੀਤੀ, ਉਸ ਇੱਲ ਨੇ ਜਦੋਂ ਜੰਗਲ ਵੱਲ ਨਿਗਾਹ ਮਾਰੀ, ਸਿਆਣੇ ਕਹਿੰਦੇ ਜਿਹੜੀ ਇੱਲ ਦੀ ਨਜ਼ਰ ਹੈ 8 ਯੋਜਨ ਤੱਕ ਬਿਲਕੁਲ ਸਾਫ਼ ਦੇਖ ਲੈਂਦੀ ਹੈ, ਬਿਲਕੁਲ ਸਾਫ਼। ਜਦੋਂ ਉਹਨੇ ਨਜ਼ਰ ਮਾਰੀ ਜੰਗਲ 'ਚ, ਮਾਸ ਦੇ ਟੁਕੜੇ ਨਜ਼ਰ ਆਏ। ਜੀਵ ਵੀ ਉੱਥੇ, ਮਾਸ ਵੀ ਉੱਥੇ, ਪਰ ਕੋਲ ਨਾ ਕੋਈ ਆਵੇ ਜੀ। ਕੈਸੀ ਖੇਲ ਹਰੀ ਦੀ ਦੇਖੋ, ਤਾਂ ਹੀ ਬੇਅੰਤ ਕਹਾਵੇ ਜੀ। ਜਰਾ ਨਾਮ ਦੀ ਰਾਖਸ਼ ਉੱਥੇ ਘੁੰਮਾ ਕੇ ਆਉਂਦੀ ਐ। ਨਜ਼ਰੀ ਪੈ ਗਏ ਮਾਸ ਦੇ ਟੁਕੜੇ, ਲੱਖ ਲੱਖ ਸ਼ੁਕਰ ਮਨਾਉਂਦੀ ਐ। ਮਾਸ ਦੇ ਟੁਕੜੇ ਦੇਖ ਕੇ ਲੱਖਾਂ ਹੀ ਸ਼ੁਕਰ ਮਨਾਇਆ ਉਹਨੇ। ਜਦੋਂ ਆਈ ਮਾਸ ਦੇ ਟੁਕੜਿਆਂ ਦੇ ਕੋਲੇ, ਉਹ ਆਂਦੀ ਮੈਂ ਤਾਂ ਆਪਣੀ ਖੁਰਾਕ ਸ਼ਹਿਰ 'ਚ ਭਾਲਦੀ ਫਿਰਦੀ ਸੀ, ਕੁਦਰਤ ਵਾਲੇ ਨੇ ਮੇਰੀ ਖੁਰਾਕ ਐਸੇ ਬਣ ਵਿੱਚ ਪੈਦਾ ਕਰਤੀ। ਉਹ ਕਹਿੰਦੀ ਭਗਵਾਨ ਸ਼ੰਕਰ ਕਰੋੜਾਂ ਵਾਰ ਤੇਰਾ ਧੰਨਵਾਦ, ਕਿਉਂਕਿ ਜੈਮਨੀ ਰਿਸ਼ੀ ਜੀ ਕਹਿੰਦੇ ਉਹ ਜਰਾ ਨਾਮ ਦੀ ਰਾਖਸ਼ਣੀ ਭਗਵਾਨ ਸ਼ੰਕਰ ਦੀ ਪੁਜਾਰਨ ਸੀ। ਭਾਵੇਂ ਰਾਖਸ਼ ਸੀ, ਉਹ ਭਗਵਾਨ ਸ਼ੰਕਰ ਦਾ ਹਰ ਵੇਲੇ 5 ਅਕਸ਼ਰੀ ਮੰਤਰ ਦਾ ਜਾਪ ਕਰਦੀ ਸੀ। ਉਹ ਆਂਦੀ ਮਨਾ ਮਾਸ ਹੈ ਜ਼ਿਆਦੇ, ਤੇਰੇ ਇੱਲ ਦੇ ਪੰਜੇ ਛੋਟੇ ਨੇ। ਉਹਨੇ ਫਿਰ ਵੱਡਾ ਬਕਰਾਲ ਰੂਪ ਬਣਾਇਆ, ਜਿਵੇਂ ਭਗਵਾਨ ਕ੍ਰਿਸ਼ਨ ਨੂੰ ਮਾਰਨ ਵਾਸਤੇ ਪੂਤਨਾ ਬਕਰਾਲ ਰੂਪ ਬਣਾ ਕੇ ਗਈ ਸੀ, ਉਹੋ ਜਿਹਾ ਰੂਪ ਬਣਾਇਆ। ਜਦੋਂ ਉਹਨੇ ਕਹਿੰਦੇ ਮਾਸ ਦੇ ਟੁਕੜਿਆਂ ਨੂੰ ਹੱਥ ਲਾਉਣਾ ਚਾਹਿਆ, ਉਹ ਮਾਸ ਨਹੀਂ ਸੀ, ਉਹ ਤਾਂ ਸੀ ਸੰਤਾਂ ਦਾ ਪ੍ਰਸ਼ਾਦ। ਔਰ ਮਨ ਵਿੱਚ ਵੀ ਸੋਚੇ ਬਈ ਕੁਦਰਤ ਵਾਲਾ ਧੰਨ ਹੈ ਜਿਹੜਾ ਐਸੀਆਂ ਲੀਲਾ ਰਚਦਾ ਹੈ। ਕਈ ਦਿਨਾਂ ਦੀ ਰਸਤ ਹੈ ਮੇਰੀ, ਵਿੱਚ ਖੁਸ਼ੀ ਦੇ ਗਾਉਂਦੀ ਐ। ਬਾਵੇ ਮੇਰਿਆ ਡਾਢਿਆ ਰੱਬਾ, ਕਹਿ ਕੇ ਨੇੜੇ ਆਉਂਦੀ ਐ। ਜਦੋਂ ਕਹਿੰਦੇ ਉਹਨੇ ਮਾਸ ਦੇ ਟੁਕੜਿਆਂ ਨੂੰ ਸਪਰਸ਼ ਕੀਤਾ, ਜਿਹੜੀ ਉਹਦੀ ਰਾਖਸ਼ ਬੁੱਧੀ ਸੀ ਖਤਮ ਹੋ ਗਈ, ਉਹਨੂੰ ਦੇਵਤਿਆਂ ਵਾਲੀ ਬੁੱਧੀ ਮਿਲੀ। ਜੈਮਨੀ ਰਿਸ਼ੀ ਨੂੰ ਉਹਨਾਂ ਦੇ ਸ਼ਿਸ਼ ਕਹਿੰਦੇ ਮਹਾਰਾਜ
ਮਾਸ ਨੂੰ ਸਪਰਸ਼ ਕਰਨ ਨਾਲ ਉਹਨੂੰ ਦੇਵ ਬੁੱਧੀ ਕਿਉਂ ਮਿਲੀ? ਜੈਮਨੀ ਰਿਸ਼ੀ ਕਹਿੰਦੇ, ਬੱਚਿਓ, ਕਿਉਂਕਿ ਉਹ ਸੰਤਾਂ ਦਾ ਪ੍ਰਸ਼ਾਦ ਸੀ। ਉਹ ਇੱਕ ਅੰਮ੍ਰਿਤ ਸੀ। ਜਿਹੜੇ ਅੰਮ੍ਰਿਤ ਨੂੰ ਵਰਤਦੇ ਨੇ, ਜਿਹੜੇ ਸੰਤਾਂ ਦੇ ਸ਼ਬਦਾਂ ਨੂੰ ਗ੍ਰਹਿਣ ਕਰਦੇ ਨੇ, ਉਹਨਾਂ ਦੀ ਬੁੱਧੀ ਸ਼ੁੱਧ ਹੋ ਜਾਂਦੀ ਹੈ। ਰਾਖਸ਼ ਬੁੱਧੀ ਤੋਂ ਉਹਨੇ ਦੇਵ ਬੁੱਧੀ ਪ੍ਰਾਪਤ ਕੀਤੀ। ਜਿਹੜੇ ਦੇਵ ਬੁੱਧੀ ਵਾਲੇ ਨੇ ਗੁਰਮੁਖ, ਉਹ ਮਾਸ ਵੱਲ ਤੱਕਦੇ ਵੀ ਨਹੀਂ। ਜਿਹੜੇ ਮਨਮੁਖ ਨੇ ਉਹ ਵਰਤਦੇ ਨੇ ਇਹਨੂੰ। ਮਾਸ ਖਾਣਾ ਮਹਾ ਪਾਪ ਹੈ, ਵਰਜਿਤ ਕਰ ਰਹੇ ਨੇ ਸੰਤ ਮਹਾਤਮਾ ਸ਼ਾਸਤਰ। ਇਹਨੂੰ ਮੰਨਦੇ ਕੌਣ ਨੇ? ਜਿਹੜੇ ਗੁਰਮੁਖ ਪਿਆਰੇ ਨੇ। ਉਹ ਆਂਦੀ ਮਨਾ ਮਾਸ ਖਾਣਾ ਮਹਾ ਪਾਪ ਹੈ, ਕਿਉਂਕਿ ਉਹਨੂੰ ਦੇਵਤਿਆਂ ਵਾਲੀ ਦੇਵ ਬੁੱਧੀ ਪ੍ਰਾਪਤ ਹੋ ਗਈ ਸੀ। ਉਹ ਕਹਿੰਦੀ ਇਹ ਮਾਸ ਦੇ ਟੁਕੜਿਆਂ ਤੋਂ ਤੈਨੂੰ ਮਿਲ ਗਈ ਦੇਵ ਬੁੱਧੀ। ਪਤਾ ਨਹੀਂ ਕਿੰਨਾ ਕੁ ਮਾਸ ਤੈਂ ਖਾਧਾ। ਇਹ ਮਾਸ ਨਹੀਂ ਹੈ, ਇਹ ਤਾਂ ਕੋਈ ਕਲਾ ਕੁਦਰਤ ਵਾਲੇ ਦੀ। ਹੁਣ ਆਪਣੇ ਦੋਵੇਂ ਹੱਥਾਂ ਵਿੱਚ ਉਹ ਮਾਸ ਦੇ ਟੁਕੜੇ ਚੱਕ ਕੇ ਇੱਕ ਯਰਾ ਨਾਮ ਦੀ ਰਾਖਸ਼ਣੀ ਭਗਵਾਨ ਸ਼ੰਕਰ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੀ ਹੈ, ਐ ਆਦਿ ਦੇਵ ਮਹਾਦੇਵ ਜੀ, ਹੇ ਹਰ ਭਗਵਾਨ ਜੀ, ਜਿੰਨਾ ਜੀਵਨ ਮੈਨੂੰ ਹੋ ਗਿਆ ਇਹ ਸਰੀਰ 'ਚ ਆਇਆ ਨੂੰ, ਮੈਂ ਤੁਹਾਤੋਂ ਕੁਛ ਮੰਗਿਆ ਨਹੀਂ ਹੈ। ਅੱਜ ਇੱਕ ਮੰਗ ਮੰਗਦੀ ਹਾਂ। ਆਹ ਧਰਤੀ ਵੀ ਤੁਸੀਂ ਬਣਾਈ, ਆਕਾਸ਼ ਥੋਨੇ ਬਣਾਇਆ, ਸਾਜਣ ਵਾਲੇ ਵੀ ਤੁਸੀਂ, ਪਾਲਣਾ ਕਰਨ ਵਾਲੇ ਵੀ ਤੁਸੀਂ, ਲੈ ਕਰਨ ਵਾਲੇ ਵੀ ਤੁਸੀਂ, ਪਲ ਵਿੱਚ ਰਚਨਾ ਰਚਾਉਣ ਵਾਲਾ ਤੂੰ। ਐ ਭਗਵਾਨ, ਇੱਥੇ ਵੀ ਇੱਕ ਲੀਲਾ ਰਚ ਦੇ, ਇਹ ਮਾਸ ਦੇ ਟੁਕੜਿਆਂ ਨੂੰ ਇੱਕ ਬਣਾ ਦੇ। ਦੇਖਾਂ ਭਲਾ ਜਰਾ ਨਾਮ ਦੀ ਰਾਖਸ਼ਣੀ ਬਣ ਵਿੱਚ ਬੈਠ ਕੇ ਭਗਵਾਨ ਸ਼ੰਕਰ ਜੀਆਂ ਦੇ ਚਰਨਾਂ ਦਾ ਧਿਆਨ ਧਰ ਕੇ ਬੇਨਤੀ ਹੈ ਇਉਂ ਕਰਦੀ ਸੀ। ਮੈਂ ਉਸ ਤੋਂ ਬਲਿਹਾਰੀ ਜਾਵਾਂ, ਤੇਰਾ ਜਿਸ ਕਲਬੂਤ ਬਣਾਇਆ, ਕਿਸੇ ਗੱਲ ਦੀ ਕਸਰ ਨਾ ਛੱਡੀ, ਹਰ ਅੰਗ ਐਸਾ ਲਾਇਆ, ਪੰਜ ਤੱਤ ਉਹਨੇ ਇਕੱਠੇ ਕਰਕੇ ਤੇ ਰੂਹ ਵਿੱਚ ਆਪ ਸਮਾਇਆ, ਕਾਦਰ ਦੀ ਕੁਦਰਤ ਦਾ ਜਮਲਾ, ਉਹ ਜੱਟਾ ਭੇਦ ਕਿਸੇ ਨਹੀਂ ਪਾਇਆ। ਲੀਲਾ ਤੇਰੀ ਧਨ ਖੇਲ ਨੇ ਬੇਅੰਤ ਜੀ, ਖੇਲ ਨੇ ਬੇਅੰਤ ਜੀ, ਤੇਰੀ ਕੁਦਰਤ ਦਾ ਨ ਆਵੇ ਅੰਤ ਜੀ, ਕਹਿੰਦੇ ਆਵੇ ਅੰਤ ਜੀ। ਘਾਟ ਘਾਟ ਵਿੱਚ ਦਰਸਾਉਣ ਵਾਲਾ ਤੂੰ, ਦਰਸਾਉਣ ਵਾਲਾ ਤੂੰ, ਪਲ ਵਿੱਚ ਰਚਨਾ ਰਚਾਉਣ ਵਾਲਾ ਤੂੰ, ਜੀ ਰਚਾਉਣ ਵਾਲਾ ਤੂੰ। ਧਰਮ ਦੀ ਹਾਨੀ ਨੀ ਤੂੰ ਹੋਣ ਦੇ ਮਦਾ, ਤੂੰ ਨੀ ਹੋਣ ਦੇ ਮਦਾ, ਉਸੇ ਵੇਲੇ ਧਾਰੀ ਅਵਤਾਰ ਲੈ ਮਦਾ, ਅਵਤਾਰ ਲੈ ਮਦਾ। ਪਾਪੀਆਂ ਨੂੰ ਜੜ ਤੋਂ ਮਿਟਾਉਣ ਵਾਲਾ ਤੂੰ, ਜੀ ਮਿਟਾਉਣ ਵਾਲਾ ਤੂੰ, ਪਲ ਵਿੱਚ ਰਚਨਾ ਰਚਾਉਣ ਵਾਲਾ ਤੂੰ, ਜੀ ਰਚਾਉਣ ਵਾਲਾ ਤੂੰ। ਉਹ ਤਾਂ ਸਾਰੇ ਗੁਣ ਨਿਰਗੁਣ ਨਿਰੰਕਾਰ ਹੈ, ਸਾਰੇ ਗੁਣ ਨਿਰਗੁਣ ਨਿਰੰਕਾਰ ਹੈ, ਤੂੰ ਹੀ ਨਿਰੰਕਾਰ ਹੈ। ਹरि ओम नारायण ओंकार है, तू ही ओंकार है। ਸਭਨਾਂ ਦਾ ਮਾਲਕ ਕਹਾਉਣ ਵਾਲਾ ਤੂੰ, ਜੀ ਕਹਾਉਣ ਵਾਲਾ ਤੂੰ, ਜੀ ਕਹਾਉਣ ਵਾਲਾ ਤੂੰ, ਪਲ ਵਿੱਚ ਰਚਨਾ ਰਚਾਉਣ ਵਾਲਾ ਤੂੰ, ਜੀ ਰਚਾਉਣ ਵਾਲਾ ਤੂੰ। ਉਹ ਤਾਂ ਖੰਡ ਬ੍ਰਹਿਮੰਡ ਸਭ ਤੇਰੀ ਮਾਇਆ ਹੈ, ਸਭ ਤੇਰੀ ਮਾਇਆ ਹੈ। ਕਿਵੇਂ ਸਾਰਾ ਕੁਝ ਤੋਸਾ ਨੇ ਰਚਾਇਆ ਹੈ, ਤੋਸਾ ਨੇ ਰਚਾਇਆ ਹੈ। ਆਪ ਹੀ ਬਣਾ ਕੇ ਤੇ ਮਿਟਾਉਣ ਵਾਲਾ ਤੂੰ, ਜੀ ਮਿਟਾਉਣ ਵਾਲਾ ਤੂੰ, ਪਲ ਵਿੱਚ ਰਚਨਾ ਰਚਾਉਣ ਵਾਲਾ ਤੂੰ, ਜੀ ਰਚਾਉਣ ਵਾਲਾ ਤੂੰ। ਉਹ ਸਾਜਦਾ ਵੀ ਤੂੰ ਹੀ, ਤੂੰ ਸਾਜਣਹਾਰ ਹੈ, ਤੂੰ ਸਾਜਣਹਾਰ ਹੈ। ਪਾਲਦਾ ਵੀ ਆਪੇ ਤੂੰ ਪਾਲਣਹਾਰ ਹੈ, ਤੂੰ ਪਾਲਣਹਾਰ ਹੈ। ਮਹਾਪਾਰਲੋਂ ਵੀ ਵਰਤਾਉਣ ਵਾਲਾ ਤੂੰ, ਮਹਾਪਾਰਲੋਂ ਵੀ ਵਰਤਾਉਣ ਵਾਲਾ ਤੂੰ, ਵਰਤਾਉਣ ਵਾਲਾ ਤੂੰ, ਪਲ ਵਿੱਚ ਰਚਨਾ ਰਚਾਉਣ ਵਾਲਾ ਤੂੰ, ਹੈ ਰਚਾਉਣ ਵਾਲਾ ਤੂੰ। ਉਹ ਮਾਲਕ ਮੇ ਰਾਜੇ ਨੂੰ ਭਿਖਾਰੀ ਕਰ ਦੇ, ਤੂੰ ਭਿਖਾਰੀ ਕਰ ਦੇ। ਮੰਗਤੇ ਦੇ ਸੀਸੇ ਉੱਤੇ ਤਾਜ ਤਾਰ ਦੇ, ਤੂੰ ਤਾਂ ਤਾਜ ਤਾਰ ਦੇ। ਕਿਹੜੇ ਲੋਟ ਬਿਦਨਾ ਬਣਾਉਣ ਵਾਲਾ ਤੂੰ, ਜੀ ਬਣਾਉਣ ਵਾਲਾ ਤੂੰ, ਪਲ ਵਿੱਚ ਰਚਨਾ ਰਚਾਉਣ ਵਾਲਾ ਤੂੰ, ਜੀ ਰਚਾਉਣ ਵਾਲਾ ਤੂੰ। ਉਹ ਕਿਹੜੇ ਲੋਟ ਜਗ ਤੇ ਰਚਾਇਆ ਦਾਤਿਆ, ਕਿਹੜੇ ਲੋਟ ਜਗ ਤੇ ਰਚਾਇਆ ਦਾਤਿਆ, ਤੇ ਰਚਾਇਆ ਦਾਤਿਆ। ਧਨ ਤੂੰ ਐ ਧਨ ਤੇਰੀ ਮਾਇਆ ਦਾਤਿਆ, ਕਹਿੰਦੇ ਮਾਇਆ ਦਾਤਿਆ। ਮੋਹ ਮਾਇਆ ਜਗਤ ਫਸਾਉਣ ਵਾਲਾ ਤੂੰ, ਜੀ ਫਸਾਉਣ ਵਾਲਾ ਤੂੰ,
ਪਲ ਵਿੱਚ ਰਚਨਾ ਰਚਾਉਣ ਵਾਲਾ ਤੂੰ, ਜੀ ਰਚਾਉਣ ਵਾਲਾ ਤੂੰ। तेरे जैसा होर कोई ना जहान में, कोई ना जहान में। लिखिया है सच वेद ते पुराण में, वेद ते पुराण में। ਨਿਤ ਨਿਤ ਤਾਹੀਂ ਅਖਵਾਉਣ ਵਾਲਾ ਤੂੰ, ਅਖਵਾਉਣ ਵਾਲਾ ਤੂੰ, ਅਖਵਾਉਣ ਵਾਲਾ ਤੂੰ। ਪਲ ਵਿੱਚ ਰਚਨਾ ਰਚਾਉਣ ਵਾਲਾ ਤੂੰ, ਜੀ ਰਚਾਉਣ ਵਾਲਾ ਤੂੰ। सारिया गुणा च स्वामी भरपूर है, तू तां भरपूर है। साधुआं दे कोले दुष्टां तो दूर है, पापियां तो दूर है। ਸਾਧ ਰੂਪ ਆਪ ਹੀ ਵਡਾਉਣ ਵਾਲਾ ਤੂੰ, ਜੀ ਵਡਾਉਣ ਵਾਲਾ ਤੂੰ। ਪਲ ਵਿੱਚ ਰਚਨਾ ਰਚਾਉਣ ਵਾਲਾ ਤੂੰ, ਜੀ ਰਚਾਉਣ ਵਾਲਾ ਤੂੰ। ओंकार कौन है लिखण वाला जी, ओंकार कौन है लिखण वाला जी, है लिखण वाला जी। लेखने दा तू ही खोलिया है ताला जी, खोलिया है ताला जी। ਲਿਖਵਾ ਕੇ ਆਪ ਹੀ ਗਵਾਉਣ ਵਾਲਾ ਤੂੰ, ਜੀ ਗਵਾਉਣ ਵਾਲਾ ਤੂੰ, ਜੀ ਗਵਾਉਣ ਵਾਲਾ ਤੂੰ। ਪਲ ਵਿੱਚ ਰਚਨਾ ਰਚਾਉਣ ਵਾਲਾ ਤੂੰ, ਜੀ ਰਚਾਉਣ ਵਾਲਾ ਤੂੰ, ਜੀ ਰਚਾਉਣ ਵਾਲਾ ਤੂੰ। तेरे जैसा होर कोई ना जहान में, लिखिया है सच वेद ते पुराण में। साधु रूप आप ही बटाउण वाला तू, पल विच रचना रचाउण वाला तू। जदों जरा नाम दी राक्षणी ने भगवान शंकर जी दे चरनां विच बेनती कीती, आदिदेव महादेव जी प्रसन्न हो गए और जरा नाम दी राक्षणी अंतर ध्यान हो गई। उन्हें अपनियां भुजावां उताहां कीतियां। जदों भुजावां ताहां गईयां, शरीर दी शुद्ध ना रही। आपस विच मास दे टुकड़े जुड़ गए। जदों जुड़े एक बिजली वांग खड़ाक होया, उहदे नेत्र खुले और बच्चे दे रोण दी आवाज आई। वो आंदी धन है परमात्मा, धन है भगवान शंकर तू, धन है कैलाशपति, तेरी सदा जय होवे। दो फाकड़ां नूं इक बनाउण वाले हे भगवान शंकर जी, आप जी दी सदा जय होवे। आखो शंकर भगवान की जय। जिस वेले ਉਹਨੇ ਸੋਹਣੇ ਬੱਚੇ ਦੇ ਦਰਸ਼ਨ ਕੀਤੇ, ਛਾਤੀ ਦੇ ਨਾਲ ਲਾ ਲਿਆ। ਜਰਾ ਨਾਮ ਦੀ ਰਾਸ਼ਨੀ ਕਹਿੰਦੀ ਹੈ, ਮਨਾ ਇਹਨੂੰ ਮਾਂ ਦੀ ਲੋੜ ਹੈ। ਤੂੰ ਮਾਂ ਬਣ ਕੇ ਦੀ ਪਰਵਰਿਸ਼ ਨਹੀਂ ਕਰ ਸਕਦੀ, ਤੂੰ ਬਣਾ ਵਿੱਚ ਰਹਿਣਾ। ਇਹ ਕਿਸੇ ਰਾਜੇ ਦਾ ਰਾਜਕੁਮਾਰ ਬਣੇ, ਇਹਦੀ ਜੀਵਨ ਰੇਖਾ ਕੋਈ ਹੋਰ ਬਣੇ। ਇੱਥੇ ਸ਼ੇਰ ਚਿੱਤੇ ਬਘਿਆੜੇ ਨੇ। ਮਨ ਵਿੱਚ ਹੁਣ ਸੋਚਾਂ ਸੋਚਦੀ ਹੈ, ਮਨ ਵਿੱਚ ਆਰਾਧਨਾ ਕਰਦੀ ਹੈ। ਭਗਵਾਨ ਜਿੱਥੇ ਤੈਨੇ ਦੋ ਫਾਕੜਾਂ ਤੋਂ ਇੱਕ ਬੱਚਾ ਸੁੰਦਰ ਬਣਾ ਦਿੱਤਾ, ਉਥੇ ਇਹਦਾ ਟਿਕਾਣਾ ਵੀ ਦੱਸ। ਜਰਾ ਨਾਮ ਦੀ ਰਾਖਸ਼ਣੀ ਸੋਚਦੀ ਹੈ, ਮਨਾ ਸਾਰੀ ਜ਼ਿੰਦਗੀ ਤੈਂ ਪਾਪ ਹੀ ਪਾਪ ਕੀਤੇ, ਅੱਜ ਪੁੰਨ ਕਰਨ ਦਾ ਵੇੜਾ ਆ ਗਿਆ। ਤੂੰ ਅੱਜ ਵੇੜਾ ਤੇਰੇ ਲਵੇ ਪੁੰਨ ਕਰਨ ਦਾ, ਇਸ ਵੇਲੇ ਨੂੰ ਸਫਲਾ ਬਣਾ ਲੈ। ਔਰ ਤੈਨੇ ਪਾਪਾਂ ਵਾਲੇ ਖੇਤ ਬੀਜੇ ਨੇ, ਅੱਜ ਇੱਕ ਧਰਮ ਦੀ ਕਿਆਰੀ ਬੀਜ ਲੈ। ਮਨਾ ਆ ਸੁਣਿਆ ਸੀ ਸ਼ਹਿਰ 'ਚ ਵੀ ਇੱਥੋਂ ਦੇ ਰਾਜੇ ਦੇ ਦੋ ਮ੍ਰਿਤਿਉ ਪੁੱਤਰ ਪੈਦਾ ਹੋਏ ਨੇ। ਉਹ ਮਨਾ ਤੂੰ ਮ੍ਰਿਤਿਉ ਸਰੀਰਾਂ ਨੂੰ ਤਾਂ ਨਹੀਂ ਜਿਉਂਦਾ ਕਰ ਸਕਦੀ, ਪਰ ਜੇ ਤੂੰ ਆਹ ਬੱਚੇ ਨੂੰ ਰਾਜੇ ਨੂੰ ਸਮਰਪਿਤ ਕਰਿਆਵੇਂ, ਤੇਰੀ ਸਭ ਤੋਂ ਵੱਡੀ ਧਰਮ ਦੀ ਕਿਆਰੀ ਬੀਜੀ ਜਾਊਗੀ। ਉਹਨੇ ਫਿਰ ਆਪਣਾ ਜਿਹੜਾ ਅਸਲੀ ਰੂਪ ਸੀ ਉਹ ਤਾਂ ਤਿਆਗਤਾ, ਪਰੀ ਦਾ ਸੁੰਦਰ ਰੂਪ ਬਣਾ ਕੇ ਬੱਚੇ ਨੂੰ ਛਾਤੀ ਦੇ ਨਾਲ ਲਾ ਕੇ ਉਸ ਬਾਣ ਖੰਡ ਵਿੱਚੋਂ ਚੱਲ ਪਈ। ਜੈਮਣੀ ਰਿਸ਼ੀ ਕਹਿੰਦੇ, ਬੱਚਿਓ ਦੇਖੋ ਸੰਤਾਂ ਦੀ ਮਹਿਮਾ। ਭਾਵੇਂ ਰਾਜੇ ਨੇ ਨਿਰਾਦਰ ਕੀਤਾ, ਭਾਵੇਂ ਪ੍ਰਸ਼ਾਦ ਦੇ ਦੋ ਭਾਗ ਕਰਤੇ, ਪਰ ਅੱਜ ਸੰਤਾਂ ਦੀ ਕਿਰਪਾ ਨਾਲ ਦੋ ਟੁਕੜੇ ਫੇਰ ਇੱਕ ਬੱਚੇ ਦੇ ਰੂਪ ਵਿੱਚ ਬਣ ਗਏ। ਅੱਜ ਸੰਤਾਂ ਦਾ ਉਹ ਵਚਨ ਪੂਰਨ ਹੋ ਗਿਆ ਜਿਹੜਾ ਰਾਜੇ ਨੂੰ ਕਿਹਾ ਸੀ, ਤੇਰੇ ਘਰੇ ਇੱਕ ਬਲੀ ਪੁੱਤਰ ਪੈਦਾ ਹੋਵੇਗਾ। ਹੁਣ ਜਰਾ ਨਾਮ ਦੀ ਰਾਖਸ਼ਣੀ ਤੁਰਦੀ ਜਾ ਰਹੀ ਹੈ। ਜਦੋਂ ਕਹਿੰਦੇ ਰਾਜੇ ਦੇ ਰਾਜ ਭਵਨਾਂ ਦੇ ਅੱਗੇ ਚਲੀ ਗਈ, ਦੋ ਦਵਾਰਪਾਲ ਖੜੇ ਨੇ, ਉਹਨਾਂ ਤੋਂ ਆਗਿਆ ਲੈ ਕੇ ਰਾਜ ਭਵਨਾਂ ਵਿੱਚ ਦਾਖਲ ਹੋਈ। ਹੁਣ ਤਾਕਤ ਤੇ ਬੈਠਾ ਰਾਜਾ ਬਿਰਧ ਰਥ, ਮੱਥੇ ਉੱਤੇ ਹੱਥ ਧਰਿਆ ਹੋਇਆ ਹੈ, ਗਮਾਂ ਦੇ ਸਾਗਰਾਂ ਵਿੱਚ ਡੁੱਬਿਆ ਹੋਇਆ ਹੈ। ਜਰਾ ਨਾਮ ਦੀ ਰਾਖਸ਼ਣੀ ਨੇ ਜਾ ਕੇ ਨਮਸਕਾਰ ਕੀਤੀ, ਮਹਾਰਾਜ ਪ੍ਰਣਾਮ ਹੈ ਤੁਹਾਡੇ ਚਰਨਾਂ ਵਿੱਚ। ਜਦੋਂ ਰਾਜੇ ਬਿਰਧ ਰਥ ਨੇ ਆਪਣੇ ਦਰਬਾਰ ਵਿੱਚ ਅਤੀ ਸੁੰਦਰ ਦੇਵੀ ਨੂੰ ਖੜੀ ਨੂੰ ਦੇਖਿਆ ਔਰ ਉਹਦੀ ਗੋਦ ਵਿੱਚ ਇੱਕ ਬਹੁਤ ਹੀ ਪਿਆਰਾ ਜਿਹਾ ਲਾਲ ਦੇਖਿਆ, ਰਾਜਾ ਸੋਚਣ ਲੱਗ ਗਿਆ, ਉਹ ਮਨਾ ਜੇ ਕਿਤੇ ਤੂੰ ਸੰਤਾਂ ਦੇ ਬਚਨ ਪਗਾ ਦਿੰਦਾ, ਜੇ ਕਿਤੇ ਉਹ ਪ੍ਰਸ਼ਾਦ ਵੱਡੀ ਰਾਣੀ ਨੂੰ ਛਕਾ ਦਿੰਦਾ, ਅੱਜ ਵੱਡੀ ਰਾਣੀ ਦੀ ਕੁੱਖ ਵਿੱਚ ਇਹੋ ਜਿਹਾ ਪੁੱਤਰ ਖੇਲਦਾ ਹੁੰਦਾ। ਪਰ ਮਾੜੇ ਕਰਮ ਤੇਰੇ, ਮਾੜੇ ਭਾਗ, ਇਹ ਸੰਤਾਂ ਦੇ ਬਚਨਾਂ ਨੂੰ ਤੈਂ ਖੂਹ ਵਿੱਚ ਪਾ ਦਿੱਤਾ। ਆਹਾ ਹਾ,
ਰਾਜਾ ਹੁਣ ਜਾ ਕੇ ਉਸ ਦੇਵੀ ਦੇ ਚਰਨ ਕਮਲਾਂ ਵਿੱਚ ਦੋਵੇਂ ਹੱਥ ਜੋੜ ਕੇ ਗਲ ਪੱਲਾ ਪਾ ਕੇ ਖੜ ਗਿਆ। ਬੀਬੀ ਮੈਨੂੰ ਬਹੁਤ ਚੰਗੇ ਭਾਗਾਂ ਦੀ ਨਿਸ਼ਾਨੀ ਜਾਪਦੀ ਹੈ ਜਿਹੜੇ ਤੁਹਾਡੇ ਦਰਸ਼ਨ ਹੋ ਗਏ। ਬੀਬੀ ਮੈਨੂੰ ਐਂ ਦੱਸ, ਤੂੰ ਕਿਹੜੀ ਪੁਰੀ ਦੀ ਦੇਵੀ ਹੈ? ਦੱਸ ਬੀਬੀ ਤੇਰਾ ਟਿਕਾਣਾ ਕਿੱਥੇ ਹੈ? ਮੈਨੂੰ ਇਉਂ ਲੱਗਦਾ ਹੈ ਇੰਦਰ ਦੀ ਇੰਦਰਾਣੀ ਹੈ, ਬ੍ਰਹਮਾ ਦੀ ਬ੍ਰਹਮਾਣੀ ਹੈ, ਜਾਂ ਭਗਵਾਨ ਸ਼ੰਕਰ ਜੀ ਦੀ ਗੌਰ ਜਾਂ ਤੂੰ। ਉਹ ਆਂਦੀ ਨਹੀਂ ਮਹਾਰਾਜ, ਮੈਂ ਤਾਂ ਇਸ ਬਣ ਖੰਡ ਵਿੱਚ ਰਹਿਣ ਵਾਲੀ ਇੱਕ ਔਰਤ ਹਾਂ, ਮੈਨੂੰ ਦੇਵੀ ਨਾ ਸਮਝ। ਮੈਂ ਤਾਂ ਤੇਰੇ ਚਰਨ ਕਮਲਾਂ 'ਚ ਇੱਕ ਬੇਨਤੀ ਕਰਨ ਵਾਸਤੇ ਆਈ ਹਾਂ। ਰਾਜਾ ਦਾ ਬੀਬੀ ਹੁਕਮ ਦੇ, ਤੇਰਾ ਕੀ ਹੁਕਮ ਹੈ? ਤੇਰੇ ਵਰਗੀਆਂ ਦੇਵੀਆਂ ਬੇਨਤੀਆਂ ਨਹੀਂ ਕਰਦੀਆਂ ਹੁੰਦੀਆਂ, ਤੇਰੇ ਵਰਗੀਆਂ ਦੇਵੀਆਂ ਹੁਕਮ ਚਲਾਉਂਦੀਆਂ ਨੇ। ਤੇਰੇ ਹੁਕਮ ਵਿੱਚ ਸਾਰਾ ਰਾਜ ਭਵਨ ਹੈ, ਮੈਂ ਆ ਤੇਰਾ ਸੇਵਾਦਾਰ, ਮੈਨੂੰ ਹੁਕਮ ਕਰ ਬੀਬੀ। ਉਹ ਆਂਦੀ ਮਹਾਰਾਜ, ਮੈਨੂੰ ਇਹ ਸੁਣਿਆ ਸੀ ਬਈ ਤੇਰੇ 2 ਮ੍ਰਿਤਿੂ ਪੁੱਤਰ ਪੈਦਾ ਹੋਏ, ਮੈਨੂੰ ਬੜਾ ਦੁੱਖ ਹੋਇਆ। ਮਹਾਰਾਜ ਆ ਜਿਹੜਾ ਬੱਚਾ ਮੇਰੀ ਗੋਦ ਵਿੱਚ ਹੱਸ ਰਿਹਾ ਹੈ, ਖੇਡ ਰਿਹਾ ਹੈ, ਇਹ ਬੱਚਾ ਮੇਰਾ ਨਹੀਂ ਹੈ ਮਹਾਰਾਜ। ਇਸ ਬੱਚੇ ਨੂੰ ਮੈਂ ਤੈਨੂੰ ਸੰਭਾਉਣ ਆਈ ਹਾਂ। ਇਸ ਬੱਚੇ ਦਾ ਪਤਾ ਨਹੀਂ ਮਾਈ ਬਾਪ, ਅੰਸ ਮੰਸ ਦਾ ਕੋਈ ਪਤਾ ਹੈ ਨਹੀਂ। ਨਾ ਤਾਂ ਇਸ ਬੱਚੇ ਦੀ ਮਾਂ ਦਾ ਪਤਾ, ਨਾ ਪਿਤਾ ਦਾ, ਨਾ ਬੰਸ ਦਾ ਪਤਾ ਹੈ, ਨਾ ਇਹ ਪਤਾ ਵੀ ਇਸ ਬਣ ਵਿੱਚ ਆਇਆ ਕਿਵੇਂ। ਰਾਜਾ ਕਹਿੰਦਾ ਦੇਵੀ ਕਿਹੜੇ ਬਣ 'ਚ? ਉਹ ਆਂਦੀ ਮਹਾਰਾਜ, ਮੈਂ ਹਾਂ ਜਰਾ ਨਾਮ ਦੀ ਰਾਖਸ਼ਣੀ, ਮੈਂ ਤੇਰੇ ਸ਼ਹਿਰ 'ਚ ਆਈ ਸੀ ਬੱਚੇ ਖਾਣ ਵਾਸਤੇ, ਮੈਨੂੰ ਬੱਚੇ ਨਾ ਮਿਲੇ, ਮੈਂ ਇੱਲ ਦਾ ਰੂਪ ਬਣਾ ਕੇ ਆਕਾਸ਼ ਮਾਰਗ 'ਚ ਚਲੀ ਗਈ। ਉੱਥੋਂ ਮੈਨੂੰ ਬਣ ਖੰਡ ਵਿੱਚ 2 ਮਾਸ ਦੇ ਟੁਕੜੇ ਨਜ਼ਰ ਆਏ। ਮੈਂ ਜਦੋਂ ਚੱਕੇ ਮੇਰੀ ਰਾਖਸ਼ ਬੁੱਧੀ ਖਤਮ ਹੋ ਗਈ, ਦੇਵਤਿਆਂ ਵਾਲੀ ਬੁੱਧੀ ਪ੍ਰਦਾਨ ਹੋ ਗਈ ਮੈਨੂੰ। ਫਿਰ ਮੈਂ ਭਗਵਾਨ ਸ਼ੰਕਰ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਇਹ ਮਾਸ ਦੇ ਟੁਕੜਿਆਂ ਨੂੰ ਜੋੜੋ। ਰਾਜਾ ਕਹਿੰਦਾ ਬੀਬੀ ਮਾਸ ਦੇ ਟੁਕੜੇ ਜੁੜ ਗਏ। ਉਹ ਆਂਦੀ ਮਹਾਰਾਜ ਕਿਉਂ ਨਾ ਜੁੜਨ, ਭਗਵਾਨ ਨੂੰ ਬੇਨਤੀ ਕੀਤੀ ਹੋਵੇ, ਇਹੋ ਜਿਹਾ ਕਿਹੜਾ ਕਾਰਜ ਹੈ ਵੀ ਭਗਵਾਨ ਨਹੀਂ ਕਰ ਸਕਦਾ? ਆ ਜਿਹੜਾ ਬੱਚਾ ਮੇਰੀ ਗੋਦ 'ਚ ਖੇਡਦਾ ਹੈ ਮਹਾਰਾਜ, 2 ਟੁਕੜਿਆਂ ਦਾ ਸੰਧ ਹੈ। ਰਾਜਾ ਤਾਂ ਫਿਰ ਚਰਨਾਂ ਵਿੱਚ ਡਿੱਗ ਪਿਆ, ਮੈਂ ਪਾਪੀ, ਤੂੰ ਬਖਸ਼ਣਹਾਰੀ। ਬੀਬੀ ਤੈਨੂੰ ਪਤਾ ਹੈ ਮਾਸ ਦੇ ਟੁਕੜੇ ਕਿੱਥੋਂ ਮਿਲੇ? ਕੌਣ ਹੈ ਇਸ ਵਿੱਚ ਤਾਕਤ? ਉਹ ਆਂਦੀ ਮਹਾਰਾਜ ਮੈਨੂੰ ਨਹੀਂ ਪਤਾ। ਉਹ ਆਂਦਾ ਇਹ ਤਾਂ ਸੰਤਾਂ ਦਾ ਪ੍ਰਸ਼ਾਦ ਸੀ, ਮੈਨੂੰ ਦਿੱਤਾ ਸੀ ਸੰਤਾਂ ਨੇ। ਮੈਂ ਗਿਆ ਸੀ ਲਾਲ ਲੈਣ ਵਾਸਤੇ, 41 ਦਿਨ ਦੀ ਸੇਵਾ ਦਿੱਤੀ, ਸੰਤਾਂ ਨੇ ਪ੍ਰਸ਼ਾਦ ਦਿੱਤਾ ਵੱਡੀ ਰਾਣੀ ਨੂੰ ਛਕਾਉਣਾ ਹੈ, ਪਰ ਮੈਂ ਮੰਦਭਾਗੀ ਲਾਲਚ ਵਿੱਚ ਆ ਗਿਆ, ਸੰਤਾਂ ਦੇ ਬਚਨਾਂ ਨੂੰ ਠੋਕਰ ਮਾਰ ਦਿੱਤੀ। ਮੈਂ ਲਾਲਚ ਬਸ ਹੋ ਕੇ ਪ੍ਰਸ਼ਾਦ ਦੇ 2 ਟੁਕੜੇ ਕਰਕੇ 2 ਰਾਣੀਆਂ ਨੂੰ ਛਕਾਤੇ। ਇਸ ਕਰਕੇ ਅੱਧਾ ਪੁੱਤਰ ਪੈਦਾ ਹੋਇਆ। ਐਨੇ ਰਾਣੀਆਂ ਵੀ ਆ ਗਈਆਂ, ਆਲੇ ਦੁਆਲੇ ਹੋ ਗਈਆਂ। ਮਹਾਰਾਜ ਐਡੇ ਪਾਪਮਈ ਤੁਸੀਂ, ਸੰਤਾਂ ਦਾ ਬਚਨ ਠੁਕਰਾ ਦਿੱਤਾ, ਸੰਤਾਂ ਦੀ ਸੇਵਾ ਵੀ ਕੀਤੀ, ਔਰ ਤੁਹਾਨੂੰ ਗਿਆਨ ਵੀ ਨਹੀਂ ਹੋਇਆ ਹੈ। ਰਾਜਾ ਆਂਦਾ ਰਾਣੀਓ ਮੈਂ ਪਾਪੀ ਹਾਂ, ਮੈਨੂੰ ਨਰਕਾਂ ਵਿੱਚ ਵੀ ਢੋਈ ਨਹੀਂ ਮਿਲਣੀ, ਮੈਂ ਉਹਨਾਂ ਸੰਤਾਂ ਦੇ ਮੱਥੇ ਨਹੀਂ ਲੱਗ ਸਕਦਾ। ਜਰਾ ਨਾਮ ਦੀ ਰਾਖਸ਼ਣੀ ਕਹਿੰਦੀ ਮਹਾਰਾਜ ਲਓ ਆ ਤੇਰੀ ਇਮਾਨਤ ਮੈਂ ਤੈਨੂੰ ਸੌਂਪ ਰਹੀ ਹਾਂ, ਪਰ ਇਹ ਵੀ ਲੀਲਾ ਸਾਰੀ ਉਸ ਰਚਣਹਾਰ ਦੀ, ਉਹਨਾਂ ਸੰਤਾਂ ਦੀ ਉਹ ਲੀਲਾ ਇਹ ਸਾਰੀ। ਰਾਜਾ ਆਂਦਾ ਬੀਬੀ ਹੁਣ ਐਂ ਦੱਸ ਮੈਂ ਤੈਨੂੰ ਨਾਮ ਕੀ ਦੇਵਾਂ, ਮੈਨੂੰ ਹੁਕਮ ਦੇ, ਮੈਂ ਤੇਰੇ ਨਾਜ਼ਰ ਭੇਟਾ ਕੀ ਕਰਾਂ? ਉਹ ਆਂਦੀ ਮਹਾਰਾਜ ਮੈਂ ਕੁਛ ਨਹੀਂ ਲੈਣਾ ਹੈ। ਜਰਾ ਨਾਮ ਦੀ ਰਾਖਸ਼ਣੀ ਕਹਿੰਦੀ ਮਹਾਰਾਜ ਜੇ ਇੰਨੇ ਖੁਸ਼ ਹੋ ਨਾ, ਬਸ ਇੱਕ ਕਿਰਪਾ ਕਰ ਦਿਓ, ਬਈ ਰਹਿੰਦੀ ਦੁਨੀਆ ਤੱਕ ਮੇਰਾ ਨਾਮ ਰਹੇ, ਉਹ ਮੈਨੂੰ ਪਦਾਰਥ ਬਖਸ਼ ਦਿਓ, ਉਹ ਦਿਓ ਮੈਨੂੰ ਦਾਤ ਇਹੋ ਜੀ। ਰਾਜਾ ਕਹਿੰਦਾ ਬੀਬੀ ਤੀਰਥਾਂ ਤੇ ਜਾਵਾਂ, ਧਰਮਸ਼ਾਲਾ ਪਵਾਵਾਂ, ਮਹਿਲ ਪਵਾ ਦੇਵਾਂ ਤੇਰੇ ਨਾਂ ਤੇ, ਮੰਦਰ ਪਵਾ ਦਾਂ ਤੇਰੇ ਨਾਂ ਤੇ, ਰਹਿ ਜਾਣਗੇ? ਉਹ ਕਹਿੰਦੀ ਨਹੀਂ ਮਹਾਰਾਜ, ਇੱਕ ਦਿਨ ਸਭ ਕੁਝ ਫਨਾਹ ਹੋ ਜਾਊਗਾ। ਦੁਨੀਆ ਉੱਤੇ ਨਾਮ ਰਹਿੰਦਾ ਦਾਨੀਆਂ ਦਾ, ਭਗਤਾਂ ਦਾ, ਸੂਰਮਿਆਂ ਦਾ, ਜਿਹੜੇ ਪਰਉਪਕਾਰ ਕਮਾਉਂਦੇ ਨੇ। ਮਹਾਰਾਜ ਇਸ ਬੱਚੇ ਦਾ ਨਾਮਕਰਨ ਨਹੀਂ ਹੋਇਆ ਹਜੇ ਤੱਕ, ਇੱਕ ਕਿਰਪਾ ਕਰ ਦਿਓ। ਇਹ ਹੈ ਗੁਣਾਂ ਦਾ ਸਾਗਰ, ਇਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਗੁਣ ਨੇ। ਮੇਰਾ ਨਾਮ ਹੈ ਜਰਾ। ਮਹਾਰਾਜ 2 ਮਾਸ ਦੇ ਟੁਕੜਿਆਂ ਦਾ ਸੰਧ ਹੈ ਇਹ ਸੰਧ। ਅੱਜ ਤੋਂ ਬਾਅਦ ਮਹਾਰਾਜ ਇਸ ਬੱਚੇ ਦਾ ਨਾਮ ਜਰਾ ਸੰਧ ਰੱਖ ਦੇਵੋ, ਨਾਲੇ ਮਹਾਰਾਜ ਮੇਰਾ ਦੁਨੀਆ ਉੱਤੇ ਨਾਮੋ ਨਿਸ਼ਾਨ ਰਹਿ ਜਾਊਗਾ, ਬਲੀ ਹੋਊਗਾ। ਇਹ ਸੰਤਾਂ ਦਾ ਬਚਨ ਸੀ, ਨਾਲੇ ਪੂਰਨ ਹੋਊਗਾ ਉਹ ਬਚਨ ਸੰਤਾਂ ਦਾ। ਉਹਨਾਂ ਸੰਤਾਂ ਦੀ ਸ਼ਰਨ ਵਿੱਚ ਜਾ ਕੇ ਮਾਫੀ ਮੰਗਣੀ ਹੈ, ਸੰਤ ਮਾਫ ਕਰ ਦੇਣਗੇ। ਗਲਤੀਆਂ ਹੋ ਜਾਂਦੀਆਂ ਨੇ, ਮਾਫੀ ਮੰਗਣੀ ਹੈ ਤੈਨੇ। ਹੁਣ ਇੱਕ ਜਰਾ ਨਾਮ ਦੀ ਰਾਖਸ਼ਣੀ ਦਰਬਾਰ ਵਿੱਚ ਖੜ ਕੇ ਰਾਜੇ ਨੂੰ ਕਹਿੰਦੀ ਹੈ ਸੰਤਾਂ ਦੇ ਚਰਨਾਂ 'ਚ ਜਾਈ ਰਾਜਨਾ, ਨਾਮ ਜਰਾ ਸੰਧ ਤੂੰ
ਟਕਾਈ ਰਾਜਨਾ। ਦੇਖਾਂ ਭਲਾ ਰਾਜੇ ਨੂੰ ਜਰਾ ਨਾਮ ਦੀ ਰਾਖਸ਼ਣੀ ਬੇਨਤੀ ਹੈ ਇਉਂ ਕਰਦੀ ਸੀ। ਆ ਕੇ ਦਰਬਾਰ ਬੇਨਤੀ ਗੁਜ਼ਾਰਦੀ, ਆ ਕੇ ਦਰਬਾਰ ਬੇਨਤੀ ਗੁਜ਼ਾਰਦੀ, ਲੱਖਾਂ ਬਾਰ ਇਸ ਕੜੀ ਨੂੰ ਨਿਹਾਰਦੀ, ਲੱਖਾਂ ਬਾਰ ਇਸ ਕੜੀ ਨੂੰ ਨਿਹਾਰਦੀ। ਸਫਲਾ ਤੂੰ ਜੀਵਨ ਬਣਾਈ ਰਾਜਨਾ, ਸਫਲਾ ਤੂੰ ਜੀਵਨ ਬਣਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ। ਓ ਮਾਫ ਕਰ ਵਾਲੀ ਆਪਣੇ ਗੁਨਾਹਾਂ ਨੂੰ, ਮਾਫ ਕਰ ਵਾਲੀ ਆਪਣੇ ਗੁਨਾਹਾਂ ਨੂੰ, ਇਹੋ ਜਿਹੀ ਭੁੱਲ ਕਰੀ ਨਾ ਉਗਾਹਾਂ ਨੂੰ, ਇਹੋ ਜਿਹੀ ਭੁੱਲ ਕਰੀ ਨਾ ਉਗਾਹਾਂ ਨੂੰ। ਗਲਤੀ ਦੀ ਮਾਫੀ ਮੰਗ ਆਈ ਰਾਜਨਾ, ਗਲਤੀ ਦੀ ਮਾਫੀ ਮੰਗ ਆਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ। ਓ ਸਾਧੂ ਜਾਨ ਦੁੱਖ ਤੇਰੇ ਹਾਰ ਦੇਣਗੇ, ਸਾਧੂ ਜਾਨ ਦੁੱਖ ਤੇਰੇ ਹਾਰ ਦੇਣਗੇ, ਪਾ ਕੇ ਨਦਰ ਮੇਰਾ ਕਰ ਦੇਣਗੇ, ਪਾ ਕੇ ਨਦਰ ਮੇਰਾ ਕਰ ਦੇਣਗੇ। ਦਰ ਦਾ ਸਵਾਲੀ ਬਣ ਜਾਈ ਰਾਜਨਾ, ਦਰ ਦਾ ਸਵਾਲੀ ਬਣ ਜਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ। ਓ ਸਾਧੂਆਂ ਬਗੈਰ ਗਤੀ ਨਾ ਜਹਾਨ ਦੀ, ਓ ਸਾਧੂਆਂ ਬਗੈਰ ਗਤੀ ਨਾ ਜਹਾਨ ਦੀ, ਸਾਧੂ ਰੂਪ ਮੂਰਤੀ ਨੇ ਭਗਵਾਨ ਦੀ, ਸਾਧੂ ਰੂਪ ਮੂਰਤੀ ਨੇ ਭਗਵਾਨ ਦੀ। ਧੂੜੀ ਚੱਕ ਮਸਤ ਕਲਾਈ ਰਾਜਨਾ, ਧੂੜੀ ਚੱਕ ਮਸਤ ਕਲਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ। ਇਹਨਾਂ ਦੀ ਲਿਖੀ ਨੂੰ ਮੋੜਦਾ ਗੋਪਾਲ ਨਾ, ਇਹਨਾਂ ਦੀ ਲਿਖੀ ਨੂੰ ਮੋੜਦਾ ਗੋਪਾਲ ਨਾ, ਜਿੱਥੇ ਸਾਧੂ ਉਸ ਜਗ੍ਹਾ ਪਵੇ ਕਾਲ ਨਾ, ਜਿੱਥੇ ਸਾਧੂ ਉਸ ਜਗ੍ਹਾ ਪਵੇ ਕਾਲ ਨਾ। ਮਨ ਚਿੱਤ ਸੇਵਾ ਚ ਲਗਾਈ ਰਾਜਨਾ, ਮਨ ਚਿੱਤ ਸੇਵਾ ਚ ਲਗਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ। ਮਾਰਗ ਇਹਨਾਂ ਦਾ ਪੌੜੀ ਹੈ ਧਰਮ ਦੀ, ਓ ਮਾਰਗ ਇਹਨਾਂ ਦਾ ਪੌੜੀ ਹੈ ਧਰਮ ਦੀ, ਇਹਨਾਂ ਕੋਲ ਕਲਾ ਹੁੰਦੀ ਹੈ ਬਰਮ ਦੀ, ਇਹਨਾਂ ਕੋਲ ਕਲਾ ਹੁੰਦੀ ਹੈ ਬਰਮ ਦੀ। ਜਨਮਾਂ ਦੇ ਲੇਖ ਬਦਲਾਈ ਰਾਜਨਾ, ਜਨਮਾਂ ਦੇ ਲੇਖ ਬਦਲਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ। ਉਹ ਜਮਾਂ ਵਾਲੇ ਲੇਖੇ ਸਭ ਪਾੜ ਦਿੰਦੇ ਨੇ, ਜਮਾਂ ਵਾਲੇ ਲੇਖੇ ਸਭ ਪਾੜ ਦਿੰਦੇ ਨੇ, ਪਾ ਕੇ ਨਦਰ ਸਾਧੂ ਤਾਰ ਦਿੰਦੇ ਨੇ, ਪਾ ਕੇ ਨਦਰ ਸਾਧੂ ਤਾਰ ਦਿੰਦੇ ਨੇ। ਇਹ ਸਾਧੂਆਂ ਦਾ ਸੇਵਕ ਕਹਾਈ ਰਾਜਨਾ, ਸਾਧੂਆਂ ਦਾ ਸੇਵਕ ਕਹਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ। ਉਹ ਸੇਵਕ ਸੁਰੇਸ਼ ਤੇ ਅਮਰਜੀਤ ਜੀ, ਓ ਸੇਵਕ ਸੁਰੇਸ਼ ਤੇ ਅਮਰਜੀਤ ਜੀ, ਲੱਖਾਂ ਤੇ ਕਮਲ ਰੱਖਦੇ ਪ੍ਰੀਤ ਜੀ, ਲੱਖਾਂ ਤੇ ਕਮਲ ਰੱਖਦੇ ਪ੍ਰੀਤ ਜੀ। ਕਥਾ ਓਮਕਾਰ ਤੋਂ ਲਖਾਈ ਰਾਜਨਾ, ਕਥਾ ਓਮਕਾਰ ਤੋਂ ਲਖਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ। ਸਾਧੂਆਂ ਦੇ ਦਰ ਉੱਤੇ ਜਾਈ ਰਾਜਨਾ, ਜਰਾ ਸੰਦ ਨਾਮ ਤੂੰ ਟਕਾਈ ਰਾਜਨਾ। ਰਾਜਾ ਪ੍ਰਸੰਨ ਹੋ ਗਿਆ। ਧੰਨ ਭਾਗ ਜੋ ਸੰਤਾਂ ਨੇ ਫੇਰ ਵੀ ਇਸ ਨਿਮਾਣੇ ਉੱਤੇ ਕਿਰਪਾ ਕਰ ਦਿੱਤੀ, ਫੇਰ ਵੀ ਮੈਨੂੰ ਲਾਲ ਬਖਸ਼ਿਸ਼ ਕਰ ਦਿੱਤਾ। ਉਸ ਬੱਚੇ ਦਾ ਨਾਮ ਜੈਮਨੀ ਰਿਸ਼ੀ ਜੀ ਕਹਿੰਦੇ ਫਿਰ ਜਰਾ ਸੰਦ ਰੱਖਿਆ ਗਿਆ, ਔਰ ਬੀਬੀ ਬਣ 'ਚ ਚਲੀ ਗਈ। ਬੱਚਾ ਗਲ, ਫਿਰ ਕਹਿੰਦੇ ਰਾਜੇ ਨੇ ਗਲ ਵਿੱਚ ਪੱਲਾ ਪਾਇਆ, ਔਰ ਰਾਣੀਆਂ ਨੂੰ ਵੀ ਕਿਹਾ ਮਹਾਰਾਜ, ਬੜੇ ਪਿਆਰ ਦੇ ਸ਼ਬਦ ਬੋਲੇ, ਮਹਾਰਾਜ ਕੋਈ ਗੱਲ ਨਹੀਂ ਹੈ, ਜੇ ਹੁਣ ਵੀ ਤੁਸੀਂ ਮਾਫੀ ਮੰਗ ਲਵੋ ਸੰਤਾਂ ਤੋਂ, ਸੰਤ ਮਾਫ ਕਰ ਦੇਣਗੇ, ਅਪਰਾਧ ਹਰ ਦੇਣਗੇ। ਰਾਜੇ ਨੇ ਗਲ ਵਿੱਚ ਪੱਲਾ ਪਾਇਆ, ਔਰ ਸੰਤਾਂ ਦੇ ਚਰਨ ਕਮਲਾਂ ਵਿੱਚ ਜਾਣ ਦਾ ਮਨ ਬਣਾ ਕੇ ਦੋਵੇਂ ਰਾਣੀਆਂ ਨੂੰ ਨਾਲ ਲੈ ਕੇ, ਉਸ ਬੱਚੇ ਨੂੰ ਗੋਦ ਵਿੱਚ ਪਾ ਕੇ, ਬਾਂਦੀਆਂ ਨੂੰ ਨਾਲ ਲੈ ਕੇ, ਤਰ੍ਹਾਂ ਤਰ੍ਹਾਂ ਦੇ ਨਾਨਾ ਪ੍ਰਕਾਰ ਦੇ ਪਦਾਰਥ ਲੈ ਕੇ
ਸੰਤਾਂ ਦੀ ਸ਼ਰਨ ਵਿੱਚ ਗਿਆ ਔਰ ਸੰਤ ਬੈਠੇ ਧੂਣੇ ਤੇ ਹਰੀ ਰਾਮ ਨਾਮ ਦਾ ਸਿਮਰਨ ਕਰ ਰਹੇ ਨੇ। ਰਾਜੇ ਨੇ ਜਾ ਕੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਮੇਰੇ ਤੇ, ਮੈਂ ਪਾਪੀ ਹਾਂ ਮਹਾਰਾਜ, ਆਪ ਬਖਸ਼ਣਹਾਰੇ ਹੋ, ਮੇਰੇ ਤੋਂ ਕਰੋੜਾਂ ਹੀ ਭੁੱਲਾਂ ਹੋ ਗਈਆਂ। ਸੰਤਾਂ ਦੇ ਰਾਜਨ, ਇਹ ਸੰਸਾਰ ਹੈ, ਇੱਥੇ ਜੋ ਗਲਤੀ ਕਰਦਾ ਹੈ ਉਹਨੂੰ ਦੰਡ ਈਸ਼ਵਰ ਦਿੰਦਾ ਹੈ, ਜੋ ਪੁੰਨ ਕਰਮ ਕਰਦਾ ਹੈ ਉਸ ਨੂੰ ਫਲ ਪਰਮਾਤਮਾ ਦਿੰਦਾ ਹੈ। ਇਹ ਸੰਤਾਂ ਦਾ ਦਰਬਾਰ ਹੈ। ਰਾਜਨ, ਤੈਂ ਗਲਤੀ ਕੀਤੀ, ਉਹਦਾ ਫਲ ਤੂੰ ਪਾਇਆ, ਪਰ ਜਿਹੜਾ ਅਸੀਂ ਬਚਨ ਕੀਤਾ ਸੀ ਉਹ ਬਚਨ ਭਗਵਾਨ ਨੇ ਪੂਰਨ ਕਰ ਦਿੱਤਾ। ਸੰਤ ਕਹਿਣ ਲੱਗੇ, ਰਾਜਨ ਜਿੰਨਾ ਚਿਰ ਇਹ ਬੱਚਾ ਕਰਮ ਵਿੱਚ ਰਹੇਗਾ, ਆਗਿਆ ਵਿੱਚ ਰਹੇਗਾ, ਉਹਨਾਂ ਚਿਰ ਮਹਾਬਲੀ ਰਹੇਗਾ, ਇਹਨੂੰ ਜਿੱਤਣ ਵਾਲਾ ਕੋਈ ਨਹੀਂ ਹੋਊਗਾ। ਇੱਥੋਂ ਤੱਕ ਸੰਤਾਂ ਨੇ ਬਚਨ ਕਰ ਦਿੱਤਾ, ਭਾਵੇਂ ਭਗਵਾਨ ਵੀ ਆ ਜੇ ਇਸ ਬੱਚੇ ਨਾਲ ਲੜਨ ਵਾਸਤੇ, ਉਹਨੂੰ ਵੀ ਮੈਦਾਨ ਵਿੱਚੋਂ ਹਾਰੀ ਦਾ ਮੂੰਹ ਦੇਖਣਾ ਪਵੇਗਾ। ਸੰਤਾਂ ਦੇ ਬਚਨ ਅਟਲ ਨੇ। ਜੈਮਨੀ ਰਿਸ਼ੀ ਜੀ ਤੋਂ ਇਹ ਕਥਾ ਸਰਵਣ ਕਰਕੇ ਉਹਨਾਂ ਦੇ ਸ਼ਿਸ਼ ਅਤੀ ਪ੍ਰਸੰਨ ਹੋਏ ਔਰ ਪੁੱਛਣ ਲੱਗੇ, ਮਹਾਰਾਜ ਅਗਲੀ ਕਥਾ? ਜੈਮਨੀ ਰਿਸ਼ੀ ਜੀ ਕਹਿਣ ਲੱਗੇ, ਬੱਚਿਓ ਇਹਦਾ ਅਗਲਾ ਭਾਗ ਇਸ ਤਰ੍ਹਾਂ ਬਣੇਗਾ ਕਿ ਮਹਾਬਲੀ ਹੋਵੇਗਾ ਜਰਾਸੰਧ ਔਰ ਮਾਤਾ ਪਿਤਾ ਦਾ ਨਾਮ ਉੱਚਾ ਕਰੇਗਾ। ਆਓ ਬੇਨਤੀ ਹੈ ਇੱਥੇ ਤੱਕ ਹੀ ਇਹ ਸੰਤ ਪ੍ਰਸ਼ਾਦ ਦੀ ਅੰਮ੍ਰਿਤ ਕਥਾ ਜੋ ਆਪ ਜੀ ਦੇ ਪਾਵਨ ਚਰਨਾਂ 'ਚ ਇੱਕ ਭਾਗ ਬੋਲਿਆ ਹੈ। ਸਮਾਂ ਮਿਲਣ ਤੋਂ ਬਾਅਦ ਫਿਰ ਆਪ ਜੀ ਦੇ ਪਾਵਨ ਚਰਨਾਂ ਵਿੱਚ ਦੂਜਾ ਭਾਗ ਆਪ ਜੀ ਦੇ ਪਾਵਨ ਚਰਨਾਂ ਵਿੱਚ ਪੇਸ਼ ਕਰਾਂਗੇ, ਕਿਉਂਕਿ ਤਾਂ ਹੀ ਸੰਤ ਮਹਾਤਮਾ ਦੀ ਮਹਿਮਾ ਵੇਦ ਪੁਰਾਣ ਗ੍ਰੰਥ ਕਰਦੇ ਨੇ। ਸੰਤ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ। ਸੰਤਾਂ ਦੀ ਮਹਿਮਾ ਅਗਾਧ ਹੈ, ਸੰਤਾਂ ਦੀ ਮਹਿਮਾ ਉੱਚੀ ਹੈ। ਔਰ ਸੁਖਮਣੀ ਸਾਹਿਬ ਵਿੱਚ ਮਹਾਰਾਜ ਨੇ ਤਾਂ ਹੀ ਲਿਖਿਆ, ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੁੱਚੀ। ਸੰਤਾਂ ਨੂੰ ਸ਼ਾਸਤਰ ਵੇਦ ਪੁਰਾਣ ਦੇਵੀ ਦੇਵਤੇ ਵੀ ਨਮਸਕਾਰਾਂ ਕਰਦੇ ਨੇ। ਤੀਰਥਾਂ ਨੂੰ ਪ੍ਰਗਟ ਕਰਨ ਵਾਲੇ ਸੰਤ ਜਨ ਨੇ। ਆਓ ਕਵੀਸ਼ਰੀ ਸਰੋਤਿਆਂ ਤੋਂ, ਰਿਸ਼ੀਆਂ ਤੋਂ, ਮੁਨੀਆਂ ਤੋਂ, ਜਿੰਨੇ ਵੀ ਰੱਬ ਦੇ ਪਿਆਰੇ ਇਹ ਸਾਡੀ ਆਵਾਜ਼ ਨੂੰ ਸੁਣ ਰਹੇ ਨੇ, ਅਸੀਂ ਸਭ ਤੋਂ ਮਾਫੀ ਮੰਗਦੇ ਹਾਂ ਜੇ ਕਥਾ ਬੋਲਦੇ ਹੋਏ ਕੋਈ ਊਣਤਾਈ, ਕੋਈ ਸ਼ਬਦ ਉੱਚਾ ਨੀਵਾਂ ਕਿਹਾ ਗਿਆ ਹੋਵੇ, ਸੋ ਅਸੀਂ ਮਾਫੀ ਦੇ ਯੋਗ ਹਾਂ। ਦਾਸ ਪੰਡਤ ਓਂਕਾਰ ਮਾਝੀ, ਭਾਈ ਅਮਰਜੀਤ ਸਿੰਘ ਜੀ ਕੱਕੜਵਾਲ, ਗੁਰਸੇਵਕ ਸਿੰਘ ਜੀ ਮਾਮਦਪੁਰ, ਸੁਰੇਸ਼ ਕੁਮਾਰ ਜੀ ਸਿੰਗਲਾ, ਅਵਤਾਰ ਚੰਦ ਜੀ ਮਾਝੀ, ਮਾਝੀ ਵਾਲਾ ਕਵੀਸ਼ਰੀ ਜਥਾ ਇੰਨਾ ਕਹਿੰਦਾ ਹੋਇਆ ਖਿਮਾ ਦੇ ਜਾਚਕ ਹੈ। ਔਰ ਸਾਡਾ ਸੰਪਰਕ ਨੰਬਰ ਹੈ 99 899 40 197, 99 899 40 197। ਵਿਸ਼ੇਸ਼ ਧੰਨਵਾਦ ਸੁਰੇਸ਼ ਕੁਮਾਰ ਸਿੰਗਲਾ ਜੀ ਬਰਨਾਲਾ ਸਾਹਿਬ, ਵੈਦ ਲਖਵਿੰਦਰ ਕੁਮਾਰ ਜੀ ਬਰਿਆਂ ਤੋਂ, ਕਮਲ ਕੁਮਾਰ ਜੀ ਬਰੇ, ਵਿਨੋਦ ਕੁਮਾਰ ਨੇਵਟੀਆ ਜੀ ਬੁਲਾਡੇ ਤੋਂ, ਵਾਹਿਗੁਰੂਪਾਲ ਜੀ ਬੁਰਜ ਕਲਾਲੇ ਤੋਂ, ਗੁਰਜੀਵਨ ਸਿੰਘ ਜੀ ਸਰੌਤ ਸਾਹਿਬ, ਰਿਸ਼ੀ ਭੁਪਿੰਦਰ ਜੀ ਘਨੌਰੀ ਕਲਾਂ, ਜਿਨ੍ਹਾਂ ਦੇ ਸਹਿਯੋਗ ਨਾਲ ਸਾਨੂੰ ਆਪ ਜੀ ਦੇ ਪਾਵਨ ਚਰਨਾਂ ਵਿੱਚ ਇਹ CD ਕਰਨ ਦਾ ਸਮਾਂ ਮਿਲਿਆ। ਸੋ ਅਗਲੀ ਵਾਰ ਭਗਵਾਨ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, ਪਰਮਾਤਮਾ ਕਿਰਪਾ ਕਰੇ, ਗੁਰੂ ਭਗਵਾਨ ਕਿਰਪਾ ਕਰਨ, ਗੁਰੂਦੇਵ ਸਵਾਮੀ ਦੂਧਾਧਾਰੀ ਮਹਾਰਾਜ ਕਿਰਪਾ ਕਰਨ। ਬਹੁਤ ਜਲਦੀ ਆਪ ਜੀ ਦੇ ਪਾਵਨ ਚਰਨਾਂ ਵਿੱਚ ਹੋਰ ਨਵੀਂ CD ਲੈ ਕੇ ਅਸੀਂ ਪੇਸ਼ ਹੋਈਏ। ਕਵੀਸ਼ਰੀ ਇੱਥੇ ਹੀ ਆਗਿਆ ਬਖਸ਼ੋ, ਬਾਣੀ ਨੂੰ ਵਿਰਾਮ। ਸਾਰੀ ਸੰਗਤ ਆਖੋ ਆਪੋ ਆਪਣੇ ਸ੍ਰੀ ਗੁਰੂਦੇਵ ਮਹਾਰਾਜ ਕੀ ਜੈ। ਨਮੋ ਨਾਰਾਇਣ, ਨਮੋ ਨਾਰਾਇਣ।